ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਾਂ ਗੁਰਤੇਜ ਸਿੰਘ। ਤੁਸੀਂ ਦੇਖ ਰਹੇ ਹੋ ਕੌਮੀ ਆਵਾਜ਼। ਫੋਰਨ ਇੰਟਰਫੀਰੈਂਸ ਦਾ ਮੁੱਦਾ ਇਸ ਵਕਤ ਜੀਓਪੋਲਿਟਿਕਸ ਦੇ ਵਿੱਚ ਕੇਂਦਰੀ ਬਿੰਦੂ ਬਣਿਆ ਹੋਇਆ ਹੈ ਅਤੇ ਇਸ ਦੇ ਵਿੱਚ ਕੇਂਦਰੀ ਬਿੰਦੂ ਖਾਸਤਰ ਬਣੇ ਹੋਏ ਨੇ ਕੈਨੇਡਾ ਅਤੇ ਇੰਡੀਆ ਦੇ ਰਿਲੇਸ਼ਨ। ਉਸ ਦੇ ਵਿੱਚ ਜੋ ਖਾਸ ਮੁੱਦਾ ਕੇਂਦਰੀ ਬਿੰਦੂ ਬਣਿਆ ਹੋਇਆ ਹੈ ਉਹ ਹੈ ਖਾਲਿਸਤਾਨ ਅਤੇ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ। ਇਸ ਸਾਰੇ ਮੁੱਦੇ ਦੇ ਆਲੇ ਦੁਆਲੇ ਕਿਵੇਂ ਗੱਲਬਾਤ ਘੁੰਮਦੀ ਹੈ, ਕਿੱਥੋਂ ਇਹ ਸ਼ੁਰੂ ਹੋਇਆ, ਕੀ ਇਸ ਦੀ ਪਿੱਠ ਭੂਮੀ ਦੇ ਵਿੱਚ ਹੈ, ਇਸ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਭਾਈ ਮੋਨਿੰਦਰ ਸਿੰਘ ਦੇ ਨਾਲ। ਭਾਈ ਮੋਨਿੰਦਰ ਸਿੰਘ BC ਗੁਰਦੁਆਰਾਜ਼ ਕਮੇਟੀ ਦੇ ਸਪੋਕਸਪਰਸਨ ਨੇ। ਉਹਨਾਂ ਦੇ ਨਾਲ ਪਹਿਲਾਂ ਵੀ ਅਸੀਂ ਬਹੁਤ ਸਾਰੇ ਵਾਰ ਗੱਲਬਾਤ ਕਰ ਚੁੱਕੇ ਹਾਂ। ਭਾਈ ਸਾਹਿਬ ਜੀ ਜੀਓ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਮੋਨਿੰਦਰ ਸਿੰਘ ਜੀ, ਆਪਾਂ ਅੱਜ ਤੋਂ ਕੁਝ ਮਹੀਨੇ ਪਹਿਲਾਂ ਇੱਕ ਰਿਪੋਰਟ ਦੀ ਗੱਲ ਕੀਤੀ ਸੀ ਜੋ BC ਗੁਰਦੁਆਰਾ ਸਾਹਿਬਾਨਜ਼ ਦੇ ਵੱਲੋਂ ਅਤੇ ਅੰਟਾਰੀਓ ਗੁਰਦੁਆਰਾ ਕਮੇਟੀਜ਼ ਦੇ ਵੱਲੋਂ ਜੁਆਇੰਟ ਰੂਪ ਦੇ ਵਿੱਚ ਜਾਰੀ ਕੀਤੀ ਗਈ ਸੀ। ਆਪਾਂ ਉਸ ਦੇ ਉੱਤੇ ਵੀ ਅੱਗੇ ਆਵਾਂਗੇ, ਪਰ ਜਿਹੜੀ ਫੋਰਨ ਇੰਟਰਫੀਰੈਂਸ ਆ ਇਸ ਦੀ ਪਿੱਠ ਭੂਮੀ ਦੇ ਵਿੱਚ ਕੀ ਖੜਾ ਹੈ ਤੇ ਤਤਕਾਲੀ ਕਾਰਨ ਇਸ ਤੇ ਕੀ ਰਹੇ ਨੇ ਕਿ ਜਿਹੜੀ ਇਹ ਇੰਨੀ ਜ਼ਿਆਦਾ ਸੈਂਟਰ ਪੁਆਇੰਟ ਦੇ ਵਿੱਚ ਆ ਗਈ। ਇਹ ਪਿਛਲੇ ਕੈਨੇਡਾ ਦੇ ਵਿੱਚ ਦੇਖੀਏ ਤਾਂ ਯੂਜੂਅਲੀ ਕਾਰਨ ਤਾਂ ਫੋਰਨ ਇੰਟਰਫੀਰੈਂਸ ਤੇ ਕੋਈ ਵੀ ਦੇਸ਼ ਦਾ ਫੋਰਨ ਇੰਟਰਫੀਰੈਂਸ ਹੋਵੇ ਦੂਜੇ ਦੇਸ਼ ਦੇ ਵਿੱਚ ਇਹ ਦਖਲਅੰਦਾਜ਼ੀ ਕਰਨੀ, ਉਹਦਾ ਮਤਲਬ ਇਹ ਕਿ ਉਹਨੇ ਆਪਣੇ ਜਿਹੜੇ ਇੰਟਰਸਟ ਹੈ ਉਹਨੂੰ ਗਾਂਹ ਵਧਾਉਣੇ ਕਿਸੇ ਤਰੀਕੇ ਨਾਲ, ਜਾਂ ਦੂਜਿਆਂ ਦੇ ਜਿਹੜੇ ਇੰਟਰਸਟ ਉਹਨਾਂ ਨੂੰ ਨਹੀਂ ਠੀਕ ਲੱਗਦੇ ਜਾਂ ਉਹਨਾਂ ਦੇ ਖਿਲਾਫ ਕਿਤੇ ਆ। ਯੂਜੂਅਲੀ ਸੈਪਰੇਟਿਜ਼ਮ ਦੀ ਗੱਲ ਹੁੰਦੀ ਹੈ, ਕੋਈ ਨੇਸ਼ਨ ਸਟੇਟਸ ਦੀਆਂ ਗੱਲਾਂ ਹੁੰਦੀਆਂ ਆਪੋ ਵਿੱਚ, ਜਾਂ ਫਿਰ ਕਿ ਕੋਈ ਕਮਿਊਨਿਟੀ ਬਾਹਰ ਬੈਠੀ ਹੈ ਉਹ ਆਪਣੀ ਸੋਵਰਨਟੀ ਆਪਣੀ ਸੈਲਫ ਡਿਟਰਮੀਨੇਸ਼ਨ ਆਪਣੇ ਦੇਸ਼ ਦੀ ਗੱਲ ਕਰ ਰਹੀ ਹੈ। ਸੋ ਇੰਡੀਆ ਵਰਗੀ ਕੰਟਰੀ ਨੇ ਦਖਲਅੰਦਾਜ਼ੀ ਤਾਂ ਕਰਨੀ ਹੈ ਕੈਨੇਡਾ ਦੇ ਵਿੱਚ ਕਰਕੇ ਇੱਥੇ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਕੌਮ ਦਾ ਇੱਥੇ ਬੈਠਾ ਆ, ਸਿੱਖ ਪੰਥ ਦਾ ਬੈਠਾ ਹੈ, ਤੇ ਇਹਨਾਂ ਦਾ ਜਿਹੜਾ ਇੱਕ ਮੁੱਢਲਾ ਜਿਹੜਾ ਮੁੱਦਾ ਆ ਉਹ ਖਾਲਿਸਤਾਨ ਆ ਤੇ ਖਾਲਿਸਤਾਨ ਦੀ ਜਿਹੜੀ ਐਸਟੈਬਲਿਸ਼ਮੈਂਟ ਆ। ਸੋ 1900 ਤਕਰੀਬਨ 85 ਤੋਂ ਲੈ ਕੇ ਜਿਹੜੀ ਇੰਡੀਅਨ ਫੋਰਨ ਇੰਟਰਫੀਰੈਂਸ ਜਿਹੜੀ ਆ ਬੜੇ ਜ਼ੋਰ ਦੇ ਨਾਲ ਇੱਥੇ ਕੈਨੇਡਾ ਚੱਲ ਰਹੀ ਹੈ। ਉਹਦੇ ਕਈ ਸੱਟੇ ਜਿਹੜੇ ਇਹ ਵੀ ਆ ਕਿ 1987-88 ਦੇ ਵਿੱਚ ਇੱਥੋਂ ਇੱਕ ਗਲੋਬਲ ਮੇਲ ਦਾ ਬਹੁਤ ਵੱਡਾ ਜਿਹੜਾ ਇੱਕ ਪੇਪਰ ਆ, ਨਿਊਜ਼ ਪੇਪਰ ਹੈ, ਉਸ ਟਾਈਮ ਤੇ ਜ਼ਿਆਦਾ ਪੇਪਰ ਹੀ ਚੱਲਦੇ ਹੁੰਦੇ ਸੀ। ਉਹਨਾਂ ਨੇ ਇੱਕ ਰਿਪੋਰਟ ਕੱਢੀ ਸੀਗੀ ਕਿ ਕੈਨੇਡਾ ਦੇ ਵਿੱਚੋਂ ਕਈ ਬੰਦੇ ਜਿਹੜੇ ਆ ਇੰਡੀਆ ਤੋਂ ਆਏ ਇੰਡੀਅਨ ਕੌਂਸਲਰ ਆਫਿਸਿਸ ਦੇ ਵਿੱਚ ਕੰਮ ਕਰਦੇ ਆ ਤੇ ਅੰਡਰ ਡਿਪਲੋਮੈਟਿਕ ਗਾਈਜ਼ ਡਿਪਲੋਮੈਟ ਬਣ ਕੇ ਇੱਥੇ ਆਏ ਆ, ਪਰ ਹੈ ਉਹ ਜਿਹੜੇ ਇੰਟੈਲੀਜੈਂਸ ਦੇ ਬੰਦੇ ਆ। ਤੇ ਇੱਥੇ ਆਣ ਕੇ ਉਹਨਾਂ ਦੇ ਦੋ ਮੁੱਖ ਨਿਸ਼ਾਨੇ ਸੀਗੇ। ਇੱਕ ਉਹਨਾਂ ਨੇ ਸਿੱਖ ਗੁਰਦੁਆਰਿਆਂ ਨੂੰ ਇਨਫਿਲਟ੍ਰੇਟ ਕਰਨਾ ਸੀ ਤੇ ਉਹਦੇ ਵਿੱਚ ਖਲਾਰਾ ਕਹਿ ਲਓ ਕਿ ਪਾਉਣਾ ਸੀ ਸਿੱਖਾਂ ਦੇ ਆਪੋ ਵਿੱਚ। ਸੈਕੰਡ ਉਹਨਾਂ ਦਾ ਜਿਹੜਾ ਵੱਡਾ ਜਿਹੜਾ ਮਕਸਦ ਸੀਗਾ ਉਹ ਇਹ ਸੀ ਕਿ ਜਿਹੜੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਆ ਉਹਨੂੰ ਕੰਪਲੀਟਲੀ ਡੀਸਟੇਬਲਾਈਜ਼ ਕਰਨਾ ਕੈਨੇਡਾ ਦੇ ਵਿੱਚ। ਤੇ ਉਹਦੇ ਵਿੱਚ ਜਿਹੜਾ MK ਧਾਰਿਆ ਮਲੋਈ ਕ੍ਰਿਸ਼ਨਾ ਧਰ ਜਿਹੜਾ ਰਾਅ ਦਾ ਪਹਿਲਾਂ ਹੈਡ ਹੁੰਦਾ ਸੀਗਾ, ਜਿਹੜਾ ਆਪ ਕੈਨੇਡਾ ਦੇ ਵਿੱਚ ਕੰਮ ਕਰਕੇ ਵੀ ਗਿਆ ਇਹ ਕੰਮ ਜਿਹੜੇ ਆ, ਉਹਦੀ ਆਪ ਜਿਹੜੀ ਬੁੱਕ ਆ ਓਪਨ ਸੀਕ੍ਰੇਟਸ ਸਾਰਾ ਕੁਝ ਉਹਦੇ ਵਿੱਚ ਵੀ ਦਰਜ ਆ। ਪਰ ਉਹ ਜਿਹੜੀ 1980s ਤੋਂ ਲੈ ਕੇ ਹੁਣ ਤੱਕ ਇਸ ਦਖਲਅੰਦਾਜ਼ੀ ਜਿਹੜੀ ਆ ਲਗਾਤਾਰ ਰਹੀ ਆ। ਇਹਦੇ ਵਿੱਚ ਕੈਨੇਡਾ ਨੇ ਜਿਹੜੇ ਮਾਡਰਨ ਕਹਿ ਲਓ ਕਿ ਗੱਲ ਜਿਹੜੀ ਬਾਹਲੀਆਂ ਆਪਾਂ ਜਿਹੜੀਆਂ ਗੱਲਾਂ ਨਾ ਕਰੀਏ ਵਿੱਚ ਮਾਡਰਨ ਡਿਜ਼ਾਈਨ ਦੇ ਵਿੱਚ ਵੀ ਆ ਜਾਈਏ। 2001 ਬਹੁਤ ਵੱਡਾ ਜਿਹੜਾ ਖੁਲਾਸਾ ਹੁਣ ਹੋ ਰਿਹਾ ਇਹ ਸਾਰੀ ਭਾਈ ਹਰਦੀਪ ਸਿੰਘ ਦੀ ਸ਼ਹੀਦੀ ਦੇ ਵਿੱਚ ਤੇ ਇਹ ਜਿਹੜੀ ਦਖਲਅੰਦਾਜ਼ੀ ਦੇ ਵਿੱਚ ਕਿ 2016 ਤੇ 17 ਦੇ ਵਿੱਚ ਜਿਹੜੀ ਕੈਨੇਡਾ ਦੀ ਨੈਸ਼ਨਲ ਇੰਟੈਲੀਜੈਂਸ ਏਜੰਸੀ ਆ ਉਹਨੂੰ ਸੀਸਸ ਕਹਿੰਦੇ ਆ, ਉਹਨਾਂ ਨੇ ਇੱਕ ਚੀਜ਼ ਇੱਥੇ ਲੱਭੀ ਕਿ ਇੱਥੇ ਕੈਨੇਡਾ ਦੇ ਵਿੱਚ ਵੈਨਕੂਵਰ ਦਾ ਜਿਹੜਾ ਕੌਂਸਲ ਜਨਰਲ ਆ ਅਮਰਜੀਤ ਰਾਏ, ਉਹ ਬੰਦਾ ਜਿਹੜਾ ਆ ਉਹਨੇ ਇੱਕ ਇੱਥੇ ਨੈਕਸਸ ਪੈਦਾ ਕੀਤਾ ਆ ਇੰਡੀਅਨ ਇੰਟੈਲੀਜੈਂਸ ਦਾ। ਉਹ ਕੀ ਕਰ ਰਿਹਾ ਆ ਕਿ ਉਹ ਸਿੱਖਾਂ ਦੇ ਉੱਤੇ ਪ੍ਰੈਸ਼ਰ ਐਗਜ਼ਰਟ ਕਰ ਰਿਹਾ ਆ। ਪ੍ਰੈਸ਼ਰ ਕਿੱਦਾਂ ਐਗਜ਼ਰਟ ਕਰ ਰਿਹਾ ਆ ਕਿ ਜਿਹੜੇ ਵੀਜ਼ੇ ਨੂੰ ਵਰਤ ਕੇ ਇੱਕ ਬਲੈਕਮੇਲਿੰਗ ਟੂਲ ਵਾਂਗ ਉਹਨੂੰ ਯੂਜ਼ ਕਰ ਰਿਹਾ ਆ ਕਿ ਬੰਦਿਆਂ ਨੇ ਵੀਜ਼ੇ ਲਈ ਅਪਲਾਈ ਕਰਨਾ ਆ, ਭਾਵੇਂ ਗੁਰਦੁਆਰੇ ਦੇ ਬੰਦੇ ਹੋਣ ਜਾਂ ਉਹ ਸਿੱਖ ਜਥੇਬੰਦੀਆਂ ਦੇ ਹੋਣ, ਉਹਨਾਂ ਨੂੰ ਤੰਗ ਕਰਨਾ। ਜਿਹੜੇ ਲੋਕ ਜਿਹੜੇ ਆ ਉਹਨਾਂ ਨੂੰ ਤੱਕ ਇਹ ਵੀਜ਼ੇ ਨੂੰ ਬਲੈਕਮੇਲ ਉਹਨਾਂ ਨੇ ਵਰਤਣਾ। ਸੈਕੰਡ ਗੱਲ ਉਹ ਕੀ ਕਰ ਰਿਹਾ ਜਿਹੜੇ ਪੰਜਾਬ ਜਾਣਾ ਚਾਹੁੰਦੇ, ਗੱਲ ਨੂੰ ਥੋੜਾ ਹੋਰ ਸਪਸ਼ਟ ਕਰ ਦਈਏ, ਉਹਨਾਂ ਨੂੰ ਇੰਡੀਆ ਦਾ ਵੀਜ਼ਾ ਚਾਹੀਦਾ, ਉਹਨਾਂ ਨੂੰ ਐਜ ਬਲੈਕਮੇਲ ਕਰਨਾ ਤੇ ਉਹਨਾਂ ਨੂੰ ਪਹਿਲਾਂ ਡਿਨਾਈ ਕਰਨਾ, ਫਿਰ ਉਹਨਾਂ ਨੂੰ ਆਫਿਸ ਦੇ ਵਿੱਚ ਸੱਦਣਾ, ਆਫਿਸ ਦੇ ਵਿੱਚ ਸੱਦ ਕੇ ਉਹਨਾਂ ਨੂੰ ਫਿਰ ਬੜੀ ਮੱਚ ਇੱਕ ਪਲਾਨਿੰਗ ਕਰਨੀ ਕਿ ਜੇ ਹੁਣ ਜਾਣਾ ਆ ਏਦਾਂ ਜਾਣਾ ਪੈਣਾ, ਜੇ ਸਾਨੂੰ ਆ ਇਨਫੋਰਮੇਸ਼ਨ ਮਿਲਦੀ ਹੈ। ਕਈ ਬੰਦੇ ਉਹ ਏਦਾਂ ਜਿਹੜੇ ਆ ਜਥੇਬੰਦੀਆਂ ਦੇ ਵਿੱਚੋਂ ਤਾਂ ਗੁਰਦੁਆਰਿਆਂ ਦੇ ਵਿੱਚੋਂ ਜੋ ਹੋਰ ਸਪੇਸਿਸ ਦੇ ਵਿੱਚੋਂ ਆਮ ਨਾਗਰਿਕਾਂ ਨੂੰ ਏਦਾਂ ਪੱਟ ਲੈਂਦੇ ਆ ਜਾਂ ਉਹਨਾਂ ਨੂੰ ਧਮਕਾ ਦਿੰਦੇ ਆ। ਦੂਜੇ ਪਾਸੇ ਜੋ ਹੋ ਰਿਹਾ ਸੀ ਕਿ ਉਹ ਕੀ ਕਰ ਰਿਹਾ ਸੀ, ਉਹਨੇ ਜਿਹੜੀ ਕੈਨੇਡਾ ਦੇ ਵਿੱਚ ਇਲੈਕਸ਼ਨਸ ਹੋ ਰਹੇ ਸੀ ਇਹ ਨਾਲ ਜਿਹੜੀ ਰਿਪੋਰਟ ਆ ਇਹ ਜਿੰਨੇ ਵੀ MP ਕੈਨੇਡਾ ਦੇ ਵਿੱਚ ਆ ਉਹਨੂੰ 2019 ਦੇ ਵਿੱਚ ਦਿੱਤੀ ਗਈ ਹੈ। ਗੱਲਾਂ ਜਿਹੜੀਆਂ ਇਹ 2016 ਤੇ 17 ਦੀਆਂ ਆ ਤੇ ਇਹਨੂੰ ਮੈਂ ਲਿੰਕ ਇੱਕ ਮਿੰਟ 'ਚ ਹੀ ਕਰ ਦਿੰਦਾ ਕਿ ਕੀ ਗੱਲ ਹੋ ਰਹੀ ਹੈ। ਉਹ ਜਿਹੜੀ ਉਹ ਕੀ ਕਰ ਰਿਹਾ ਸੀ ਕਿ ਉਹਨੇ ਮਿਡਲ ਮੈਨ ਵਰਤਣੇ। ਹਰੇਕ ਦੇਸ਼ ਵਿੱਚ ਇਹੀ ਹੁੰਦਾ, ਡਾਇਰੈਕਟਲੀ ਜਿਹੜੀ ਇੰਡੀਅਨ ਸਟੇਟ ਇਹ ਕੰਮ ਨਹੀਂ ਕਰਦੀ, ਉਹਨਾਂ ਨੇ ਆਪਣੇ ਬੰਦੇ ਰੱਖੇ ਹੁੰਦੇ ਆ।
ਸੋ ਉਹਨਾਂ ਨੇ ਕਿਸੇ ਕੈਨੇਡੀਅਨ ਸਿਟੀਜ਼ਨ ਜਿਹੜਾ ਉਹਨਾਂ ਦੇ ਨਾਲ ਕੰਮ ਕਰ ਰਿਹਾ ਹੈ ਜਾਂ ਉਹਨਾਂ ਦੀ ਪੇਰੋਲ ਦੇ ਉੱਤੇ ਹੈ ਜਾਂ ਉਦੋਂ ਹੀ ਆਪਣਾ ਫਾਇਦਾ ਲੈਣ ਲਈ ਉਹਨਾਂ ਦੇ ਨਾਲ ਹੈ, ਉਸ ਮਿਡਲਮੈਨ ਦੇ ਰਾਹੀਂ ਇਹਨਾਂ ਨੇ ਕਈ ਇਲੈਕਸ਼ਨ ਕੈਂਪੇਨਸ ਜਿਹੜੇ ਆ ਫੰਡ ਕੀਤੇ ਉਸ ਮਿਡਲਮੈਨ ਰਾਹੀਂ। ਸੋ ਡੋਨੇਸ਼ਨਸ ਜਿਹੜੇ ਆ ਉਹ ਮਿਡਲਮੈਨ ਦੇ ਰਿਹਾ ਆ, ਇੰਡੀਅਨ ਕੌਂਸਲ ਦਾ ਨਾਮ ਵਿੱਚ ਹੈ ਨਹੀਂ। ਰਿਪੋਰਟ ਦੇ ਵਿੱਚ ਇਹ ਦਰਜ ਹੈ ਕਿ ਅਮਰਜੀਤ ਰਾਏ ਇਹ ਕੰਮ ਮਿਡਲਮੈਨਸ ਤੋਂ ਕਰਾ ਰਿਹਾ ਹੈ, ਤੇ ਉਹ ਜਿਹੜੇ ਮਿਡਲਮੈਨ ਆ ਉਹਨਾਂ ਨੇ ਕਿਸੇ ਡੋਨੇਸ਼ਨ ਜਿਹੜਾ ਉਹ ਕੈਂਡੀਡੇਟ ਜਿਹੜਾ ਇੰਡੀਆ ਨੂੰ ਸੂਟੇਬਲ ਆ, ਸੋ ਜਿੱਥੇ ਸਿੱਖਾਂ ਦੇ ਕੋਈ ਕੈਂਡੀਡੇਟ ਆ ਜਿਹਦਾ ਕਹਿ ਲਓ ਕਿ ਭਾਈ ਜਗਮੀਤ ਸਿੰਘ ਆ, ਕਿ ਉਹਦੇ ਖਿਲਾਫ ਕੋਈ ਕੈਂਡੀਡੇਟ ਆ, ਉਸ ਕੈਂਡੀਡੇਟ ਨੂੰ ਫੰਡ ਕਰਨਾ। ਇਦਾਂ ਦੇ ਕੈਂਡੀਡੇਟ ਸੋਚ ਆਉਂਦੇ ਆ ਕਿ ਮੋਹਰੇ ਆਉਣ ਕੇ ਜਿਹੜੇ ਸਿੱਖਾਂ ਦੇ ਨੁਮਾਇੰਦੇ ਆ ਉਹ ਪਿੱਛੇ ਰਹਿ ਜਾਣ। ਸੋ ਇਹ ਜਿਹੜੀਆਂ ਗੱਲਾਂ ਇਹ ਇੱਕ ਕੰਪਲੀਟ ਡਿਸਰਿਗਾਰਡ ਆ ਸਿੱਖਾਂ ਦੇ ਮਸਲਿਆਂ ਦੇ ਵਿੱਚ ਤਾਂ ਦਖਲਅੰਦਾਜ਼ੀ ਹੋ ਰਹੀ ਹੈ, ਪਰ ਜਿਹੜੀ ਕੈਨੇਡਾ ਦੀ ਟੈਰੀਟੋਰੀਅਲ ਇੰਟੈਗ੍ਰਿਟੀ ਆ ਜਾਂ ਸੋਵਰਨਟੀ ਆ ਉਹਨੂੰ ਵੀ ਅੰਡਰਮਾਈਨ ਕੀਤਾ ਜਾ ਰਿਹਾ ਹੈ। ਸੋ ਇਹ ਜਿਹੜੀ ਲਗਾਤਾਰ ਨਾਲੇ ਉਹ ਜਿਹੜੀ ਰਿਪੋਰਟ ਆ ਉਹ ਦਿੱਤੀ ਗਈ ਸੀਗੀ ਪਬਲਿਕ ਸੇਫਟੀ ਮਿਨਿਸਟਰੀ ਨੂੰ ਐਟ ਦੀ ਐਂਡ ਆਫ 2017 ਦੇ ਐਂਡ ਦੇ ਵਿੱਚ ਜਾ ਕੇ ਉਹ ਰਿਪੋਰਟ ਦਿੱਤੀ ਗਈ ਪਬਲਿਕ ਸੇਫਟੀ ਮਿਨਿਸਟਰੀ ਨੂੰ। ਉਹਨਾਂ ਨੇ ਪ੍ਰਾਈਮ ਮਿਨਿਸਟਰ ਟਰੂਡੋ ਦੇ ਆਫਿਸ ਤੱਕ ਇਹ ਰਿਪੋਰਟ ਲੈ ਕੇ ਗਏ। ਪ੍ਰਾਈਮ ਮਿਨਿਸਟਰ ਟਰੂਡੋ ਦੇ ਆਫਿਸ ਦਾ ਜਵਾਬ ਇਹ ਸੀ ਕਿ ਅਸੀਂ ਇੰਡੀਆ ਨੂੰ ਫੈਬਰੂਅਰੀ ਦੇ ਵਿੱਚ ਜਾਣਾ ਹੈ, ਉਹਨੇ ਚਿਰ ਲਈ ਅਸੀਂ ਇਹ ਰਿਪੋਰਟ ਜਦ ਤੱਕ ਨਹੀਂ ਕਰਨੀ, ਕਿਉਂਕਿ ਰეკਮੈਂਡੇਸ਼ਨ ਸੀਸਸ ਦਾ ਸੁਰੱਖਿਅਤਾ ਜਿਹੜੀ ਏਜੰਸੀ ਆ ਉਹਦਾ ਇਹ ਸੀ ਕਿ ਇਹ ਜੋ ਹੋ ਰਿਹਾ ਆ ਇਹਨੂੰ ਅਸੀਂ ਬੰਦ ਕਰਨ ਲੱਗੇ ਆ। ਅਸੀਂ ਨੈਕਸਸ ਲੱਭ ਰਹੇ ਆ, ਸਾਡੇ ਕੋਲ ਐਵੀਡੈਂਸ ਹੈਗੀ ਆ, ਅਸੀਂ ਬੰਦੇ ਜਿਹੜੇ ਆ ਕੱਢ ਦੇਣੇ ਆ ਤੇ ਨੈਕਸਸ ਨੂੰ ਬੰਦ ਕਰ ਦੇਣਾ ਹੈ। ਪ੍ਰਾਈਮ ਮਿਨਿਸਟਰ ਤੇ ਪਬਲਿਕ ਸੇਫਟੀ ਮਿਨਿਸਟਰ ਦੇ ਆਫਿਸ ਦਾ ਜਵਾਬ ਸੀ ਕਿ ਹੋਲਡ ਕਰੋ, ਹਾਲੇ ਨਹੀਂ ਕੁਝ ਕਰਨਾ, ਕਿ ਇੰਡੀਆ ਨਾਲ ਪਹਿਲਾਂ ਮੀਟਿੰਗਾਂ ਹੋ ਜਾਣ। ਇੰਡੀਆ ਪ੍ਰਾਈਮ ਮਿਨਿਸਟਰ ਟਰੂਡੋ ਹੋ ਗਿਆ, ਬੜੀ ਚੰਗੀ ਤਰ੍ਹਾਂ ਉੱਥੇ ਜਲੀਲ ਹੋ ਕੇ ਆਇਆ ਮੁੜ ਕੇ, ਤੇ ਉਹਨਾਂ ਨੂੰ ਨਾਲ ਇਹ ਵੀ ਇੰਟੈਲੀਜੈਂਸ ਸ਼ੇਅਰਿੰਗ ਐਗਰੀਮੈਂਟਸ ਤੇ ਵੀ ਸਿਕਿਉਰਿਟੀ ਐਗਰੀਮੈਂਟਸ ਤੇ ਸਾਈਨ ਕਰ ਗਿਆ ਇੰਡੀਆ ਦੇ ਨਾਲ। ਜਦੋਂ ਮੁੜ ਕੇ ਆਇਆ ਉਹ ਸਾਰੀ ਗੱਲ ਦੱਬ ਦਿੱਤੀ ਗਈ, ਉਹ ਗੱਲ ਜਿਹੜੀ ਹੈ ਕਿਤੇ ਨਹੀਂ ਮੁੜ ਕੇ ਆਈ। ਉਹਨਾਂ ਨੇ ਅਮਰਜੀਤ ਨੂੰ ਵੀ ਖੋਲ ਦੇ ਦਿੱਤੀ ਤੇ ਨਾਲ ਕੋਈ ਵੀ ਨੈਕਸਸ ਨੂੰ ਉਹਨਾਂ ਨੇ ਭੰਗ ਨਹੀਂ ਕੀਤਾ। ਸੋ ਹਰਦੀਪ ਸਿੰਘ ਦੀ ਸ਼ਹੀਦੀ ਦੇ ਵਿੱਚ ਵੀ ਇੱਥੇ ਦੀ ਲੋਕਲ ਮਸਲਾ ਇਹ ਕਹਿੰਦਾ ਹੈ ਕਿ ਪਿਛਲੇ 6-7 ਸਾਲਾਂ ਤੋਂ ਕੈਨੇਡਾ ਵਾਸ ਆਲਰੇਡੀ ਅਵੇਅਰ, ਇਹਨਾਂ ਨੂੰ ਪਹਿਲਾਂ ਹੀ ਪਤਾ ਸੀ ਇਹ ਸਾਰਾ ਕੁਝ ਹੋ ਰਿਹਾ ਹੈ। ਇਹਨਾਂ ਨੇ ਐਕਚੁਅਲੀ ਅਲਾਉ ਕੀਤਾ ਇੰਡੀਆ ਨੂੰ ਇਸ ਸਟੇਜ ਤੱਕ ਆਉਣ ਲਈ ਕਿ ਕੈਨੇਡਾ ਦੀ ਧਰਤੀ ਦੇ ਉੱਤੇ ਇੱਕ ਸਿੱਖ ਲੀਡਰ ਨੂੰ ਗੁਰਦੁਆਰਾ ਸਾਹਿਬ ਦੇ ਪਰਿਕਰਮਾ ਦੇ ਵਿੱਚ ਆਣ ਕੇ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਜੀ, ਇਸ ਦੇ ਵਿੱਚ ਤਤਕਾਲੀ ਕਾਰਨਾਂ ਦੇ ਉੱਤੇ ਥੋੜਾ ਆਈਏ ਕਿ ਇੰਨੇ ਸੈਂਟਰ ਪੁਆਇੰਟ ਦੇ ਉੱਤੇ ਕਿਉਂ, ਜਿਸ ਦੇ ਵਿੱਚ ਸਪਸ਼ਟ ਰੂਪ 'ਚ ਇੱਕ ਭਾਈ ਹਰਦੀਪ ਸਿੰਘ ਨਿੱਜਰ ਹੋਰਾਂ ਦੀ ਸ਼ਹੀਦੀ ਬਣਦੀ ਹੈ। ਉਸ ਤੋਂ ਪਹਿਲਾਂ ਜੋ ਰਿਪੋਰਟ ਦੀ ਆਪਾਂ ਗੱਲ ਸ਼ੁਰੂ ਦੇ ਵਿੱਚ ਵੀ ਕੀਤੀ ਸੀ, ਜਿਹੜੀ ਕਿ ਬਹੁਤ ਇੱਕ ਡਿਟੇਲਸ ਦੇ ਵਿੱਚ ਰਿਪੋਰਟ ਸੀ, ਜਿਹਦੇ ਵਿੱਚ ਫੈਕਟ ਸੀ, ਇੱਕ ਐਕੈਡਮਿਕ ਤਰੀਕੇ ਦੇ ਨਾਲ ਲਿਖੀ ਗਈ ਸੀ, ਉਸ ਦਾ ਉਸ ਵਕਤ ਕੀ ਰਿਸਪੌਂਸ ਰਿਹਾ? ਕੀ ਤੁਹਾਨੂੰ ਲੱਗਿਆ ਉਸ ਵਕਤ ਮਹਿਸੂਸ ਹੋਇਆ ਸੀ ਕਿ ਵਾਕਈ ਇਹ ਇੰਪੈਕਟ ਅੱਗੇ ਜਾ ਕੇ ਪਾਊਗੀ ਰਿਪੋਰਟ ਜੋ BC ਗੁਰਦੁਆਰਾ ਸਾਹਿਬ ਅਤੇ ਅੰਟਾਰੀਓ ਗੁਰਦੁਆਰਾ ਕਮੇਟੀਜ਼ ਦੇ ਵੱਲੋਂ ਰਿਲੀਜ਼ ਕੀਤੀ ਗਈ ਸੀ? ਸਾਨੂੰ ਸੀਗਾ ਕਿ ਸਾਡਾ ਕੰਮ ਆ ਰਿਪੋਰਟ ਲਿਖਣੀ, ਪੇਸ਼ ਕਰਨੀ ਤੇ ਉਹਦੇ ਉੱਤੇ ਮਗਰੋਂ ਲੈਵਰੇਜ ਉਹਦਾ ਬਣਾਉਣਾ, ਪ੍ਰੈਸ਼ਰ ਪਾਉਣਾ, ਜਿਹੜੇ ਚੁਣੇ ਹੋਏ ਨੁਮਾਇੰਦੇ ਆ, MPs ਆ, ਮਿਨਿਸਟਰਸ ਆ, ਉਹਨਾਂ ਤੱਕ ਸਾਡੀ ਗੱਲ, ਸਾਡਾ ਇਹ ਜਿਹੜਾ ਫਰਜ਼ ਬਣਦਾ ਹੈ, ਰਿਸਪੌਂਸਿਬਿਲਿਟੀ, ਜ਼ਿੰਮੇਵਾਰੀ ਹੈ, ਸਾਡਾ ਕੰਮ ਹੈ। ਸੋ ਅਸੀਂ ਤਾਂ ਕਰਨਾ ਹੀ ਸੀਗਾ। ਉਹਦਾ ਜਿਹੜਾ ਕੀ ਨਿਕਲਣਾ ਸੀ ਉਹਦੇ ਵਿੱਚ ਜਾਂ ਨਹੀਂ, ਕਦੀ ਉਹਦਾ ਪਤਾ ਨਹੀਂ ਹੁੰਦਾ ਕਿ ਜੇ ਪੋਲੀਟਿਕਸ ਬਦਲ ਜਾਂਦੀ ਹੈ, ਜੀਓ ਪੋਲੀਟਿਕਸ ਬਦਲ ਜਾਂਦੀ ਹੈ। ਉਹ ਰਿਪੋਰਟ ਜਿਹੜੀ ਸੀਗੀ ਉਸ ਟਾਈਮ ਤੇ ਉਹਨੇ ਥੋੜੀ ਜਿਹੀ ਨਿਊਜ਼ ਸਟੋਰੀਆਂ ਕਾਫੀ ਉਹਦੀਆਂ ਬਣ ਗਈਆਂ, ਕਿਉਂਕਿ ਉਦੋਂ ਜ਼ਿਆਦਾਤਰ ਚਾਈਨਾ ਤੇ ਰਸ਼ੀਆ ਤੇ ਫੋਕਸ ਹੋ ਰਿਹਾ ਸੀਗਾ ਕਿ ਇਹ ਕੈਨੇਡਾ ਦੇ ਮਸਲਿਆਂ ਦੇ ਵਿੱਚ ਦਖਲਅੰਦਾਜ਼ੀ ਕਰ ਰਹੇ ਆ। ਤੇ ਉਹ ਇੰਡੀਆ ਵੀ ਉਸ ਵਿੱਚ ਆ ਗਿਆ। ਉਹਦੇ ਵਿੱਚ ਕਾਫੀ ਮਾਰਚ ਅਪ੍ਰੈਲ ਦੇ ਵਿੱਚ ਕਾਫੀ ਇੰਟਰਵਿਊਜ਼ ਪਬਲਿਕ ਨਾਲ ਕੀਤੀਆਂ, ਮੀਡੀਆ ਦੇ ਨਾਲ ਕੀਤੀਆਂ, ਤੇ ਗੱਲ ਜਿਹੜੀ ਆ ਇੰਨੀ ਤੇਜ਼ੀ ਨਾਲ ਵੱਧ ਨਹੀਂ ਰਹੀ ਸੀ। ਪਤਾ ਉਹਨਾਂ ਨੂੰ ਲੱਗ ਗਿਆ ਸੀਗਾ ਕਿ ਅਸੀਂ ਕੁਝ ਲੱਭ ਲਿਆ ਆ ਤੇ ਅਸੀਂ ਇੱਕ 30 ਪੇਜ ਦੀ ਰਿਪੋਰਟ ਜਿਹੜੀ ਆ ਪਬਲਿਕ ਦੇ ਵਿੱਚ ਪੇਸ਼ ਕਰ ਦਿੱਤੀ ਹੈ। ਮੀਡੀਆ ਵਾਸ ਵੈਰੀ ਇੰਟਰਸਟਿਡ, ਉਹ ਬਹੁਤ ਇੰਟਰਸਟਿਡ ਸੀਗੇ ਸਾਡੀ ਗੱਲ ਦੇ ਨਾਲ। ਗਵਰਨਮੈਂਟ ਜਿਹੜੀ ਸੀਗੀ ਉਹ ਸਾਡੇ ਤੋਂ ਦੂਰ ਰਹਿ ਰਹੀ ਸੀ। ਜੂਨ ਦੇ ਵਿੱਚ ਭਾਈ ਹਰਦੀਪ ਸਿੰਘ ਦੀ ਸ਼ਹੀਦੀ ਤੋਂ ਕੁਝ ਹਫ਼ਤੇ ਪਹਿਲਾਂ ਜੂਡੀ ਥਾਮਸ ਜਿਹੜੀ ਇੱਥੇ ਕੈਨੇਡਾ ਦੀ ਸੁਰੱਖਿਆ ਏਜੰਸੀਜ਼ ਦੀ ਇੱਕ ਲੀਡਰ ਹੈ, ਸਪੋਕਸਪਰਸਨ ਆ, ਉਹਨੇ ਇਹ ਖੁਲਾਸਾ ਕਰ ਦਿੱਤਾ ਕਿ ਵਾਕਈ ਇੰਡੀਆ ਜਿਹੜਾ ਆ ਇੱਥੇ ਦਖਲਅੰਦਾਜ਼ੀ ਕਰ ਰਿਹਾ ਹੈ। ਸੋ ਰਿਪੋਰਟ ਦਾ ਇੰਪੈਕਟ ਪੈ ਰਿਹਾ ਸੀ, ਪਰ ਜੋ ਹੁਣ ਹੋ ਰਿਹਾ ਆ ਉਹ ਰਿਪੋਰਟ ਕਰਕੇ ਨਹੀਂ ਹੈਗਾ। ਅਸੀਂ ਐਵੇਂ ਗੱਲ ਕਹਿ ਦਈਏ ਕਿ ਉਹ ਸਾਡੀ ਰਿਪੋਰਟ ਰੱਖੀ ਹੈ ਤਾਂ ਸਾਰਾ ਕੁਝ ਹੋ ਰਿਹਾ ਹੈ। ਜੋ ਹੁਣ ਹੋ ਰਿਹਾ ਆ ਉਹ ਕੰਪਲੀਟਲੀ ਉਹ ਤੋਂ ਸੈਪਰੇਟ ਹੋ ਗਿਆ ਹੈ ਕਿ ਰਿਪੋਰਟ ਤਾਂ ਹੈਗੀ ਆ ਤੇ ਐਵੀਡੈਂਸ ਵੀ ਸੀਗਾ, ਪਰ ਇਹ ਜਿਹੜੀ ਗੱਲ ਆ ਇਹ ਐਵੀਡੈਂਸ ਬੇਸਡ ਗੱਲ ਨਹੀਂ ਜਿਹੜੀ ਸਾਡੀ ਉਹ ਚੱਲ ਰਹੀ ਆ। ਇਹ ਇੱਕ ਪੋਲੀਟੀਕਲ ਰਿਸਪੌਂਸ ਆ ਹੁਣ ਇੰਡੀਆ ਦੇ ਖਿਲਾਫ, ਤੇ ਇਹਦੇ ਵਿੱਚ ਜਿਹੜੀਆਂ ਦੂਜੇ ਦੇਸ਼ ਵੀ ਆ, ਭਾਵੇਂ ਉਹ ਫਾਈਵ ਆਈਜ਼ ਆ, ਆਸਟ੍ਰੇਲੀਆ ਆ, USA, ਉਹ ਡਟ ਕੇ ਖੜ ਗਏ ਆ ਕੈਨੇਡਾ ਦੇ ਨਾਲ ਕਿ ਤੁਸੀਂ ਗਾਂ ਆਪਣੀ ਕਾਰਵਾਈ ਕਰੋ। ਇਹ ਇੱਕ ਜੀਓ ਪੋਲੀਟੀਕਲ ਗੇਮ ਦੇ ਵਿੱਚ ਭਾਵੇਂ US ਜਿਹੜਾ ਆ ਕੈਨੇਡਾ ਨੂੰ ਵਰਤ ਕੇ
ਰਸ਼ੀਆ ਨੂੰ ਕਾਊਂਟਰ ਕਰ ਰਿਹਾ ਹੈ ਕਰਕੇ ਇੰਡੀਆ ਜਿਹੜਾ ਆ ਸਾਰਾ ਜਿਹੜਾ ਤੇਲ ਹੈ ਜੋ ਵੀ ਆ ਉੱਥੋਂ ਖਰੀਦ ਰਿਹਾ ਕਿ ਰਸ਼ੀਆ ਦਾ ਇੱਕੋ ਹੀ ਪਾਰਟਨਰ ਜਿਹੜਾ ਵੱਡਾ ਰਹਿ ਗਿਆ ਆ ਉਹ ਹੈਗਾ ਇੰਡੀਆ ਐਟ ਦ ਮੋਮੈਂਟ ਉਸ ਏਰੀਆ ਦੇ ਵਿੱਚ। ਤੇ ਉਹਦੇ ਵਿੱਚ ਇੱਕ ਹੋਰ ਵੱਡੀ ਜਿਹੜੀ ਜੀਓਪੋਲਿਟੀਕਲ ਗੇਮ ਚੱਲ ਰਹੀ ਹੈ ਉਹਦੇ ਵਿੱਚ ਸਿੱਖ ਜਿਹੜੇ ਆ ਇੱਕ ਹਿੱਸੇਦਾਰ ਆ ਹੁਣ। ਸੋ ਸਾਡਾ ਕੰਮ ਇਹ ਬਣਦਾ ਹੈ ਕਿ ਅਸੀਂ ਉਸ ਦੇ ਵਿੱਚ ਹੁਣ ਹਿੱਸੇਦਾਰ ਬਣ ਗਏ ਆ ਤੇ ਅਸੀਂ ਚੋਂ ਕੱਢਣਾ ਕੀ ਹੈ ਰਾਈਟ ਨਾਓ, ਸਾਡਾ ਕੀ ਲੈਵਰੇਜ ਹੈ। ਤੇ ਲੋਕਲ ਲੈਵਲ ਤੇ ਅਸੀਂ ਲੈਵਰੇਜ ਸਾਡਾ ਇਹ ਹੈ ਕਿ ਇਹ ਇੱਕ ਪਬਲਿਕ ਇਨਕੁਆਇਰੀ ਦੀ ਜਿਹੜੀ ਮੰਗ ਹੈ ਉਹ ਤੇਜ਼ੀ ਨਾਲ ਚੱਲ ਰਹੀ ਹੈ ਕਿ ਪਬਲਿਕ ਇਨਕੁਆਇਰੀ ਜਿਹੜੀ ਹੋਣੀ ਚਾਹੀਦੀ ਹੈ ਕਿ ਇੰਡੀਆ ਦੀ ਦਖਲਅੰਦਾਜ਼ੀ ਵਿੱਚ ਕਿ ਸਿਰਫ ਇਹ ਤਾਂ ਇੱਕ ਮਰਡਰ ਹੋਇਆ, ਅਸੈਸੀਨੇਸ਼ਨ ਹੋਇਆ ਹਰਦੀਪ ਸਿੰਘ ਦਾ, ਇਸ ਤੋਂ ਪਿੱਛੇ ਕਿੰਨਾ ਡੂੰਘਾਈ ਦੇ ਵਿੱਚ ਇੰਡੀਆ ਇੱਥੇ ਕੰਮ ਕਰ ਰਿਹਾ ਹੈ, ਕਿਹੜੇ ਉਹਦੇ ਏਜੰਟਸ ਆ, ਹੋਰ ਬੰਦੇ ਐਕਸਪੈਲ ਕਰਨ ਦੀ ਲੋੜ ਹੈ। ਤੇ ਦੂਜੀ ਗੱਲ ਜਿਹੜੀ ਬਹੁਤ ਵੱਡੀ ਹੈ ਕਿ ਜਿਹੜੀ ਇੰਟੈਲੀਜੈਂਸ ਸ਼ੇਅਰਿੰਗ ਅਗਰੀਮੈਂਟਸ ਆ ਉਹਨਾਂ ਨੂੰ ਰੱਦ ਕੀਤਾ ਜਾਵੇ ਇਮੀਡੀਏਟਲੀ। ਉਸ ਦੇ ਰਾਹੀਂ ਜਿੰਨੇ ਵੀ ਸਿੱਖ ਐਕਟਿਵਿਸਟ ਆ ਇੱਥੇ ਕੈਨੇਡਾ ਦੇ ਵਿੱਚ ਉਹਨਾਂ ਦੀ ਇਨਫੋਰਮੇਸ਼ਨ ਇੰਡੀਆ ਨੂੰ ਜਾਂਦੀ ਹੈ ਤੇ ਇੰਡੀਆ ਜਿਹੜੀ ਆ ਆਪਣਾ ਜਿਹੜਾ ਪ੍ਰੋਪਾਗੈਂਡਾ ਮੀਡੀਆ ਦਾ ਆ ਜੋ ਵੀ ਆ ਉਹ ਇਨਫੋਰਮੇਸ਼ਨ ਕੈਨੇਡਾ ਨੂੰ ਦਿੰਦਾ ਤੇ ਕੈਨੇਡਾ ਨੇ ਵਰਬੇਟਮ ਮਤਲਬ ਕਿ ਅੰਨੇ ਹੋ ਕੇ ਉਹ ਮੰਨ ਲਿਆ। ਤੇ ਇੱਥੇ ਜਿਹੜੇ ਕਈ ਸਿੱਖ ਐਕਟਿਵਿਸਟ ਆ ਉਹਨਾਂ ਦੇ ਬੈਂਕ ਅਕਾਊਂਟ ਸੀਜ਼ ਹੋਏ ਆ, ਕਈ ਬੰਦੇ ਨੋ ਫਲਾਈ ਲਿਸਟ ਤੇ ਆ, ਕਈ ਅਮਰੀਕਾ ਦੇ ਬਾਰਡਰ ਵੀ ਨਹੀਂ ਕ੍ਰਾਸ ਕਰ ਸਕਦੇ, ਕਈ ਜਿਹੜੇ ਆ ਉਹ ਬੇਸਿਕਲੀ ਉਹਨਾਂ ਨੂੰ ਲਾਈਕ ਐਜ਼ ਅ ਇੱਕ ਸਰਵੇਲੈਂਸ ਉਹਨਾਂ ਤੇ ਚੱਲ ਰਹੀ ਹੈ, ਉਹਨਾਂ ਦੇ ਘਰਾਂ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਵੀ, ਪਲੇਟਫਾਰਮਸ ਤੇ। ਸੋ ਇੱਕ ਉਹਨਾਂ ਨੂੰ ਤੰਗ ਕਰਨ ਦਾ ਤਰੀਕਾ ਇਹ ਸਿਕਿਉਰਿਟੀ ਏਜੰਸੀਜ਼ ਦੀ ਐਗਰੀਮੈਂਟਸ ਆ। ਸੋ ਅਸੀਂ ਚਾਹੁੰਦੇ ਹਾਂ ਕਿ ਇਹ ਦੋ ਗੱਲਾਂ ਜਿਹੜੀਆਂ ਸਾਡਾ ਲੈਵਰੇਜ ਇਸ ਜੀਓਪੋਲਿਟੀਕਲ ਗੇਮ ਦੇ ਵਿੱਚ ਇਹ ਆ ਕਿ ਜਿਹੜੀ ਗੇਮ ਆ ਉਹ ਤਾਂ ਬਹੁਤ ਵੱਡੀ ਆ ਤੇ ਇਹਦੇ ਵਿੱਚ ਅਸੀਂ ਜੇ ਹਿੱਸੇਦਾਰ ਹੁਣ ਬਣੇ ਆ ਤੇ ਅਸੀਂ ਇਹਦੇ ਵਿੱਚੋਂ ਕੁਝ ਚੀਜ਼ਾਂ ਜਿਹੜੀਆਂ ਪੰਥ ਲਈ ਅਤ ਜ਼ਰੂਰੀ ਹੈ ਕੈਨੇਡਾ ਦੇ ਵਿੱਚ ਅਸੀਂ ਉਹ ਕੱਢ ਲਈਏ। ਜੀ, ਤੁਸੀਂ ਪਬਲਿਕ ਇਨਕੁਆਇਰੀ ਦੀ ਗੱਲ ਕੀਤੀ ਹੈ, ਇਹਨੂੰ ਥੋੜਾ ਜਿਹਾ ਆਮ ਸ਼ਬਦਾਂ ਦੇ ਵਿੱਚ ਹੋਰ ਸਪਸ਼ਟ ਕਰੋਗੇ ਕਿ ਇਹ ਕਿਸ ਤਰ੍ਹਾਂ ਪ੍ਰੋਸੀਡ ਕਰਦੀ ਆ? ਇਹ ਅਦਾਲਤੀ ਕਾਰਵਾਈ ਹੁੰਦੀ ਆ? ਕਿਉਂਕਿ ਕੁਝ ਗੱਲਾਂ ਤਾਂ ਹੁਣ ਜ਼ਮੀਨ ਦੇ ਵਿੱਚ ਸਾਹਮਣੇ ਆ ਹੀ ਗਈਆਂ ਨੇ, ਜਾਂ ਤੁਸੀਂ ਚਾਹੁੰਦੇ ਹੋ ਕਿ ਇਦੋਂ ਹੋਰ ਡੀਪ ਡਿਗ ਕਰਕੇ ਉਹਨਾਂ ਨੂੰ ਹੋਰ ਲੈਜੀਟੀਮੇਟ ਕੀਤਾ ਜਾਵੇ, ਜਿਨ੍ਹਾਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ, ਜਿਹੜੀਆਂ ਅਖਬਾਰਾਂ ਦੀਆਂ ਰਿਪੋਰਟਸ ਵੀ ਨੇ, ਇੰਟੈਲੀਜੈਂਸ ਦੀਆਂ ਰਿਪੋਰਟਸ ਵੀ ਨੇ, ਜਿਵੇਂ ਹੁਣ ਇਹ ਪਾਰਲੀਮੈਂਟ ਦੇ ਵਿੱਚ ਆ ਕੇ ਲੈਜੀਟੀਮੇਟ ਹੋ ਗਈਆਂ ਨੇ, ਇਹਨੂੰ ਥੋੜਾ ਹੋਰ ਸਪਸ਼ਟ ਕਰ ਦੋਗੇ? ਹਾਂਜੀ, ਹੁਣ ਜਿੱਦਾਂ ਪਾਰਲੀਮੈਂਟ ਦੇ ਵਿੱਚ ਗੱਲ ਜਿਹੜੀ ਲੈਜੀਟੀਮਾਈਜ਼ ਹੋਈ ਸੀਗੀ ਉਹ ਸ਼ਬਦਾਂ ਦੇ ਵਿੱਚ ਕੀਤੀ ਗਈ ਸੀ, ਉਹਦੇ ਵਿੱਚ ਕੋਈ ਮੋਸ਼ਨ ਜਾਂ ਕੋਈ ਉਹਦੇ ਵਿੱਚ ਕੋਈ ਐਕਸ਼ਨ ਨਹੀਂ ਹੈਗਾ। ਉਹ ਤਾਂ ਬੰਦਾ ਟਰੂਡੋ ਨੇ ਕਹਿ ਦਿੱਤਾ, ਬਾਕੀ ਆਪੋਜੀਸ਼ਨ ਲੀਡਰ ਵੀ ਖੜ ਗਏ, ਉਹਨਾਂ ਨੇ ਵੀ ਕਹਿ ਦਿੱਤਾ। ਇਮੀਡੀਏਟਲੀ 24 ਘੰਟਿਆਂ ਦੇ ਵਿੱਚ ਜਿਹੜਾ ਕੰਸਰਵੇਟਿਵ ਲੀਡਰ ਹੈ ਇੱਥੇ ਕੈਨੇਡਾ ਦੇ ਵਿੱਚ ਉਹ ਮੁੱਕਰ ਗਿਆ। ਹੁਣ ਦਿਨ ਬਾਏ ਦਿਨ ਉਹ ਮੁੱਕਰੀ ਜਾ ਰਿਹਾ ਹੈ। ਐਕਚੁਅਲੀ ਉਹਦੇ ਜਿਹੜੇ ਸਟੇਟਮੈਂਟਸ ਆ ਕੁਆਇਟ ਹੈਵਲੀ ਹੁਣ ਇੰਡੀਆ ਦੇ ਸਪੋਰਟ ਦੇ ਵਿੱਚ ਆਉਣੇ ਆ ਕਿ ਜੋ ਟਰੂਡੋ ਕਰ ਰਿਹਾ ਗਲਤ ਕਰ ਰਿਹਾ ਹੈ। ਉਸ ਦਿਨ ਤਾਂ ਪ੍ਰੈਸ਼ਰ ਥੱਲੇ ਆਣ ਕੇ ਉਹਨੇ ਕਹਿ ਦਿੱਤਾ, ਇਮੀਡੀਏਟਲੀ ਮੁੱਕਰ ਗਿਆ 24 ਘੰਟਿਆਂ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਵਿੱਚ, ਤੇ ਮਗਰੋਂ ਹੁਣ ਦਿਨ ਬਾਏ ਦਿਨ ਉਧਰ ਨੂੰ ਜਾ ਰਿਹਾ ਹੈ। ਕੋਈ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈਗੀ ਜਿਹੜਾ ਟਰੂਡੋ ਗਵਰਨਮੈਂਟ ਵੀ ਆ ਉਹਨੇ ਇਸ ਮੁੱਦੇ ਤੇ ਖੜੇ ਰਹਿਣਾ ਹੈ, ਮੁੱਦੇ ਤੇ ਖੜੇ ਰਹਿਣਾ। ਹੋ ਸਕਦਾ ਹੈ 6 ਮਹੀਨਿਆਂ ਨੂੰ ਇਹ ਜਿਹੜਾ ਇਸ਼ੂ ਡ੍ਰੌਪ ਹੀ ਹੋ ਜਾਵੇ। ਜੇ ਅਸੀਂ ਕੋਈ ਲੌਂਗ ਟਰਮ ਸੋਲੂਸ਼ਨ ਚਾਹੁੰਦੇ ਹਾਂ, ਸਿਆਸਤ ਸਾਡੀ ਤਾਂ ਇਹ ਕਹਿੰਦੀ ਹੈ ਕਿ ਅਸੀਂ ਇਹਨਾਂ ਨੂੰ ਕਿਸੇ ਦਾਇਰੇ ਦੇ ਵਿੱਚ ਲਿਆਈਏ ਕਿ ਇੱਕ ਮੋਸ਼ਨ ਜਿਹੜਾ ਪਾਰਲੀਮੈਂਟ 'ਚ ਪਾਸ ਹੋਵੇ ਤੇ ਲਾਈਕ ਐਜ਼ ਐਨ ਉਹਦੇ ਵਿੱਚ ਜਿਹੜੀ ਇਨਕੁਆਇਰੀ ਆ, ਇਨਕੁਆਇਰੀ ਇਹ ਨਹੀਂ ਹੈਗੀ ਕਿ ਸਿਰਫ ਤੁਸੀਂ ਕਹਿ ਦਿੱਤਾ ਤੇ ਗੱਲ ਫਿਨਿਸ਼। ਉਹਦੇ ਵਿੱਚ ਇੱਕ ਡੀਪ ਡਾਈਵ ਹੋਣਾ ਆ ਕਿ ਪਿਛਲੀਆਂ ਜਿੰਨੀ ਵੀ ਇੰਟੈਲੀਜੈਂਸ ਏਜੰਸੀਜ਼ ਆ ਉਹਨਾਂ ਨੂੰ ਇਨਫੋਰਮੇਸ਼ਨ ਦੇਣੀ ਪੈਣੀ ਹੈ। ਇੱਥੇ ਇਨਸੈਟ ਆ, ਨੈਸ਼ਨਲ ਸਿਕਿਉਰਿਟੀ ਵਿਜੀਲੈਂਸ ਪੁਲਿਸ ਦਾ, ਸੀਸਸ ਆ ਜਿਹੜੀ ਸਿਕਿਉਰਿਟੀ ਇੰਟੈਲੀਜੈਂਸ ਰੱਖਿਆ ਏਜੰਸੀ ਆ, ਇਹ ਸਾਰਿਆਂ ਨੂੰ ਉਹਦੇ ਵਿੱਚ ਇਨਵੋਲਵ ਹੋਣਾ ਪੈਣਾ। ਜਿੰਨੀ ਵੀ ਇਨਫੋਰਮੇਸ਼ਨ ਇਹਨਾਂ ਦੇ ਕੋਲ ਹੈ ਪਿਛਲੇ 40 ਸਾਲਾਂ ਦੀ, ਸਾਰੀ ਇਹਨਾਂ ਨੂੰ ਹੈਂਡ ਓਵਰ ਕਰਨੀ ਪੈਣੀ ਹੈ। ਉਹਦੇ ਵਿੱਚ ਜੋ ਚੋਂ ਨਿਕਲਣਾ ਆ ਉਹ ਇਹ ਆ ਕਿ ਇਹਨਾਂ ਦੇ ਕੋਲ ਕਾਫੀ ਟਾਈਮਸ ਇਨਫੋਰਮੇਸ਼ਨ ਹੁੰਦੀ ਹੈ, ਐਵੀਡੈਂਸ ਥੋੜਾ ਹੁੰਦਾ ਆ, ਇਹ ਕਾਰਵਾਈ ਨਹੀਂ ਕਰ ਸਕਦੇ। ਪਬਲਿਕ ਇਨਕੁਆਇਰੀ ਦੇ ਵਿੱਚ ਉਹ ਇਨਫੋਰਮੇਸ਼ਨ ਜਿਹੜਾ ਹੈ ਉਹ ਜਨਤਕ ਹੋ ਜਾਣਾ ਹੈ ਟੂ ਅ ਡਿਗਰੀ। ਉਹ 'ਚ ਜ਼ਿਆਦਾ ਪਤਾ ਲੱਗਣਾ ਹੈ ਕਿ ਕਿੰਨੇ ਕੁ ਥਾਵਾਂ ਦੇ ਵਿੱਚ ਇਹ ਦਖਲਅੰਦਾਜ਼ੀ ਕਰ ਰਹੇ ਆ, ਕਿਹੜੇ ਉਹ ਸਪੇਸਿਸ ਆ, ਕਿਹੜੇ ਕੋ ਇੰਡੀਵਿਜੂਅਲਸ ਇੱਥੇ ਹੁਣ ਜਿਹੜੇ ਉਹ ਆਪਰੇਟ ਕਰ ਰਹੇ ਆ। ਸੋ ਉਹ ਸਾਰਾ ਕੁਝ ਜਦੋਂ ਅਸੀਂ ਪਬਲਿਕ ਇਨਕੁਆਇਰੀ ਦੀ ਗੱਲ ਕਰਦੇ ਹਾਂ ਉਹ ਸਿਰਫ ਸ਼ਬਦਾਂ ਦੇ ਵਿੱਚ ਨਹੀਂ ਹੈਗੀ। ਹੁਣ ਜਿੱਦਾਂ ਇਹਨਾਂ ਨੇ ਇੱਕ ਬੰਦਾ ਜਿਹੜਾ ਪਵਨ ਕੁਮਾਰ ਰਾਏ, ਉਹਨੂੰ ਇੰਡੀਆ ਦਾ ਇੰਟੈਲੀਜੈਂਸ ਦਾ ਹੈਡ ਬਣਾ ਕੇ ਕੈਨੇਡਾ ਦੇ ਵਿੱਚ ਉਹਨੂੰ ਦੱਸਿਆ ਗਿਆ ਹੈ ਕਿ ਇਹ ਬੰਦਾ ਇੱਥੇ ਆਪਰੇਟ ਕਰ ਰਿਹਾ ਹੈ ਹਾਈ ਕਮਿਸ਼ਨ ਆਫਿਸ ਚੋਂ, ਜਿਹੜਾ ਇੰਡੀਆ ਦਾ ਹਾਈ ਕਮਿਸ਼ਨ ਆਫਿਸ ਹੈ, ਉਹਨੂੰ ਕੱਢ ਦਿੱਤਾ ਗਿਆ। ਇਹਦਾ ਮਤਲਬ ਇਹ ਹੈ ਕਿ ਉਹਨਾਂ ਨੇ ਕੁਝ ਅਨਕਵਰ ਕੀਤਾ ਹੈ ਕਿ ਇਸ ਬੰਦੇ ਨੂੰ ਕੱਢਣਾ ਪਿਆ ਉਹਨਾਂ ਨੂੰ। ਸਾਡੇ ਮੁਤਾਬਕ ਜੇ ਅਸੀਂ ਪਬਲਿਕ ਇਨਕੁਆਇਰੀ ਕਰਦੇ ਹਾਂ, ਇੱਦਾਂ ਦੇ 10, 15, 100 ਬੰਦੇ ਹੋਰ ਲੱਭਣੇ ਕਿ ਜੇ ਉਹਨਾਂ ਦਾ ਨੈਕਸਸ ਇੱਥੋਂ ਟੁੱਟਦਾ ਹੈ ਉਹ ਇਨਕੁਆਇਰੀ ਨਾਲ ਟੁੱਟਣਾ ਹੈ। ਨਹੀਂ ਤਾਂ ਇੱਥੇ ਅਸੀਂ ਆਫਟਨ ਇਹ ਕਹਿੰਦੇ ਹਾਂ ਕਿ ਹੁਣ ਟਰੂਡੋ ਚੰਗਾ ਹੋ ਗਿਆ। 5 ਸਾਲ ਪਹਿਲਾਂ ਜਦੋਂ ਇੱਥੇ ਤੁਹਾਨੂੰ ਚੇਤਾ ਹੋਣਾ ਹੈ ਕਿ ਆਪਾਂ ਇੱਥੇ ਇੱਕ ਬਹੁਤ ਵੱਡੀ ਲੜਾਈ ਲੜੀ ਕੈਨੇਡਾ ਦੇ ਵਿੱਚ, ਜਿੱਥੇ ਸਿੱਖਾਂ ਤੇ ਖਾਲਿਸਤਾਨੀ ਐਕਸਟ੍ਰੀਮਿਜ਼ਮ ਇੱਕ ਰਿਪੋਰਟ ਦੇ ਵਿੱਚ ਆ ਗਿਆ ਕਿ ਸਿੱਖ ਕਮਿਊਨਿਟੀ ਐਕਸਟ੍ਰੀਮਿਸਟ ਕਮਿਊਨਿਟੀ ਹੈ। ਸਾਨੂੰ 6 ਮਹੀਨੇ ਲੱਗੇ ਉਸ ਰਿਪੋਰਟ ਨੂੰ ਰਿਟਰੈਕਸ਼ਨ ਲਿਆਉਣ ਲਈ, ਤੇ ਉਹ ਵੀ ਟਰੂਡੋ ਦੇ ਥੱਲੇ ਹੀ ਹੋਇਆ।
ਪਹਿਲੀ ਕਦੀ ਵੀ ਕੋਈ ਕੰਜ਼ਰਵੇਟਿਵ ਗਵਰਨਮੈਂਟ ਥੱਲੇ ਵੀ ਨਹੀਂ ਹੋਇਆ, ਉਹ ਵੀ ਇੱਕ ਲਿਬਰਲ ਗਵਰਨਮੈਂਟ ਥੱਲੇ ਹੋਇਆ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਕਿਸੇ ਦੇ ਉੱਤੇ ਇਹੋ ਜਿਹਾ ਆਸ ਨਹੀਂ ਰੱਖ ਸਕਦੇ ਕਿ ਅੱਜ ਜੇ ਸਾਡੇ ਹੱਕ ਦੇ ਵਿੱਚ ਭੁਗਤੇ ਤਾਂ ਆ ਕਰਕੇ ਉਹਨਾਂ ਨੂੰ ਵੀ ਕੁਝ ਇਸ ਗੱਲ 'ਚ ਫਾਇਦਾ ਹੈ। ਉਹਨਾਂ ਦੇ ਵੀ ਵਿੱਚ ਕੋਈ ਵੱਡੀਆਂ ਤਾਕਤਾਂ ਕੰਮ ਕਰ ਰਹੀਆਂ ਲਾਈਕ ਦ ਯੂਨਾਈਟਿਡ ਸਟੇਟਸ, ਕਿ ਸਾਨੂੰ ਇਸ ਗੱਲ ਦਾ ਆਈ ਥਿੰਕ ਕਦੀ ਵੀ ਸਾਈਟ ਇਹਦੀ ਗੱਲ ਵੀ ਸ਼ੁਡਨਟ ਲੂਜ਼ ਸਾਈਟ ਕਿ ਇਹਦਾ ਅਸੀਂ ਭੁਲੇਖੇ 'ਚ ਨਾ ਪਈਏ ਕਿ ਇਹ ਜਿਹੜਾ ਦੇਸ਼ ਹੈ ਈਵਨ ਕੈਨੇਡਾ ਕਿ ਇਹ ਸਾਡੇ ਇੰਟਰਸਟ ਨੂੰ ਮੁੱਖ ਰੱਖਦਾ ਹੈ। ਜਿਹੜੀ ਪੱਛਮ ਦੇ ਦੇਸ਼ ਆ, ਅਮਰੀਕਾ ਦਾ ਇੱਕ ਸਲੋਗਨ ਆ ਅਮਰੀਕਨ ਇੰਟਰਸਟ ਫਰਸਟ, ਕਿ ਜਿਹੜਾ ਅਮਰੀਕਾ ਦੇ ਇੰਟਰਸਟ ਆ ਉਹ ਪਹਿਲੇ ਪੁਆਇੰਟ ਤੇ ਪਹਿਲਾਂ ਹੀ ਹੁੰਦੇ ਆ, ਜੋ ਵੀ ਉਹਨਾਂ ਨੇ ਕਰਨਾ ਆ ਉਸ ਇੰਟਰਸਟ ਨੂੰ ਪੂਰੇ ਕਰਨਾ ਆ। ਸਾਨੂੰ ਵੀ ਤਾਂ ਦੇਖਣਾ ਪੈਣਾ ਕੈਨੇਡਾ ਨੇ ਜੋ ਕੀਤਾ ਇਹਦੇ ਵਿੱਚ ਫਾਇਦਾ ਸਾਨੂੰ ਹੋ ਰਿਹਾ ਆ, ਪਰ ਉਹਨਾਂ ਦਾ ਵੀ ਇੱਕ ਇੰਟਰਸਟ ਹੈ ਇਹਦੇ ਵਿੱਚ। 6 ਮਹੀਨਿਆਂ ਨੂੰ ਡ੍ਰੌਪ ਵੀ ਕਰ ਸਕਦੇ ਆ, ਉਹਦੇ ਲਈ ਜਿਹੜੀ ਇਨਕੁਆਇਰੀ ਆ ਉਹ ਜ਼ਰੂਰੀ ਆ, ਕਰਕੇ ਉਹ ਫਿਰ ਇਸ਼ੂ ਡ੍ਰੌਪ ਨਹੀਂ ਇੰਨੀ ਛੇਤੀ ਹੁੰਦਾ। ਜੀ, ਇਸ ਤੋਂ ਅਗਲਾ ਸਵਾਲ ਮੇਰਾ ਪੱਛਮੀ ਮੁਲਕਾਂ ਦੀ ਪਹੁੰਚ ਵਾਲਾ ਹੀ ਸੀ। ਇਸ 'ਤੇ ਤੁਸੀਂ ਕੋਈ ਹੋਰ ਐਡ ਕਰਨਾ ਚਾਹੁੰਦੇ ਹੋ ਤੇ ਕਰ ਦਿਓ, ਪਰ ਤਕਰੀਬਨ ਉਹਨੂੰ ਤੁਸੀਂ ਐਡਰੈਸ ਕਰ ਹੀ ਦਿੱਤਾ। ਜਿਹੜੇ ਪੱਛਮੀ ਮੁਲਕ, ਖਾਸ ਕਰ ਆਪਾਂ 5 ਆਈਜ਼ ਦੀ ਗੱਲ ਕਰ ਲਈਏ, ਜਿਸ ਤਰ੍ਹਾਂ ਉਹਨਾਂ ਬਾਰੇ ਇੱਕ ਥੋੜ੍ਹੀ ਕਨਫਿਊਜ਼ਨ ਜੀ ਪਾਈ ਜਾ ਰਹੀ ਸੀ ਮੀਡੀਆ ਰਿਪੋਰਟਸ ਦੇ ਵਿੱਚ ਵੀ ਕਿ ਉਹ ਬੋਚ ਕੇ ਪੈਰ ਰੱਖ ਰਹੇ ਨੇ, ਅਤੇ ਅਮਰੀਕਾ ਨੇ ਵੀ ਸਪਸ਼ਟ ਕੀਤਾ ਹੈ। ਅਤੇ ਜਿਹੜੀ ਐਵੀਡੈਂਸ ਹੋਣ ਦੀ ਰਿਪੋਰਟ ਆ ਉਹ ਵੀ ਕੈਨੇਡਾ ਕਹਿ ਰਿਹਾ ਹੈ ਕਿ ਜਿਹੜਾ ਸਾਡੇ ਕੋਲ ਇੱਕ ਸਿਗਨਲ ਅਤੇ ਹਿਊਮਨ ਐਵੀਡੈਂਸ ਆ ਇਸ ਦੇ ਵਿੱਚ, ਖਾਸ ਕਰ ਭਾਈ ਨਿੱਜਰ ਹੋਰਾਂ ਦੀ ਕਤਲ ਦੇ ਵਿੱਚ, ਕਿ ਸਾਡੇ ਕੋਲੋਂ ਸਾਡੇ ਅਲਾਈਜ਼ ਕੋਲੋਂ ਵੀ ਆਇਆ ਹੈ। ਸੋ ਇਸ ਦਾ ਮਤਲਬ ਇਹ ਆ ਕਿ ਇਹ ਇੱਕੋ ਪੇਜ ਦੇ ਉੱਤੇ ਨੇ ਇਸ ਮਸਲੇ ਦੇ ਉੱਤੇ। ਤੁਸੀਂ ਇਸ ਕੁਛ ਹੋਰ ਸਪਸ਼ਟ ਕਰਨਾ ਚਾਹੁੰਦੇ? ਹਾਂਜੀ, ਅੱਜ ਥੋੜ੍ਹੇ ਚਿਰ ਪਹਿਲਾਂ ਵੀ ਨਿਊਯਾਰਕ ਟਾਈਮਸ ਦੇ ਵਿੱਚੋਂ ਇੱਕ ਰਿਪੋਰਟ ਨਿਕਲੀ ਆ ਕੁਝ ਘੰਟੇ ਪਹਿਲਾਂ ਕਿ ਜਿਹੜੀ US ਦੀ ਏਜੰਸੀਜ਼ ਜਾਂ CIA, FBI, ਉਹਨਾਂ ਨੇ ਕੈਨੇਡਾ ਨੂੰ ਇਨਫੋਰਮੇਸ਼ਨ ਦਿੱਤੀ ਹੈ। ਸੋ ਇਹ ਇੱਕ ਆਪਰੇਸ਼ਨ ਜਿਹੜਾ ਆ ਇਹ ਦੇਸ਼ਾਂ ਦੇ ਵਿੱਚ ਵੀ ਬਹੁਤ ਵੱਡਾ ਚੱਲ ਰਿਹਾ। ਨਹੀਂ ਤਾਂ ਲੋੜ ਕੀ ਸੀਗੀ ਅਮਰੀਕਾ ਨੂੰ ਕੈਨੇਡਾ ਨੂੰ ਕੋਈ ਇਨਫੋਰਮੇਸ਼ਨ ਦੇਣ ਦੀ। ਇਹਦਾ ਮਤਲਬ ਇਹ ਹੈ ਕਿ ਉਹ ਵੀ ਇੱਕ ਇੰਡੀਆ ਦੇ ਖਿਲਾਫ ਕੋਈ ਨਾ ਕੋਈ ਆਪਰੇਸ਼ਨ ਰਨ ਕਰਨਾ ਚਾਹੁੰਦੇ ਆ, ਕਿ ਉਹਨੂੰ ਥੋੜ੍ਹਾ ਜਿਹਾ ਇਹ ਨਹੀਂ ਕਿ ਡੀਸਟੇਬਲਾਈਜ਼ ਕਰਨਾ, ਉਹਨਾਂ ਨੂੰ ਆਪਣੀ ਇੰਡੀਆ ਨੂੰ ਆਪਣੀ ਪਾਵਰ ਦਿਖਾਉਣ ਦੀ ਲੋੜ ਆ ਕਿ ਤੁਸੀਂ ਕਿੱਥੇ ਖੜੇ ਆ, ਜਾਂ ਤਾਂ ਰਸ਼ੀਆ ਦੇ ਨਾਲ ਆ ਜਾਂ ਸਾਡੇ ਨਾਲ ਆ। ਬੇਸਿਕਲੀ ਉਹ ਇਹ ਗੇਮ ਖੇਡਦੇ ਆ ਕਿ ਇੰਡੀਆ ਨੂੰ ਵੀ ਥੋੜ੍ਹਾ ਜਿਹਾ ਪ੍ਰੈਸ਼ਰ ਪਵੇ। ਸੋ ਆਈ ਥਿੰਕ ਇਹ ਤੋਂ ਅੱਗੇ ਬੜਾ ਕੁਛ ਆਈ ਥਿੰਕ ਕਹਿਣ ਦੀ ਲੋੜ ਵੀ ਨਹੀਂ। ਉਹ ਤਾਂ ਮੋਸਟ ਲੋਕ ਜੀਓ ਪੋਲਿਟਿਕਸ ਨੂੰ ਸਮਝਦੇ ਆ ਕਿ ਕੋਈ ਵੀ ਦੇਸ਼ ਹੈ ਉਹਨਾਂ ਦਾ ਮਕਸਦ ਇਹ ਹੈ ਕਿ ਅਸੀਂ ਆਪਣਾ ਫਾਇਦਾ ਇਸ ਗੱਲ ਤੋਂ ਉਠਾਈਏ, ਤੇ ਕੈਨੇਡਾ ਨੇ ਆਪਣਾ ਫਾਇਦਾ ਲੈਣਾ ਹੈ ਤੇ US ਨੇ ਆਪਣਾ। ਤੇ ਉਹਦੇ ਵਿੱਚ ਇਹ ਹੈ ਕਿ ਹਾਂ ਕਦੀ ਮਨੁੱਖੀ ਲੈਵਲ ਦੇ ਉੱਤੇ ਵੀ ਕੋਈ ਬੰਦਾ ਸੋਚਦਾ ਆ ਕਿ ਅੱਜ ਉਹਨਾਂ ਦੀ ਵਾਰੀ ਹੈ, ਕੱਲ੍ਹ ਨੂੰ ਸਾਡੀ ਵਾਰੀ ਹੈ। ਜੇ ਕੈਨੇਡਾ 'ਚ ਆਪਰੇਟ ਕਰ ਰਹੇ ਆ ਤੇ ਫਾਲਸ ਫਲੈਗ ਆਪਰੇਸ਼ਨਸ, ਜਿਹੜਾ ਮਤਲਬ ਕਿ ਆਪ ਉਹ ਕੰਮ ਕਰਦੇ ਆ, ਦੂਜੇ ਦਾ ਨਾਂ ਲਾ ਕੇ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ, ਜਿੱਦਾਂ ਤੁਹਾਡੇ ਆਸਟ੍ਰੇਲੀਆ 'ਚ ਵੀ ਹੋ ਰਿਹਾ ਹੈ। ਸੋ ਉਹ ਜਿਹੜੇ ਆਪਰੇਸ਼ਨਸ ਜਿਹੜੇ ਆ ਕੈਨੇਡਾ 'ਚ ਵੀ ਚੱਲਦੇ ਆ, ਅਮਰੀਕਾ 'ਚ ਵੀ ਚੱਲਦੇ ਆ, ਆਸਟ੍ਰੇਲੀਆ 'ਚ ਵੀ ਚੱਲਦੇ ਆ। ਪਤਾ ਸਾਰੀਆਂ ਸਰਕਾਰਾਂ ਨੂੰ ਕਿ ਚੱਲਦੇ ਆ, ਪਰ ਜਦੋਂ ਕਿਸੇ ਬੰਦੇ ਨੂੰ ਉਹ ਮਾਰਨ ਆ ਗਏ ਫੋਰਨ ਦੇਸ਼ ਦੇ ਵਿੱਚ, ਜਿਹੜਾ ਉਸ ਦੇਸ਼ ਦਾ ਸਿਟੀਜ਼ਨ ਆ, ਕਿਤੇ ਨਾ ਕਿਤੇ ਐਟ ਅ ਪਰਸਨਲ ਲੈਵਲ ਉਹ ਦੇਸ਼ ਇਹ ਸੋਚਣ ਲਈ ਮਜਬੂਰ ਹੋ ਜਾਂਦੇ ਆ ਕਿ ਅੱਜ ਉੱਥੇ ਹੋਇਆ ਆ, ਕੱਲ੍ਹ ਨੂੰ ਇੰਨਾ ਇਹ ਸਿਰ ਚੱਕ ਸਕਦੇ ਆ ਇੰਡੀਆ ਵਾਲੇ ਕਿ ਇੱਥੇ ਵੀ ਕਰ ਸਕਦੇ ਆ। ਸੋ ਇਹ ਵੀ ਥੋੜ੍ਹਾ ਜਿਹਾ ਇਹਦੇ ਵਿੱਚ ਗੱਲ ਪਲੇ ਕਰਦਾ ਹੈ। ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹੈ ਆਸਟ੍ਰੇਲੀਆ ਦੇ, ਤੁਸੀਂ ਬਹੁਤ ਸਾਰੀਆਂ ਜਿਹੜੀਆਂ ਮੇਨ ਸਟਰੀਮ ਮੀਡੀਆ ਦੇ, ਤਕਰੀਬਨ ਹਰੇਕ ਦੇਸ਼ ਦੇ ਮੀਡੀਆ ਨਾਲ ਜੋ ਤੁਸੀਂ ਗੱਲਬਾਤ ਕੀਤੀ ਆ ਉੱਥੇ ਇਹਨਾਂ ਦਾ ਮੈਂਸ਼ਨ ਕੀਤਾ ਹੈ ਕਿ ਆਸਟ੍ਰੇਲੀਆ ਦੇ ਜਿਹੜੇ ਹਿੰਦੂ ਮੰਦਰਾਂ ਦੇ ਉੱਤੇ ਹਮਲਾ ਹੋਇਆ ਸੀ। ਹੁਣ ਪੁਲਿਸ ਦੀ ਰਿਪੋਰਟ ਸਾਹਮਣੇ ਆ ਗਈ ਆ ਕਿ ਹਿੰਦੂ ਹੈਂਡਜ਼, RTI ਦੇ ਵਿੱਚ ਹਿੰਦੂ ਹੈਂਡਜ਼ ਸ਼ਬਦ ਦੇ ਨਾਲ ਹੀ ਉਹਨੂੰ ਇਬਾਰਤ ਉਹਦੀ ਲਿਖੀ ਗਈ ਹੈ। ਭਾਈ ਖੰਡੇ ਦੀ ਜਿਹੜੀ ਇੱਕ ਮਿਸਟਰੀ ਵਾਲੇ ਤਰੀਕੇ ਦੇ ਨਾਲ ਉਹਨਾਂ ਦੀ ਮੌਤ ਹੋਈ ਹੈ, ਉਹਦਾ ਵੀ ਤੁਸੀਂ ਜ਼ਿਕਰ ਕੀਤਾ ਹੈ। ਕਿ ਉਸ ਗੱਲ ਦਾ ਕੈਨੇਡਾ ਲੈਵਲ ਦੇ ਉੱਤੇ ਕਿਤੇ ਮੈਂਸ਼ਨ ਹੋ ਰਿਹਾ ਹੈ ਤੁਹਾਡੀ ਗੱਲਬਾਤ ਤੋਂ ਬਿਨਾਂ, ਕੋਈ ਸਰਕਾਰੀ ਪੱਧਰ ਦੇ ਉੱਤੇ, ਕਿ ਹਾਂ ਜਿਹੜੀ ਫੋਰਨ ਇੰਟਰਫੀਅਰੈਂਸ ਆ ਉਹ ਇਹ 5 ਆਈਜ਼ ਜੋ ਪੰਜੇ ਇਹ ਦੇਸ਼ ਨੇ, ਇਕੱਲੀ ਕੈਨੇਡਾ ਦੇ ਵਿੱਚ ਨਹੀਂ, ਸਿੱਖਾਂ ਦੇ ਮਸਲਿਆਂ ਦੇ ਵਿੱਚ ਦੂਜੇ ਦੇਸ਼ਾਂ 'ਚ ਵੀ ਹੋ ਰਹੀ ਹੈ? ਨਹੀਂ, ਕੋਈ ਮੇਨ ਸਟਰੀਮ ਵੱਲੋਂ ਨਹੀਂ ਹੋ ਰਹੀ, ਅਸੀਂ ਕਰ ਰਹੇ ਹਾਂ। ਅਸੀਂ ਇੱਕ ਇੰਡੀਆ ਦਾ ਪੈਰੰਟ ਦਿਖਾਉਣ ਦੀ ਬੜੀ ਕੋਸ਼ਿਸ਼ ਦੇ ਵਿੱਚ ਹਾਂ ਕਿ ਜਰਮਨੀ ਦੇ ਵਿੱਚ ਜਿਹੜੇ ਉਹਨਾਂ ਦੇ ਸਪਾਈ ਸੀਗੇ ਉਹ ਕੱਢੇ ਗਏ, ਉੱਥੇ ਟਰਾਇਲਸ ਵੀ ਚੱਲੇ ਪਿਛਲੇ 5-7 ਸਾਲਾਂ ਦੇ ਵਿੱਚ। ਕਈ ਬੰਦੇ ਨੂੰ ਜੇਲ੍ਹਾਂ ਵੀ ਹੋਈਆਂ ਉੱਥੇ ਕਿ ਇੰਡੀਆ ਨੇ ਉੱਥੇ ਬੰਦੇ ਜਿਹੜੇ ਜਰਮਨ ਸਪਾਈਜ਼ ਰੱਖੇ ਸੀਗੇ। ਉਹਨਾਂ ਨੇ ਤਾਂ ਬੇਸਿਕਲੀ ਜਰਮਨੀ ਦੇ ਵਿੱਚ ਇੱਕ ਸਪਾਈ ਸੀਗਾ ਕਿ ਉਹ ਬੰਦਾ ਤਾਂ ਇੱਕ ਗੋਰਾ ਵੀ ਸੀਗਾ ਤੇ ਇਮੀਗ੍ਰੇਸ਼ਨ ਮਿਨਿਸਟਰੀ 'ਚ ਕੰਮ ਕਰਦਾ ਸੀ, ਤੇ ਇੰਡੀਅਨ ਇੰਟੈਲੀਜੈਂਸ ਨੂੰ ਇਹ ਇਨਫੋਰਮੇਸ਼ਨ ਦੇ ਰਿਹਾ ਸੀ ਕਿ ਜਿਹੜੇ ਨਵੇਂ ਬੰਦੇ ਆ ਰਹੇ ਆ
ਜਾਂ ਉੱਥੇ ਕੋਈ ਇਮੀਗ੍ਰੇਸ਼ਨ ਸਟੇਟਸ ਕੋਈ ਲੱਭ ਰਿਹਾ ਹੈ, ਕੋਈ ਰੈਫਿਊਜੀ ਹੈ। ਹੁਣ ਕਿਸੇ ਬੰਦਾ ਜਿਹੜਾ ਪੱਕਾ ਨਹੀਂ ਹੋਇਆ ਕੋਈ ਵੀ ਦੇਸ਼ ਦੇ ਵਿੱਚ, ਉਹ ਤੇ ਪ੍ਰੈਸ਼ਰ ਐਗਜ਼ਰਟ ਕਰਨਾ ਬਹੁਤ ਸੌਖਾ ਹੋ ਜਾਂਦਾ, ਕਿਉਂਕਿ ਬੇਸਿਕਲੀ ਤੁਸੀਂ ਉਹਨੂੰ ਇਹ ਕਹਿ ਰਹੇ ਆ ਕਿ ਜਾਂ ਤਾਂ ਸਾਡਾ ਕੰਮ ਕਰ ਜਾਂ ਤਾਂ ਤੂੰ ਗਿਆ। ਲਾਈਕ ਐਜ਼ ਐਨ ਇਹ ਬੜਾ ਇੱਕ ਪ੍ਰੋਬਲਮ ਆ, ਜਿਹੜੇ ਉਹ ਬੰਦੇ ਜਿਹੜੇ ਇਹਨਾਂ ਦੀ ਸਟੇਟਸ ਨਹੀਂ ਹੈਗਾ, ਸੋ ਉਹਨਾਂ ਲਈ ਵੀ ਫਿਕਰ ਇਹੀ ਰਹਿੰਦਾ ਹੈ ਕਿ ਉਹਨਾਂ ਨੂੰ ਵਰਤਣਾ ਜਿਹੜਾ ਆ ਇੰਡੀਆ ਸੋਚਦਾ ਹੈ ਕਿ ਸੌਖਾ ਹੈ। ਸੋ ਅਸੀਂ ਆਪਣੇ ਵੱਲੋਂ ਇਹ ਟਰਾਈ ਕਰ ਰਹੇ, ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਸਿਰਫ ਕੈਨੇਡਾ ਨਹੀਂ ਪਰ ਆਸਟ੍ਰੇਲੀਆ, ਨਿਊਜ਼ੀਲੈਂਡ, ਜਰਮਨੀ, UK, USA, ਇਹ ਸਾਰੇ ਦੇਸ਼ਾਂ ਦੇ ਵਿੱਚ ਇਹੋ ਜਿਹੇ ਪੈਟਰਨਸ ਚੱਲ ਰਹੇ ਆ ਜਿੱਥੇ ਇੰਡੀਆ ਦਖਲਅੰਦਾਜ਼ੀ ਵੀ ਕਰ ਰਿਹਾ ਹੈ ਤੇ ਫਾਲਸ ਫਲੈਗ ਆਪਰੇਸ਼ਨਸ ਵੀ ਚਲਾ ਰਿਹਾ ਹੈ। ਤੇ ਇਹ ਉਹ ਜਿਹੜੇ ਦੇਸ਼ ਆ ਉਹਨਾਂ ਨੂੰ ਜੇ ਕੁਛ ਵੀ ਕਰਨ, ਭਾਵੇਂ ਕੁਛ ਹੋਰ ਵੀ ਨਾ ਕਰਨ, ਕਿ ਜਿਹੜੀ ਇਨਫੋਰਮੇਸ਼ਨ ਉਹ ਕਲੈਕਟ ਕਰਦੇ ਆ ਕਿ ਇੰਡੀਆ ਵੱਲੋਂ ਜੋ ਇਨਫੋਰਮੇਸ਼ਨ ਮਿਲਦੀ ਆ ਉਹਨੂੰ ਉਦਾਂ ਨਾ ਮੰਨਿਆ ਕਰੋ ਕਿ ਲਾਈਕ ਅੰਨੇ ਹੋ ਕੇ ਤੁਸੀਂ ਉਹਨਾਂ ਦੇ ਪਿੱਛੇ ਪਏ ਆ ਤੇ ਜੋ ਕਹਿੰਦੇ ਆ ਤੁਸੀਂ ਉਹੀ ਕਰਦੇ ਆ। ਤੇ ਇਹ ਲੀਡਸ ਟੂ ਜਿਹੜਾ ਮੈਸ ਕੈਨੇਡਾ ਦੇ ਵਿੱਚ ਪਿਆ ਆ, ਇਦਾਂ ਦਾ ਮੈਸ ਫੇ ਬਣ ਜਾਂਦਾ ਕਿ ਇਹ ਜਿਹੜਾ ਰੌਲਾ ਆ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹੀਦੀ ਤੋਂ ਬਾਅਦ, ਕਿ ਇਹ ਕੋਈ ਛੋਟਾ ਮਸਲਾ ਨਹੀਂ ਹੈਗਾ, ਹੁਣ ਨਾ ਪੰਥ ਲਈ ਆ ਨਾ ਕੈਨੇਡਾ ਲਈ ਆ। ਹੁਣ ਇਹਦੇ ਵਿੱਚ ਅਸੀਂ ਇਸ ਇਸ਼ੂ ਨੂੰ ਚੱਕ ਰਹੇ ਆ, ਪਰ ਜਿਹੜਾ ਮੇਨ ਸਟ੍ਰੀਮ ਮੀਡੀਆ ਇੱਥੇ ਦਾ ਆ ਉਹ ਇੱਥੇ ਬੜਾ ਕੈਪਚਰ ਨਹੀਂ ਕਰ ਰਿਹਾ। ਉਹਨਾਂ ਨੂੰ ਇੱਕ ਸਟੋਰੀ ਦੱਸ ਰਹੀ ਹੈ ਕੈਨੇਡਾ ਇੰਡੀਆ ਰਿਲੇਸ਼ਨਸ, ਹੁਣ ਤਾਂ ਸਟੋਰੀ ਜਿਹੜੀ ਉਹ ਡੀਵੀਏਟ ਵੀ ਹੋ ਰਹੀ ਹੈ ਕਿ ਭਾਈ ਹਰਦੀਪ ਸਿੰਘ ਇੱਕ ਫੁੱਟਨੋਟ ਆ ਕਿ ਉਹ ਤਾਂ ਹੈਗਾ ਆ, ਪਰ ਜ਼ਿਆਦਾ ਸਟੋਰੀ 75% ਜਿਹੜੀ ਸਟੋਰੀਆਂ ਚੱਲ ਰਹੀਆਂ ਰਾਈਟ ਨਾਓ ਉਹ ਕੈਨੇਡਾ ਇੰਡੀਆ ਰਿਲੇਸ਼ਨਸ ਦੀਆਂ ਬਣ ਗਈਆਂ। ਤੇ ਜਿੱਥੇ ਵੀ ਇੱਥੇ ਹੁਣ ਕੈਨੇਡਾ ਦੇ ਵਿੱਚ ਸਾਡੀ ਕੋਸ਼ਿਸ਼ ਰਹੀ ਹੈ, ਸਾਡਾ ਕੋਸ਼ਿਸ਼ ਤਾਂ ਇਹ ਹੈ ਕਿ ਜਿਹੜਾ ਆਮ ਕੈਨੇਡੀਅਨ ਹੈ ਉਹਦੇ ਅੱਖਾਂ ਦੇ ਮੋਹਰੇ ਇੱਕ ਚੀਜ਼ ਦਿਖਾਉਣੀ ਕਿ ਇੰਡੀਆ ਨੇ ਕੈਨੇਡਾ ਦੀ ਜਿਹੜੀ ਟੈਰੀਟੋਰੀਅਲ ਇੰਟੈਗ੍ਰਿਟੀ ਹੈ ਤੇ ਸੋਵਰਨਟੀ ਨੂੰ ਅੰਡਰਮਾਈਨ ਕੀਤਾ ਹੈ। ਤੁਹਾਡੇ ਦੇਸ਼ ਦੇ ਵਿੱਚ ਆਣ ਕੇ ਤੁਹਾਨੂੰ ਹੀ ਉਹ ਬੇਵਕੂਫ ਬਣਾ ਰਹੇ ਆ, ਤੁਹਾਨੂੰ ਹੀ ਉਹ ਅੰਡਰਮਾਈਨ ਕਰ ਰਹੇ ਆ, ਤੁਹਾਡੇ ਦੇਸ਼ ਦੇ ਵਿੱਚ ਆਣ ਕੇ ਤੁਹਾਡੇ ਸਿਟੀਜ਼ਨਸ ਨੂੰ ਮਾਰ ਰਹੇ ਆ। ਹੁਣ ਸੋ ਬੇਸਿਕਲੀ ਉਹਨਾਂ ਦੀ ਇਹ ਨਹੀਂ ਹੈਗਾ ਕਿ ਇਹ ਸਿੱਖਾਂ ਦਾ ਮਸਲਾ ਇੰਡੀਆ ਨਾਲ ਚੱਲ ਰਿਹਾ ਕਿ ਅਸੀਂ ਕੁਝ ਕਰਨਾ ਆ, ਉਹ ਸਿੰਪੈਥੀ ਨਹੀਂ ਮਿਲਦੀ ਕਿਸੇ ਨੂੰ। ਉਹਨਾਂ ਨੂੰ ਇਹ ਕਿ ਅਸੀਂ ਕੰਮ ਤੇ ਜਾਣਾ, ਅਸੀਂ ਨਿਆਣੇ ਪਾਲਣੇ ਆ, ਤੁਸੀਂ ਜੋ ਕਰ ਰਹੇ ਆ ਕਰੋ, ਸਾਨੂੰ ਤਾਂ ਬੈਨੀਫਿਟ ਇਹ ਹੈ ਕਿ ਨਾ ਕਰੋ, ਨਾ ਇੱਥੇ ਰੌਲਾ ਪਵੇ। ਉਹ ਉਹਨਾਂ ਦਾ ਇੰਟਰਸਟ ਇਸ ਗੱਲ ਦੇ ਵਿੱਚ ਹੁਣ ਤਾਂ ਜ਼ਿਆਦਾ ਬਣਿਆ ਆ ਹਰੇਕ ਲੈਵਲ ਤੇ, ਕਰਕੇ ਇੰਟਰਫੀਅਰੈਂਸ ਜਿਹੜੀ ਹੈ ਉਹ ਕੈਨੇਡਾ ਦੀ ਸੋਵਰਨਟੀ ਨੂੰ ਅੰਡਰਮਾਈਨ ਕਰ ਰਹੀ ਹੈ। ਇਹ ਗੱਲ ਆਈ ਹੈ ਤੇ ਜਦੋਂ ਪ੍ਰਾਈਮ ਮਿਨਿਸਟਰ ਨੇ ਗੱਲ ਪਾਰਲੀਮੈਂਟ 'ਚ ਹੀ ਕਹਿ ਦਿੱਤੀ, ਹਰੇਕ ਭਾਵੇਂ ਕੋਈ ਗੋਰਾ ਆ ਜਾਂ ਹੋਰ ਕੁਛ ਹੈ ਉਹਦੇ ਮਨ 'ਚ ਇਹ ਆਉਂਦਾ ਆ ਕਿ ਮੈਂ ਕੈਨੇਡੀਅਨ ਆ, ਉਹਨਾਂ ਦੇ ਮਨਾਂ ਦੇ ਵਿੱਚ, ਤੇ ਕੈਨੇਡਾ ਦੇ ਉੱਤੇ ਅਟੈਕ ਹੋਇਆ ਹੈ। ਹਾਲੇ ਕਿ ਜਿਹਨਾਂ ਤੇ ਅਟੈਕ ਹੋਇਆ ਆ ਉਹ ਬੜਾ ਸਪੈਸੀਫਿਕਲੀ ਭਾਈ ਹਰਦੀਪ ਸਿੰਘ ਤੇ ਹੋਇਆ ਹੈ ਤੇ ਖਾਲਿਸਤਾਨ ਸੰਘਰਸ਼ ਤੇ ਹੋਇਆ ਤੇ ਸਿੱਖਾਂ ਦੇ ਉੱਤੇ ਹੋਇਆ ਹੈ। ਪਰ ਜਿਹੜਾ ਕੈਨੇਡਾ ਦਾ ਜਿਹੜਾ ਨਿਵਾਸੀ ਆ ਉਹਨੂੰ ਇਦਾਂ ਉਹਨੂੰ ਪੇਸ਼ ਹੋ ਰਿਹਾ ਆ ਕਿ ਇਹ ਕੈਨੇਡਾ ਦੀ ਸੋਵਰਨਟੀ ਤੇ ਅਟੈਕ ਹੈ। ਤੇ ਉਹ ਵੀ ਗੱਲ ਸਾਡੇ ਲਈ ਫਾਇਦੇਮੰਦ ਹੈ ਕਿ ਵਾਕਈ ਦੋਨੇ ਗੱਲਾਂ ਸੱਚ ਹੈ, ਕੈਨੇਡਾ ਦੀ ਸੋਵਰਨਟੀ ਵੀ ਅੰਡਰਮਾਈਨ ਹੋਈ ਹੈ ਤੇ ਸਿੱਖਾਂ ਦੇ ਉੱਤੇ ਡਾਇਰੈਕਟਲੀ ਇੱਕ ਅਟੈਕ ਵੀ ਹੋਇਆ। ਜੀ, ਜੀਓਪੋਲਿਟਿਕਸ ਇੱਕ ਬਹੁਤ ਵੱਡਾ ਵਿਸ਼ਾ ਹੈ ਇੰਟਰਨੈਸ਼ਨਲ ਰਿਲੇਸ਼ਨਸ ਦੇ ਵਿੱਚ। ਉਸ ਦੇ ਵਿੱਚ ਇਸ ਮੁੱਦੇ ਨੂੰ ਆਪਾਂ ਦੇਖ ਲਈਏ ਕਿ ਬੀਤੇ 48 ਘੰਟਿਆਂ ਤੋਂ ਬਹੁਤ ਜ਼ਿਆਦਾ ਇਸ ਮੁੱਦੇ ਦੇ ਉੱਤੇ ਡਿਸਕਸ਼ਨ ਹੋਈ ਹੈ, ਖਾਸ ਕਰ ਇੰਡੀਆ ਦੀ ਕਿਸੇ ਵੈਸਟਰਨ ਕੰਟਰੀਜ਼ ਦੇ ਨਾਲ ਰਿਲੇਸ਼ਨ ਦੇ ਬਾਰੇ। ਉਦੋਂ ਖਾਸ ਕਰ ਸਿੱਖਾਂ ਦਾ ਇੰਟਰਨੈਸ਼ਨਲ ਪੋਲੀਟਿਕਸ ਦੇ ਵਿੱਚ ਤਕਰੀਬਨ ਇਹ 84 ਤੋਂ ਬਾਅਦ ਦੇ ਵਿੱਚ ਸਭ ਤੋਂ ਜ਼ਿਆਦਾ ਲੰਬੇ ਸਮੇਂ ਤੱਕ ਵਿਚਾਰਿਆ ਜਾਣ ਵਾਲਾ ਮੁੱਦਾ ਲੱਗ ਰਿਹਾ ਹੈ। ਤੁਸੀਂ ਇਹਨੂੰ ਜੀਓਪੋਲਿਟਿਕਸ ਦੇ ਸੰਦਰਭ ਦੇ ਵਿੱਚ ਮੁੱਦੇ ਨੂੰ ਕਿਵੇਂ ਦੇਖਦੇ ਹੋ? ਥੋੜਾ ਜਿਹਾ ਤੁਸੀਂ ਇਸ਼ਾਰਾ ਕੀਤਾ ਵੀ ਸੀ, ਪਰ ਉਹਨੂੰ ਹੋਰ ਥੋੜਾ ਐਲੈਬੋਰੇਟ ਕਰੋ। ਸਾਡੇ ਲਈ ਤਾਂ ਲਾਈਕ ਐਜ਼ ਅ ਮੁੱਦਾ ਜੇ ਤਾਂ ਸਿਰਫ ਕੋਈ ਆਮ ਸਿੱਖ ਹੁੰਦਾ ਲਾਈਕ ਐਜ਼ ਮੇਬੀ ਆਈ ਥਿੰਕ ਇਹ ਗੱਲ ਹੋਰ ਹੁੰਦੀ। ਇੱਥੇ ਥੋੜੀ ਜਿਹੀ ਸਿੱਖ ਪ੍ਰਤੀ ਵੀ ਗੱਲ ਕਰਨੀ ਪੈਂਦੀ ਹੈ ਲਾਈਕ ਐਜ਼ ਲਾਈਕ ਜੋ ਸਾਨੂੰ ਲੱਗ ਰਿਹਾ ਹੈ ਕਿ ਭਾਈ ਹਰਦੀਪ ਸਿੰਘ ਇਹੋ ਜਿਹਾ ਇੱਕ ਇਨਸਾਨ ਸੀ ਜਿਹੜਾ ਲਾਈਕ ਅਸੀਂ ਜਦੋਂ ਉਹਦੇ ਨਾਲੇ ਦੁਆਲੇ ਹੁੰਦੇ ਸੀ ਕਿ ਮੈਂ ਤਾਂ ਬੜਾ ਟਾਈਮ ਉਹਨਾਂ ਨਾਲ ਸਪੈਂਡ ਕੀਤਾ। ਇੱਥੇ ਇੱਕ ਛੋਟੀ ਜਿਹੀ ਗੱਲ ਸਾਂਝੀ ਕਰ ਲੈਂਦਾ ਕਿ ਜਿਹੜੇ ਅਖੀਰ ਦੇ ਵਿੱਚ ਮੈਂ ਉਹਨਾਂ ਨੂੰ ਮਿਲਿਆ ਜੂਨ 16 ਦੀ ਰਾਤ ਨੂੰ ਤਕਰੀਬਨ 7 ਵਜੇ, ਜੂਨ 18 ਦੀ ਰਾਤ ਨੂੰ ਤਕਰੀਬਨ 8:30 ਵਜੇ ਉਹ ਸ਼ਹੀਦ ਹੁੰਦੇ ਆ। ਮੈਂ ਉਸੇ ਸਥਾਨ ਤੇ ਉਹਨਾਂ ਨੂੰ ਮਿਲਿਆ। ਸਾਡੀ ਉੱਥੇ ਇੱਕ ਮੀਟਿੰਗ ਸੀਗੀ, ਉਸ ਮੀਟਿੰਗ ਦੇ ਵਿੱਚ ਅਸੀਂ ਗੱਲਬਾਤ ਕਰਕੇ ਅਸੀਂ ਦਰਬਾਰ ਸਾਹਿਬ ਵੱਲ ਨੂੰ ਗਏ। ਦਰਬਾਰ ਦੇ ਬਾਹਰ ਅਸੀਂ ਖੜੇ ਸੀਗੇ ਤੇ ਜੋ ਪੰਜਾਬ ਦੇ ਵਿੱਚ ਤਾਂ ਇੱਕ ਰਿਵਾਜ ਹੈ ਕਿ ਭਾਵੇਂ ਦੋ ਬੰਦੇ ਵੀ ਹੋਣ, ਹੱਥ ਵਿੱਚ ਹੱਥ ਪਾ ਕੇ ਲਾਈਕ ਤੁਰਨਾ ਕੋਈ ਵੱਡੀ ਗੱਲ ਨਹੀਂ ਹੈਗੀ। ਬਾਹਰਲੇ ਦੇਸ਼ਾਂ ਦੇ ਵਿੱਚ ਉਹਨੂੰ ਹੋਰ ਤਰੀਕੇ ਨਾਲ ਦੇਖਿਆ ਜਾਂਦਾ ਹੈ। ਪਰ ਉਹ ਮੇਰੇ ਜਦੋਂ ਵੀ ਮੇਰੇ ਨਾਲ ਗੱਲ ਕਰਨੀ ਪਿਛਲੇ 15-17 ਸਾਲਾਂ ਤੋਂ, ਉਹਨਾਂ ਨੇ ਮੇਰਾ ਹੱਥ ਫੜ ਕੇ ਮੇਰੇ ਨਾਲ ਗੱਲ ਕਰਨੀ। ਇਹ ਸ਼ਬਦ ਵੀ ਮੇਰੇ ਲਈ ਛੋਟੇ ਵੀਰ ਹੀ ਮੈਨੂੰ ਕਹਿੰਦੇ ਹੁੰਦੇ ਸੀ ਤੇ ਅਸੀਂ ਗੱਲਬਾਤ ਕੀਤੀ। ਉਹਨਾਂ ਨੇ ਇੱਕ ਸ਼ਹੀਦ ਪਰਿਵਾਰ ਦੀ ਜਿਹੜੀ ਉਹ ਸੇਵਾ ਸੰਭਾਲ ਕਰ ਰਹੇ ਸੀ, ਉਹ ਕਹਿੰਦੇ ਸੀ ਕਿ ਉਹਨਾਂ ਲਈ ਕੋਈ ਮਾਇਆ ਇਕੱਠੀ ਕਰਨੀ ਆ। ਸਾਡੀ ਗੱਲਬਾਤ ਹੋਈ ਤੇ ਮੈਂ ਫਤਿਹ ਬੁਲਾਈ, ਜੱਫੀ ਪਾਈ ਤੇ ਮੈਂ ਤੁਰਿਆ ਪੌੜੀਆਂ ਵੱਲ ਨੂੰ। ਤੇ ਪੌੜੀਆਂ ਤੇ ਜਦੋਂ ਮੈਂ ਪੈਰ ਵੀ ਨਹੀਂ ਚੱਕਿਆ, ਉਹਨਾਂ ਨੇ ਆਵਾਜ਼ ਮਾਰੀ ਮੈਨੂੰ ਕਿ ਛੋਟੇ ਵੀਰ, ਤੇ ਮੈਂ ਉਹਨਾਂ ਨੂੰ ਦੇਖਿਆ ਤੇ ਹੱਸ ਰਹੇ ਸੀ। ਕਹਿੰਦਾ ਕਿ ਜੇ ਕੁਝ ਹੋ ਗਿਆ ਸਾਂਭ ਲੈ। ਤੇ
ਮੈਂ ਉਹਦੀ ਹੱਸ ਕੇ ਉਹਨਾਂ ਨੂੰ ਹੱਥ ਜਿਹਾ ਮਾਰਿਆ ਜਿੱਦਾਂ ਕੁਛ ਨਹੀਂ ਹੁੰਦਾ ਤੇ ਫਤਿਹ ਬੁਲਾਈ ਤੇ ਮੈਂ ਚਲੇ ਗਿਆ ਤੇ ਉਹ ਉਹੀ ਸਾਡੀ ਜਿਹੜੀ ਅਖੀਰਲੀ ਜਿਹੜੀ ਇੱਕ ਦੂਜੇ ਨਾਲ ਮੇਲ ਹੋਇਆ ਉਹਨਾਂ ਦੇ ਕਿ ਉਹੀ ਸੀ ਤੇ ਮੇਰੇ ਮਨ 'ਚ ਖਿਆਲ ਆਇਆ ਬਾਅਦ ਦੇ ਵਿੱਚ ਬਹੁਤ ਚਿਰ ਬਾਅਦ ਕਿ ਉਹਨਾਂ ਨੇ ਸਾਂਭ ਲਈ ਕਹਿ ਦਿੱਤਾ ਤੇ ਜਿੱਦਾਂ ਦਾ ਉਹ ਇਨਸਾਨ ਸੀਗਾ ਉਹਦਾ ਮਤਲਬ ਉਹਦੇ ਪਰਿਵਾਰ ਦਾ ਨਹੀਂ ਸੀ ਉਹਦਾ ਮਤਲਬ ਇਹ ਨਹੀਂ ਸੀ ਕਿ ਕੋਈ ਦੁਨਿਆਵੀ ਚੀਜ਼ ਸੀ ਮੇਰਾ ਘਰ-ਬਾਰ ਮੇਰਾ ਬਿਜ਼ਨਸ ਮੇਰਾ ਪਰਿਵਾਰ ਨੂੰ ਸਾਂਭ ਲਈ ਉਹਨੂੰ ਸੀਗਾ ਕਿ ਜੋ ਪੰਥਕ ਸੰਘਰਸ਼ ਚੱਲਦਾ ਹੈ ਸਾਂਭ ਲਿਓ ਹੁਣ ਕਿ ਹੁਣ ਸਿੰਘ ਸ਼ਹੀਦ ਹੋ ਗਿਆ ਤੇ ਸਾਡਾ ਇਹ ਕੰਮ ਇਹ ਨਹੀਂ ਕਿ ਅਸੀਂ ਵੀ ਚੁੱਪ ਕਰਕੇ ਬੈਠ ਜਾਈਏ ਕਿ ਹੁਣ ਤੇਜ਼ੀ ਦੇ ਨਾਲ ਹੋਰ ਗਾਂਹ ਕਰੋ ਤੇ ਇਸ ਸਾਰੇ ਦੌਰ ਦੇ ਵਿੱਚ ਇਦਾਂ ਕਦੀ-ਕਦੀ ਲੱਗਦਾ ਹੈ ਕਿ ਜਿਹੜਾ ਕੰਮ ਅਸੀਂ 40 ਸਾਲਾਂ ਤੋਂ ਲੱਗੇ ਹੋਏ ਸੀ ਕੈਨੇਡਾ ਦੇ ਵਿੱਚ ਕਰਾਉਣ ਲਈ ਕਿ ਹੁਣ ਸ਼ਹੀਦਾਂ ਦਾ ਜਿਹੜਾ ਖੂਨ ਹੈ ਉਹਨੇ ਰੰਗ ਤਾਂ ਲਿਆਉਣਾ ਹੀ ਹੁੰਦਾ ਆ ਉਹ ਮਹਾਰਾਜ ਦੀ ਕਲਾ ਆ ਪਤਾ ਨਹੀਂ ਕਿੱਦਾਂ ਉਹ ਰੰਗ ਲਿਆਉਂਦਾ ਹੈ ਲਿਆ ਦਿੰਦਾ ਆ ਤੇ 3 ਮਹੀਨਿਆਂ ਦੇ ਵਿੱਚ ਟੂ ਦਾ ਡੇਟ ਸਪਟੈਂਬਰ 18 ਨੂੰ ਇਹ ਅਨਾਉਂਸਮੈਂਟ ਹੋਇਆ ਕਿ ਆ ਜਿਹੜੀ ਗੱਲ ਆ ਹਰਦੀਪ ਸਿੰਘ ਦੀ ਜਿਹੜੀ ਮੌਤ ਆ ਜਿਹੜੀ ਸ਼ਹੀਦੀ ਆ ਉਹ ਇੰਡੀਆ ਨੇ ਕਰਵਾਈ ਆ ਇੱਥੇ ਤੇ ਜਿਹੜਾ ਇੰਡੀਅਨ ਇੰਟੈਲੀਜੈਂਸ ਦਾ ਇੱਕ ਪਾਰਲੀਮੈਂਟ ਦੇ ਵਿੱਚ ਖੜ ਕੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੇ ਗੱਲ ਮੰਨੀ ਤੇ ਜਿਹੜੀ ਗੱਲ ਪੰਥ ਜਿਹੜਾ ਆ 40 ਸਾਲਾਂ ਤੋਂ ਮਨਾਉਣ ਦੇ ਇੱਕ ਚੱਕਰ ਦੇ ਵਿੱਚ ਚੱਲ ਰਿਹਾ ਸੀ ਸੋ ਉਹਦੇ ਵਿੱਚ ਮੈਂ ਗੱਲ ਤਾਂ ਕਰਨੀ ਚਾਹੁੰਦਾ ਹਾਂ ਕਿ ਕਦੀ ਕਈ ਗੱਲਾਂ ਸਾਡੀ ਸਮਝ ਤੋਂ ਬਾਹਰ ਹੁੰਦੀਆਂ ਕਈ ਗੱਲਾਂ ਨੂੰ ਅਸੀਂ ਉਹਦਾ ਸੈਂਸ ਬਣਾਉਣਾ ਚਾਹੁੰਦੇ ਹਾਂ ਪਰ ਉਹ ਮਹਾਰਾਜ ਦੀ ਕਲਾ ਹੀ ਆ ਉਹ ਵਰਤਣ ਦੀ ਹੈ ਪਰ ਇਹਦੇ ਵਿੱਚ ਜੀਓਪੋਲਿਟਿਕਸ ਦੀ ਗੱਲ ਹੈ ਕਿ ਸਾਡਾ ਸਪੇਸ ਕੀ ਹੈ ਜਿਹੜਾ ਸਾਨੂੰ ਹੁਣ ਮਿਲਿਆ ਹੈ ਇਹਨੂੰ ਵਰਤਣਾ ਕਿੱਦਾਂ ਹੈ ਬਹੁਤ ਦੇਸ਼ ਜਿਹੜੇ ਆ ਲਾਈਕ ਉਹ ਮਨੂਵਰ ਕਰ ਰਹੇ ਆ ਰਾਈਟ ਨਾਓ ਤੇ ਸਾਡਾ ਜਿਹੜਾ ਇੱਕ ਫਿਕਰਮੰਦ ਵਾਲੀ ਗੱਲ ਵੀ ਹੈ ਕਿ ਸਾਡਾ ਸਪੇਸ ਜਿਹੜਾ ਆ ਬੜਾ ਲਿਮਿਟਡ ਹੈ ਅਸੀਂ ਜਿਹੜੀ ਲੌਬੀ ਤੇ ਡਿਪਲੋਮੇਸੀ ਦੀ ਗੱਲ ਕਰਦੇ ਹਾਂ ਅਸੀਂ ਸ਼ਬਦ ਵਰਤਦੇ ਹਾਂ ਪਰ ਜਿਹੜੀ ਸਾਡੀ ਲੌਬੀ ਤੇ ਡਿਪਲੋਮੇਸੀ ਆ ਉਹ ਕਹਿ ਲਓ ਕਿ ਲਾਈਕ ਅਸੀਂ ਭੀਖ ਮੰਗ ਰਹੇ ਹਾਂ ਅਸੀਂ ਜਦੋਂ ਕਿਸੇ ਨੂੰ ਮਿਲਣਾ ਹੁੰਦਾ ਹੈ ਕੋਈ ਪੋਲੀਟੀਕਲ ਪਾਰਟੀ ਨੂੰ ਮਿਲਣਾ ਜਾਂ ਕੁਛ ਵੀ ਆ ਅਸੀਂ ਉੱਥੇ ਇਦਾਂ ਜਾਂਦੇ ਹਾਂ ਜਿੱਦਾਂ ਅਸੀਂ ਭਿਖਾਰੀ ਹੁੰਦੇ ਹਾਂ ਅਸੀਂ ਕੁਝ ਮੰਗਣ ਗਏ ਹਾਂ ਅਸੀਂ ਕੁਝ ਡਿਮਾਂਡ ਤਾਂ ਅਸੀਂ ਕੀ ਕਰਨਾ ਹੈ ਪਰ ਜਿਹੜਾ ਸਾਡਾ ਕੈਨੇਡਾ ਦੇ ਵਿੱਚ ਸਾਡਾ ਸਿਸਟਮ ਹੋਰ ਹੋ ਸਕਦਾ ਕਰਕੇ ਸਾਡੀ ਗਿਣਤੀ ਜ਼ਿਆਦੀ ਹੈ ਕਈ ਥਾਵਾਂ ਦੇ ਵਿੱਚ ਸਾਡੀ ਪਾਵਰ ਸਟਰਕਚਰ ਵੀ ਡਿਫਰੈਂਟ ਹੈ US ਦੇ ਵਿੱਚ ਡਿਫਰੈਂਟ ਹੈ ਆਸਟ੍ਰੇਲੀਆ 'ਚ ਡਿਫਰੈਂਟ ਹੈ ਪਰ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਲੌਬੀ ਤੇ ਡਿਪਲੋਮੇਸੀ ਸਿੱਖੀ ਸਿਧਾਂਤਾਂ ਨੂੰ ਕੰਪਰੋਮਾਈਜ਼ ਕਰਦੀ ਹੈ ਉਹ ਲੌਬੀ ਤੇ ਡਿਪਲੋਮੇਸੀ ਨਹੀਂ ਉਹ ਡਰ ਹੈ ਅਸੀਂ ਡਰ ਦੇ ਵਿੱਚੋਂ ਹੋ ਕੇ ਗੱਲ ਕਰ ਰਹੇ ਹਾਂ ਹੁਣ ਅਸੀਂ ਕਹੀਏ ਕਿ ਲੱਗਾ ਜਾਂਦਾ ਇੱਕ ਅਸੀਂ ਕੋਈ ਵੀ ਪੋਲੀਟੀਕਲ ਏਜੰਡਾ ਲੈ ਕੇ ਜਾਣਾ ਹੈ ਪਰ ਤੁਸੀਂ ਖਾਲਿਸਤਾਨ ਨਹੀਂ ਕਹਿਣਾ ਜੋ ਤੁਸੀਂ ਖਾਲਿਸਤਾਨ ਕਹੋਗੇ ਤੇ ਉਹਨਾਂ ਨੇ ਡਰ ਜਾਣਾ ਖਾਲਿਸਤਾਨ ਕਹੋਗੇ ਤੇ ਉਹਨਾਂ ਨੇ ਸਾਡੀ ਗੱਲ ਨਹੀਂ ਸੁਣਨੀ ਇੱਕ ਬੜੀ ਸਿੰਪਲਿਸਟਿਕ ਜਿਹੀ ਗੱਲ ਹੈ ਬਹੁਤ ਵੱਡੀ ਹੈ ਅਸੀਂ ਆਪਣੀ ਸ਼ਬਦਾਵਲੀ ਸਾਨੂੰ ਬਦਲਣੀ ਪੈਂਦੀ ਹੈ ਜਦੋਂ ਅਸੀਂ ਜਾਣਾ ਹੈ ਜੇ ਸ਼ਬਦਾਵਲੀ ਬਦਲ ਰਹੇ ਹਾਂ ਤੇ ਸਾਰੀ ਗੱਲ ਹੀ ਅਸੀਂ ਬਦਲ ਰਹੇ ਹਾਂ ਕਿਉਂਕਿ ਜਿਹੜੀ ਆ ਉਹ ਹਿਊਮਨ ਰਾਈਟਸ ਦੀ ਮਨੁੱਖੀ ਅਧਿਕਾਰਾਂ ਦੀ ਸਿਵਲ ਰਾਈਟਸ ਦੀ ਨਹੀਂ ਹੈਗੀ ਲੜਾਈ ਉਹ ਤਾਂ ਬਹੁਤ ਵੱਡੀ ਹੈ ਉਹ ਤਾਂ ਸਾਡੇ ਰਾਜ ਦੀ ਸਥਾਪਤੀ ਦੀ ਗੱਲ ਹੈ ਜਿਹੜਾ ਇੱਕ ਬੜਾ ਵੱਡਾ ਕਨਸੈਪਟ ਹੈ ਪਾਤਸ਼ਾਹੀ ਦਾਅਵੇ ਦੀ ਲੜਾਈ ਹੈ ਇਹਦੇ ਵਿੱਚ ਜਦੋਂ ਅਸੀਂ ਸ਼ਬਦਾਵਲੀ ਕੰਪਰੋਮਾਈਜ਼ ਕਰਦੇ ਹਾਂ ਅਸੀਂ ਪ੍ਰੀਟੀ ਮਚ ਸੰਘਰਸ਼ ਨੂੰ ਹੀ ਕੰਪਰੋਮਾਈਜ਼ ਕਰ ਦਿੰਦੇ ਹਾਂ ਉਹਦੇ ਤੇ ਅਸੀਂ ਇੱਕ ਗੱਲ ਕਰਨਾ ਪੈਂਦੀ ਅਸੀਂ ਆਪਣੇ ਆਪ ਨੂੰ ਕਿਸੇ ਇੱਕ ਪੋਲੀਟੀਕਲ ਪਾਰਟੀ ਦੇ ਨਾਲ ਜਾਂ ਦੇਸ਼ ਦੇ ਨਾਲ ਜਾਂ ਕਿਸੇ ਨਾਲ ਅਲਾਈਨ ਕਰ ਦਿੰਦੇ ਹਾਂ ਕਿ ਇਹ ਲੇਬਰ ਪਾਰਟੀ ਵਧੀਆ ਹੈ ਇਹ ਲਿਬਰਲਸ ਵਧੀਆ ਹੈ ਇਹ ਕੰਜ਼ਰਵੇਟਿਵਸ ਵਧੀਆ ਹੈ ਸੋ ਹੈ ਕੋਈ ਵੀ ਨਹੀਂ ਵਧੀਆ ਐਟ ਦੀ ਐਂਡ ਆਫ ਦਾ ਡੇ ਸਾਰੇ ਦੁਨਿਆਵੀ ਸਿਆਸਤ ਦੇ ਵਿੱਚ ਉਲਝੇ ਹੋਏ ਆ ਪੰਥ ਲਈ ਕੰਮ ਇਹ ਨਹੀਂ ਹੈਗਾ ਕਿ ਅਸੀਂ ਕਿਸੇ ਪਾਰਟੀ ਨੂੰ ਇੰਡੀਵਿਜੂਅਲੀ ਉਹਨੂੰ ਅਸੀਂ ਆਪਣਾ ਸਮਰਪਿਤ ਹੋ ਜਾਣਾ ਪੰਥ ਲਈ ਤਾਂ ਇਹ ਆ ਕਿ ਤੁਸੀਂ ਹਰੇਕ ਹੀਲਾ ਵਸੀਲਾ ਵਰਤਣਾ ਪੰਥ ਦਾ ਕੰਮ ਕਰਾਉਣ ਲਈ ਕਿ ਪੰਥ ਤੋਂ ਜੋ ਅੱਗੇ ਵਧਣ ਲਈ ਉਹਨੂੰ ਲੋੜ ਆ ਉਹਨੂੰ ਪੂਰਾ ਕਰਨ ਲਈ ਰਾਦਰ ਦੈਨ ਤੁਸੀਂ ਕਹੋ ਕਿ ਅਸੀਂ ਕਾਂਗਰਸ ਹਾਂ ਜਾਂ ਅਕਾਲੀ ਹਾਂ ਜਾਂ ਫਲਾਣੇ ਹਾਂ ਜਾਂ ਫਲਾਣੇ ਹਾਂ ਜਾਂ ਫਲਾਣੇ ਹਾਂ ਜਾਂ ਤੁਸੀਂ ਕਹੋਗੇ ਅਸੀਂ ਲਿਬਰਲ ਜਾਂ ਕੰਜ਼ਰਵੇਟਿਵ ਹਾਂ ਜਾਂ ਫਲਾਣੇ ਹਾਂ ਰਿਪਬਲਿਕਨ ਜਾਂ ਡੈਮੋਕ੍ਰੈਟਸ ਹਾਂ ਇਹਨਾਂ ਦੇ ਵਿੱਚੋਂ ਕੁਛ ਨਹੀਂ ਮਿਲਣਾ ਇਹਨੂੰ ਸਿਰਫ ਤੁਹਾਨੂੰ ਲੈਵਰੇਜ ਕਰਨਾ ਪੈਣਾ ਤੇ ਤੁਹਾਡੀ ਜਿਹੜੀ ਲੌਬੀ ਤੇ ਡਿਪਲੋਮੇਸੀ ਆ ਉਹ ਅਨਕੰਪਰੋਮਾਈਜ਼ਡ ਹੋਣੀ ਚਾਹੀਦੀ ਹੈ ਸਿੱਖ ਸਿਧਾਂਤਾਂ ਦੇ ਉੱਤੇ ਕਿ ਪੂਰੀ ਤਰ੍ਹਾਂ ਨਿਤਰੇ ਸਮਾਂ ਜ਼ਿਆਦਾ ਲੱਗ ਸਕਦਾ ਹੈ ਪਰ ਉਹਦਾ ਫਲ ਵੀ ਬਹੁਤ ਵੱਡਾ ਹੈ ਜਦੋਂ ਅਸੀਂ ਕੰਪਰੋਮਾਈਜ਼ ਪੋਜੀਸ਼ਨਸ ਦੇ ਵਿੱਚ ਸਾਨੂੰ ਆਪ ਹੀ ਸਾਡਾ ਸੰਘਰਸ਼ ਭੁੱਲ ਜਾਂਦਾ ਹੈ ਫਿਰ ਅਸੀਂ ਕਿਦਾਂ ਦੀਆਂ ਗੱਲਾਂ ਕਰਨਾ ਪੈਂਦੇ ਆ ਫਿਰ ਤਾਂ ਇਹ ਆ ਕਿ ਇੱਥੇ ਜੀ ਹੈਲਥ ਕੇਅਰ ਹੋਰ ਵਧੀਆ ਹੋਣਾ ਚਾਹੀਦਾ ਇੱਥੇ ਜੀ ਐਜੂਕੇਸ਼ਨ ਹੋਰ ਵਧੀਆ ਹੋਣਾ ਚਾਹੀਦਾ ਇੱਥੇ ਜੀ ਆਹ ਹੋਰ ਪੰਥ ਦੀ ਗੱਲ ਵਿੱਚ ਹੈ ਹੀ ਨਹੀਂ ਹੁਣ ਤਾਂ ਤੁਸੀਂ ਕੀ ਕਰਦੇ ਆ ਬੇਸਿਕਲੀ ਤੁਸੀਂ ਚੰਗੇ ਕੈਨੇਡੀਅਨ ਸਿਟੀਜ਼ਨ ਚੰਗੇ ਆਸਟ੍ਰੇਲੀਅਨ ਅਮਰੀਕਨ ਸਿਟੀਜ਼ਨ ਬਣਨ ਦੀ ਕੋਸ਼ਿਸ਼ ਕਰ ਰਹੇ ਆ ਤੇ ਜੇ ਤੁਹਾਡਾ ਉਹੀ ਮਕਸਦ ਆ ਕਿ ਸਿੱਖ ਪੰਥਕ ਸਪੇਸਿਸ ਨੂੰ ਛੱਡ ਕੇ ਤੁਸੀਂ ਉਹ ਬਣ ਜਾਓ ਪੰਥਕ ਸਪੇਸ ਜਿਹੜਾ ਆ ਉਹ ਪੰਥ ਦੀ ਇੱਕ ਅੱਗੇ ਤੋਰਨ ਲਈ ਪੰਥ ਦੀ ਵਡਿਆਈ ਦੇ ਲਈ ਉਹ ਕੰਮ ਹੁਣ ਉੱਥੇ ਉਹਦੇ ਵਿੱਚ ਹੋਣਾ ਚਾਹੀਦਾ ਜਦੋਂ ਤੁਸੀਂ ਇੱਕ ਇੰਡੀਵਿਜੂਅਲ ਦੇਸ਼ ਨੂੰ ਸਮਰਪਿਤ ਹੋ ਗਏ ਤੇ ਉਹਨਾਂ ਦੀ ਅਲੀਜੈਂਸ ਪ੍ਰਾਇਮਰੀ ਹੋ ਗਈ ਸਰਦਾਰ ਕਪੂਰ ਸਿੰਘ ਦੀ ਜਿਹੜੀ ਇੱਕ ਲੇਖ ਹੈ 1984 ਦੀ ਥੀਓਪੋਲਿਟੀਕਲ ਸਟੇਟਸ ਆਫ ਦ ਗੋਲਡਨ ਟੈਂਪਲ ਉਹਨਾਂ ਨੇ ਇੱਕ ਉਹਦੇ ਵਿੱਚ ਲੇਖ 'ਚ ਲਿਖਿਆ ਕਿ ਇਹ ਜਿਹੜਾ ਮੁੱਢਲਾ ਨਾਤਾ ਹੈ ਸਿੱਖ ਦਾ ਸਿਰਫ ਗੁਰੂ ਗ੍ਰੰਥ ਤੇ ਗੁਰੂ ਪੰਥ ਨਾਲ ਹੀ ਹੋ ਸਕਦਾ ਹੋਰ ਕਿਤੇ ਨਹੀਂ ਹੋ ਸਕਦਾ
ਕੋਈ ਦੇਸ਼ ਕੋਈ ਮਿਲਟਰੀ ਕਿਤੇ ਵੀ ਹੋਵੇ ਉਹ ਬੰਦਾ ਆਪਣੇ ਆਪ ਨੂੰ ਸਿੱਖ ਹੀ ਨਹੀਂ ਕਹਾਉਣ ਜੋਗਾ ਰਿਹਾ। ਉਹਦਾ ਕਾਰਨ ਵੀ ਇੱਕ ਉਹਨੇ ਦੱਸਿਆ ਸੀ ਕਿ ਸਾਨੂੰ ਇੱਕ ਐਗਜ਼ਾਮਪਲ ਵੀ ਉਹਦਾ ਮੈਂ ਦੇ ਸਕਦਾ ਕਿ 1984 ਦੇ ਵਿੱਚ ਜਿਹੜੇ ਸਿੱਖ ਘਰਾਂ ਦੇ ਵਿੱਚੋਂ ਫੌਜੀ ਜਿਹੜੇ ਆ ਜਿਨ੍ਹਾਂ ਨੇ ਬੰਦੂਕਾਂ ਆਪਣੀਆਂ ਦਰਬਾਰ ਸਾਹਿਬ ਵੱਲ ਨੂੰ ਕਰ ਲਈਆਂ, ਉਹਨਾਂ ਨੂੰ ਇੱਕ ਕਿਰਦਾਰ ਦੇ ਦਿੱਤਾ, ਕੈਰੈਕਟਰਾਈਜ਼ ਕਰ ਦਿੱਤਾ ਸਦਾ ਲਈ। ਅਸੀਂ ਉਹਨੂੰ ਗਦਾਰ ਥੱਬਾ ਦੇ ਦਿੱਤਾ, ਇਹ ਬੰਦੇ ਗਦਾਰ ਆ ਪੰਥ ਦੇ। ਜਿਹੜੇ ਬੰਦੇ ਉਹੀ ਆਰਮੀ ਦੇ ਵਿੱਚੋਂ ਉਹੀ ਮਿਲਟਰੀ ਦੇ ਵਿੱਚੋਂ ਸਿੱਖ ਘਰਾਂ ਦੇ ਸੀਗੇ ਜਿਹੜੇ ਭੱਜ ਕੇ ਦਰਬਾਰ ਸਾਹਿਬ ਵੱਲ ਨੂੰ ਆਏ, ਸ਼ਹੀਦ ਹੋ ਗਏ, ਜਾਂ ਮਿਲਟਰੀ ਨਾਲ ਆਪ ਲੜੇ, ਜਾਂ ਜੇਲ੍ਹਾਂ ਨੂੰ 10-10 15-15 20-20 ਸਾਲ ਜੋਧਪੁਰ ਜੇਲ੍ਹ ਕੱਟੀ ਉਹਨਾਂ ਨੇ, ਉਹ ਸੇਮ ਮਿਲਟਰੀ ਦੇ ਵਿੱਚੋਂ ਉਹ ਸਿੱਖ ਸਿਪਾਹੀ ਜਿਹੜੇ ਸੀਗੇ ਅਸੀਂ ਉਹਨਾਂ ਨੂੰ ਵੀ ਇੱਕ ਕੈਰੈਕਟਰਾਈਜ਼ ਕਰ ਦਿੱਤਾ ਹੈ ਧਰਮੀ ਫੌਜੀ, ਜਿਨ੍ਹਾਂ ਨੇ ਸਮੇਂ ਦੇ ਵਿੱਚ ਆਪਣਾ ਧਰਮ ਸਾਂਭਿਆ ਤੇ ਅੰਡਰਸਟੈਂਡ ਕੀਤਾ। ਤੇ ਹੁਣ ਦੇ ਸਮੇਂ ਦੇ ਵਿੱਚ ਵੀ ਇਹ ਇੱਕ ਕਲੀਅਰਟੀ ਦੇ ਨਾਲ ਦੁਨਿਆਵੀ ਪੋਲਿਟਿਕਸ ਦੇ ਵਿੱਚ ਸਿੱਖਾਂ ਨੂੰ ਪੈਰ ਰੱਖਣਾ ਪੈਣਾ ਕਿ ਤੁਸੀਂ ਕਿਹਨੂੰ ਰੈਪਰੈਜ਼ੈਂਟ ਕਰ ਰਹੇ ਹੋ। ਜੇ ਸਿੱਖ ਹੋਏ ਕਿ ਮੈਂ ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਇੰਡੀਆ ਕਿਸੇ ਨੂੰ ਪਹਿਲੋਂ ਰੈਪਰੈਜ਼ੈਂਟ ਕਰਦਾ ਹਾਂ, ਤੁਸੀਂ ਭਾਈ ਫਿਰ ਆਪਣੀ ਸਿੱਖ ਆਈਡੈਂਟੀਟੀ ਪਛਾਣਿਆ, ਉਹਨੂੰ ਪਿੱਛੇ ਤੇ ਕੀ ਛੱਡਿਆ, ਛੱਡ ਹੀ ਦਿੱਤੀ। ਮੁੱਢਲਾ ਨਾਤਾ ਹਮੇਸ਼ਾ ਗੁਰੂ ਗ੍ਰੰਥ ਤੇ ਗੁਰੂ ਪੰਥ ਨਾਲ ਹੁੰਦਾ ਹੈ ਕਿ ਬੰਦਾ ਜਿਹੜਾ ਹੈ ਲੱਗੇ ਨਹੀਂ ਸੋਚਦਾ ਕਿ ਐਜ਼ ਮੇਰਾ ਇੱਥੇ ਕੋਈ ਨਿੱਜੀ ਨੁਕਸਾਨ ਹੋਣਾ ਜਾਂ ਹੋਰ ਕੁਛ ਆ, ਉਹ ਉੱਥੇ ਖੜ ਜਾਂਦਾ ਹੈ। ਪਰ ਸਾਡੀ ਜਿਹੜੀ ਲੌਬੀਇਸਟ ਡਿਪਲੋਮੇਸੀ ਹੈ ਕੋਈ ਵੀ ਦੇਸ਼ ਹੋਵੇ, ਉਹ ਇੱਕ ਬੜੀ ਇੱਕ ਵਾਟਰ ਡਾਊਨ ਵਰਜ਼ਨ ਹੈ ਕਿ ਸਿੱਖਾਂ ਦੀ ਲੋੜ ਕੀ ਹੈ, ਪੰਥ ਦੀ ਲੋੜ ਕੀ ਹੈ ਵਰਸਸ ਡੋਮੈਸਟਿਕ ਲੈਵਲ ਦੇ ਵਿੱਚ ਉਸ ਦੇਸ਼ ਦੇ ਵਿੱਚ ਸਾਨੂੰ ਕਿਹੜੀਆਂ ਸਹੂਲਤਾਂ ਅਸੀਂ ਭਾਲਦੇ ਹਾਂ। there's a difference, ਦੋਨੀ ਚੀਜ਼ਾਂ ਹੋ ਸਕਦੀਆਂ ਹੈ, ਪਰ ਉਹਨੂੰ ਜੋ ਤੁਸੀਂ ਕੰਬਾਈਨ ਕਰ ਦਿੰਦੇ ਆ ਇੱਕੋ ਹੀ ਪੈਕੇਜ ਦੇ ਵਿੱਚ, ਫਿਰ ਜਿਹੜੀ ਡਿਪਲੋਮੇਸੀ ਹੈ ਤੇ ਲੌਬੀ ਆ ਉਹ ਡੋਮੈਸਟਿਕ ਇਸ਼ੂਜ਼ ਦੀ ਬਣ ਜਾਂਦੀ ਹੈ, ਕਰਕੇ ਜਿਹੜੇ ਇੰਟਰਨੈਸ਼ਨਲ ਇਸ਼ੂ ਸਿੱਖਾਂ ਦੇ ਆ ਉਹ ਸਰਕਾਰਾਂ ਨੂੰ ਬੜੇ ਔਖੇ ਲੰਘਦੇ ਆ। ਸੋ ਤੁਹਾਨੂੰ ਇੱਕ ਸੈਪਰੇਟ ਕਰਨਾ ਪੈਣਾ ਹੈ ਜਿਹੜੇ ਤੁਹਾਡੇ ਡੋਮੈਸਟਿਕ ਇਸ਼ੂਜ਼ ਆ। ਹੁਣ ਅਸੀਂ ਵੀ ਇਹੀ ਗੱਲ ਕਰ ਰਹੇ ਹਾਂ ਕਿ WSO ਤੇ ਹੋਰ ਜਿਹੜੀਆਂ ਜਥੇਬੰਦੀਆਂ ਇੱਥੇ ਜਿਹੜੀਆਂ ਕੈਨੇਡਾ 'ਚ ਕੰਮ ਕਰਦੇ ਆ, ਉਹਨਾਂ ਨੂੰ ਇੱਕ ਸਿਵਲ ਹਿਊਮਨ ਰਾਈਟਸ ਤੇ ਪੋਲੀਟੀਕਲ ਰਾਈਟਸ ਦੀ ਗੱਲ ਕੈਨੇਡਾ ਦੇ ਵਿੱਚ ਉਹਨਾਂ ਨੂੰ ਮੋਹਰੇ ਰੱਖੋ। ਚਿਰਾਂ ਦੇ ਕਰ ਰਹੇ ਆ, ਬੜੀ ਵਧੀਆ ਤਰੀਕੇ ਨਾਲ ਕਰ ਰਹੇ ਆ। ਉੱਥੇ ਜਿੱਥੇ ਸਿੱਖਾਂ ਦੀ ਲੌਬੀ ਜਿਹੜੀ ਆ ਖਾਲਿਸਤਾਨ ਦੇ ਉੱਤੇ ਆ, ਜਾਂ ਸੰਘਰਸ਼ ਉੱਤੇ ਆ, ਸੋਵਰਨਟੀ ਦੇ ਉੱਤੇ ਆ, ਸੈਲਫ ਡਿਟਰਮੀਨੇਸ਼ਨ ਉੱਤੇ ਆ, ਉਹਨੂੰ ਇੱਕ ਵੱਖਰਾ ਜਿਹੜਾ ਜਥੇਬੰਦਕ ਢਾਂਚਾ ਜਿਹੜਾ ਰੂਪ ਆ ਉਹ ਪੇਸ਼ ਕਰਨਾ ਪੈਣਾ, ਕਿਉਂਕਿ ਇਟਸ ਨਾਟ ਵਰਕਿੰਗ। ਦੋਨੀ ਚੀਜ਼ਾਂ ਇੱਕ ਜਥੇਬੰਦੀ ਤੋਂ ਨਹੀਂ ਹੋ ਰਹੀਆਂ। ਸੋ ਉਹਨਾਂ ਨੂੰ ਇੱਕ ਪੈਰਲਲ ਮੂਵਮੈਂਟਸ ਬਣਾ ਦਿਓ, ਇਕੱਠੀਆਂ ਚੱਲਣ, ਪਰ ਉਹਨਾਂ ਦੀ ਫੋਕਸ ਜਿਹੜੀ ਆ ਵੱਖਰੀ ਹੋਵੇ। ਜੀ, ਇਸ ਗੱਲ ਨੂੰ ਆਪਾਂ ਥੋੜ੍ਹਾ ਜਿਹਾ ਹੋਰ ਵੀ ਅੱਗੇ ਜਾ ਕੇ ਸਪਸ਼ਟ ਕਰਨ ਦੀ ਕੋਸ਼ਿਸ਼ ਕਰਾਂਗੇ। ਸਮਾਂ ਵੀ ਆਪਾਂ ਤੁਹਾਡਾ ਮਨਿੰਦਰ ਸਿੰਘ ਜੀ ਜ਼ਿਆਦਾ ਨਹੀਂ ਲਵਾਂਗੇ। ਮੇਰੇ 2 ਸਵਾਲ ਹੋਰ ਨੇ। ਕੈਨੇਡਾ ਦੇ ਵਿੱਚ ਜੋ ਸਾਰਾ ਵਰਤਾਰਾ ਚੱਲ ਰਿਹਾ ਹੈ, ਉਸ ਦੇ ਨਾਲ ਬਾਕੀ ਇਹ ਦੇਸ਼ਾਂ ਦੇ ਵਿੱਚ ਵੀ ਜੋ ਇਹਦਾ ਰਿਸਪੌਂਡ ਹੋ ਰਿਹਾ ਹੈ, ਇਸ ਨੂੰ ਭਾਰਤੀ ਮੀਡੀਆ, ਵੈਸੇ ਕੋਈ ਹੈਰਾਨੀ ਜਾਂ ਸਰਪ੍ਰਾਈਜ਼ਿੰਗ ਗੱਲ ਤਾਂ ਸਾਡੇ ਲਈ ਨਹੀਂ ਹੈ, ਪਰ ਇੱਕ ਵਾਰ ਫਿਰ ਸਿੱਖਾਂ ਨੂੰ ਡਿਮੋਨਾਈਜ਼ ਦੇ ਰੂਪ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਜਿਹੜੀਆਂ ਗ੍ਰੈਗਰੀ ਐਚ ਸਟੈਂਟਨ ਨੇ ਜੈਨੋਸਾਈਡਸ ਦੀਆਂ ਜਿਹੜੀਆਂ ਸਟੇਜਿਸ ਲਿਖੀਆਂ ਨੇ, ਉਹਦੀ ਹੀ ਇੱਕ ਸਟੇਜ ਉਹਦੇ ਵਿੱਚ ਹੁਣ ਸਪਸ਼ਟ ਰੂਪ ਦੇ ਵਿੱਚ ਸਾਹਮਣੇ ਆ ਰਹੀ ਹੈ ਜੀ। ਸਿੱਖਾਂ ਨੂੰ ਕਲਾਸੀਫਾਈ ਕੀਤਾ ਜਾ ਰਿਹਾ ਹੈ, ਉਹਨੂੰ ਡਿਮੋਨਾਈਜ਼ ਕੀਤਾ ਜਾ ਰਿਹਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕੀ ਰੁਖ ਹੋਵੇਗਾ, ਕਿਉਂਕਿ ਉਹਨਾਂ ਦਾ ਇੱਕ ਕਰੈਕਟਰ ਉਹਨਾਂ ਨੇ ਘੜਤਾ ਮੀਡੀਆ ਨੇ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹ ਇੱਕ ਬੜੀ ਇੱਕ ਵਧੀਆ ਪੁਆਇੰਟ ਹੈ ਕਿ ਇਹ ਜਿਹੜੇ ਸਟੇਜਸ ਚੱਲਦੇ ਆ, ਕਦੀ ਸਾਨੂੰ ਦੱਸਦੇ ਹੀ ਨਹੀਂ, ਜਦੋਂ ਲੰਘ ਵੀ ਜਾਂਦੇ ਆ ਤੇ ਬਾਅਦ ਚ ਦੱਸਦਾ ਆ ਕਿ ਅੱਜ ਉਹਨੇ ਕਰ ਕੀ ਰਹੇ ਆ। ਇਹ ਜਿਹੜਾ ਡੀਮੋਨਾਈਜੇਸ਼ਨ ਆਫ ਜਿਹੜਾ ਅਵਤਾਰ ਸਿੰਘ ਖੰਡਾ ਆ ਤੇ ਹਰਦੀਪ ਸਿੰਘ ਨਿੱਜਰ ਆ, ਇਹਨਾਂ ਨੇ ਕੀ ਕੀਤਾ, ਇਸ 2 ਬੰਦਿਆਂ ਨੂੰ ਜੇ ਅਸੀਂ ਦੇਖੀਏ ਕਿ ਇਹਨਾਂ ਨੂੰ ਏਦਾਂ ਇਹਨਾਂ ਨੇ ਕੈਰੈਕਟਰਾਈਜ਼ ਕਰ ਦਿੱਤਾ ਜਿੱਦਾਂ ਇਹ ਕੋਈ ਸੀਰੀਅਸ ਟੈਰਰਿਸਟ ਜਿਹੜੇ ਆ, ਇੰਡੀਆ ਦੀ ਨੈਸ਼ਨਲ ਇੰਟੈਗ੍ਰਿਟੀ ਦੇ ਖਿਲਾਫ ਆ, ਦੇਸ਼ ਨੂੰ ਤੋੜਨ ਵਾਲੇ ਬੰਦੇ। ਇਹਨਾਂ ਨੇ ਸਾਰੇ ਇੰਡੀਆ ਦੇ ਲੈ ਕੇ ਪਿਕਚਰ ਪੇਂਟ ਕਰ ਦਿੱਤੀ, ਜਿੱਦਾਂ 84 ਤੋਂ ਪਹਿਲਾਂ ਵੀ ਉਹਨਾਂ ਨੇ ਕੀਤੀ ਸੀਗੀ ਕਿ ਉਹ ਗਰਾਊਂਡ ਸੈੱਟ ਕਰ ਰਹੇ ਕਿ ਕੁਝ ਵੱਡਾ ਹੋਣਾ ਆ। ਤੇ ਉਹ ਵੱਡੇ ਹੋਣ ਦੇ ਲਈ ਉਹਨਾਂ ਨੂੰ ਗਰਾਊਂਡ ਸੈੱਟ ਕਰਨ ਦੀ ਲੋੜ ਪੈਂਦੀ ਹੈ ਕਿ ਜਿਹੜੀ ਤੁਹਾਡੀ ਪਬਲਿਕ ਆ ਉਹ ਕਿੱਧਰ ਨੂੰ ਜਾਊਗੀ। ਹੁਣ ਹਰਦੀਪ ਸਿੰਘ ਦੀ ਡੈਥ ਤੋਂ ਬਾਅਦ ਆਨਲਾਈਨ ਸਪੇਸਿਸ ਦੇ ਵਿੱਚ ਤੋਂ ਜ਼ਿਆਦਾ ਪਤਾ ਲੱਗਦਾ ਹੈ ਕਿ ਜਿਹੜੀ ਮੀਡੀਆ ਆ ਜਾਂ ਪੋਲੀਟੀਕਲ ਸਪੈਕਟਰਮ ਆ ਇੰਡੀਆ ਦਾ, ਸਪੈਸ਼ਲੀ ਉਹਨਾਂ ਨੇ ਇਸ ਗੱਲ ਦਾ ਜਸ਼ਨ ਮਨਾਇਆ ਅਵਤਾਰ ਸਿੰਘ ਦੀ ਸ਼ਹੀਦੀ ਤੇ ਹਰਦੀਪ ਸਿੰਘ ਦੀ ਸ਼ਹੀਦੀ ਤੇ। ਉਹਨਾਂ ਨੇ ਇਹ ਗੱਲ ਨੂੰ ਸੈਲੀਬ੍ਰੇਟ ਕੀਤਾ ਤੇ ਉਹਨਾਂ ਦੇ ਮਨ ਦੇ ਵਿੱਚ ਇਹ ਹੈ ਕਿ ਅਸੀਂ ਜਿੱਤ ਗਏ ਹਾਂ। ਬਟ ਇਹ ਉਹਨਾਂ ਦੀ ਐਕਚੁਅਲੀ ਬੇਵਕੂਫੀ ਹੋਊਗੀ ਕਿ ਉਹ ਸੋਚਦੇ ਕਿ ਉਹ ਜਿੱਤ ਗਏ ਆ। ਕਿ ਸਿੱਖਾਂ ਦੇ ਵਿੱਚ ਇੱਕ ਸਿਧਾਂਤਕ ਲੜਾਈ ਹੁੰਦੀ ਹੈ, ਸਿਧਾਂਤਕ ਲੜਾਈ ਦੇ ਵਿੱਚ ਜਿੱਤ ਜਿਹੜੀ ਹੈ ਉਹ ਵੱਖਰੀ ਹੁੰਦੀ ਹੈ। ਉਹ ਇਹ ਨਹੀਂ ਕਿ ਫਿਜ਼ੀਕਲ ਰੂਪ ਦੇ ਵਿੱਚ ਅਸੀਂ ਲੜ ਰਹੇ ਹਾਂ। ਫਿਜ਼ੀਕਲ ਸਰੀਰਾਂ ਦਾ ਜਿਹੜਾ ਜਾਣਾ ਆ, ਗੁਰੂ ਅਰਜਨ ਪਾਤਸ਼ਾਹ ਤੋਂ ਲੈ ਕੇ ਭਾਈ ਹਰਦੀਪ ਸਿੰਘ ਤੱਕ ਕਿੰਨੇ ਨਹੀਂ ਸ਼ਹੀਦ ਹੋਏ, ਸਾਰਾ ਕੁਝ ਅਸੀਂ ਜਿੱਤ ਹੀ ਮੰਨਿਆ ਹੈ।
ਕਿ ਬੰਦੇ ਡੋਲੇ ਨਹੀਂ, ਜਿੱਥੇ ਬੰਦੇ ਡੋਲ ਗਏ ਉੱਥੇ ਹਾਰ ਰਿਹਾ, ਸਾਡੇ ਬੰਦੇ ਡੋਲਦੇ ਨਹੀਂ। ਸੋ ਸਾਡੇ ਲਈ ਜਿਹੜੀ ਇਹ ਅਸੀਂ ਸਾਡਾ ਨਜ਼ਰੀਆ ਦੇਖਣ ਦਾ ਉਹ ਵੱਖਰਾ ਹੈ, ਪਰ ਉਹਨਾਂ ਨੇ ਗਰਾਊਂਡ ਪ੍ਰਿਪੇਅਰ ਕੀਤੀ ਆਪਣੀ ਪਬਲਿਕ ਲਈ। ਅੱਗੇ ਇਲੈਕਸ਼ਨਸ ਆ ਰਹੀਆਂ ਆ, ਉਹ ਆਪਣੀ ਜਿਹੜੀ ਇਹ ਗੇਮ ਜਿਹੜੀ ਆ ਉਹ ਖੇਡ ਰਹੇ ਆ ਕਿ ਅਸੀਂ ਆਪਣੀ ਪਬਲਿਕ ਨੂੰ ਦਿਖਾਉਣਾ ਚਾਹੁੰਦੇ ਕਿ ਦੇਖੋ ਅਸੀਂ ਆਹ ਕੰਮ ਕਰ ਦਿੱਤੇ। ਹਾਲੇ ਉਹ ਨਹੀਂ, ਆਪ ਨਹੀਂ ਕਹਿ ਰਹੇ ਕਿ ਅਸੀਂ ਕੀਤੇ, ਪਰ ਜਿੰਨਾ ਵੀ ਉਹਨਾਂ ਦਾ ਮੀਡੀਆ ਆ, ਰਾਈਟ ਵਿੰਗ ਜਿਹੜੀ ਲੌਬੀ ਹੈ ਬੀਜੇਪੀ ਦੀ, ਜਿੰਨੇ ਵੀ, ਉਹ ਸਾਰਾ ਕੁਝ ਇਸ ਗੱਲ ਨੂੰ ਓਪਨਲੀ ਕਹਿ ਰਹੇ ਆ ਕਿ ਬਹੁਤ ਵਧੀਆ ਕੀਤਾ ਡੋਵਲ ਜੀ ਨੇ, ਬਹੁਤ ਵਧੀਆ ਕੀਤਾ ਮੋਦੀ ਜੀ ਨੇ। ਉਹ ਤਾਂ ਸ਼ਾਬਾਸ਼ੀਆਂ ਦੇ ਰਹੇ ਆ ਇੱਕ ਦੂਜੇ ਨੂੰ, ਤੇ ਉਹਦਾ ਜਵਾਬ ਵੀ ਜਿਹੜਾ ਪੰਥ ਦਊਗਾ। ਲਾਈਕ ਐਜ਼ ਉਹ ਤਾਂ ਨੈਚੁਰਲ ਹੈ, ਉਹ ਜਵਾਬ ਤਾਂ ਮਿਲਣਾ ਹੀ ਆ। ਲਾਈਕ ਐਜ਼ ਅੱਜ ਮਿਲ ਜਾਵੇ, ਕੱਲ ਨੂੰ ਮਿਲ ਜਾਵੇ। ਲਾਈਕ ਉਹੀ ਗੱਲ ਜਿਹੜੀਆਂ ਪੁਰਾਣੀਆਂ ਸੇ ਕਰਦੇ ਹੁੰਦੇ, ਅਸੀਂ ਰਹੀਏ ਜਾਂ ਨਾ ਰਹੀਏ, ਸਾਡਾ ਦੇਸ਼ ਜਿਉਂਦੇ ਜੀ ਸਾਡਾ ਬਣੇ ਜਾਂ ਨਾ ਬਣੇ, ਪਰ ਇਹਨਾਂ ਨੂੰ ਤਾਂ ਹਰ ਮੈਦਾਨ ਦੇ ਵਿੱਚ ਹੁਣ ਦੇਖਣਾ ਹੀ ਆ। ਤੇ ਇਹ ਗੱਲ ਜਿਹੜੀ ਆ ਬਹੁਤ ਵੱਡੀ ਹੈ ਸਾਡੇ ਲਈ ਹੁਣ ਵੀ, ਕਿ ਹਰ ਮੈਦਾਨ 'ਚ ਇਹਨਾਂ ਨੂੰ ਦੇਖੋਗੇ ਹੁਣ। ਪਰ ਇਹ ਗੱਲ ਜਿਹੜੀ ਆ, ਬੰਦੇ ਇਹ ਚਾਹੁੰਦੇ ਆ ਕਿ ਬੜੀ ਇੱਕ ਸਿੰਪਲਿਸਟਿਕ ਜਿਹਾ ਆਨਸਰ ਹੋਵੇ ਕਿ ਉਹਨਾਂ ਨੇ ਆਹ ਕੀਤਾ, ਅਸੀਂ ਆਹ ਕਰਨਾ ਆ। ਉਹਨਾਂ ਦੇ ਜੇ ਖਿਲਾਫ ਜੋ ਆ ਹੋ ਰਿਹਾ ਆ is much more dangerous to them। ਦੁਨੀਆ ਦੇ ਅੱਖ ਦੇ ਵਿੱਚ ਉਹਨਾਂ ਦੀ ਜਿਹੜੀ ਇੱਕ ਪਰਦਾ ਫਾਸ਼ ਹੋਣਾ, ਕਿ ਉਹਨਾਂ ਦੀ ਇੱਕ ਡੈਮੋਕ੍ਰੇਸੀ ਤਾਂ ਉਹਨਾਂ ਨੇ ਇੱਕ ਝੁੰਡ ਜਿਹੜਾ ਕੱਢਿਆ ਸੀਗਾ, ਉਹ ਇੱਕ ਬੇਨਕਾਬ ਹੋ ਗਿਆ ਹੈ ਕਿ ਐਕਚੁਅਲੀ ਇਹਨਾਂ ਦੀ ਅਸਲ ਰੂਪ ਹੈ ਕੀ ਇਹਨਾਂ ਦਾ। ਸੋ ਉਹ that's even more dangerous rather than ਕਿ ਕੁਝ ਹੋਰ ਕੁਝ ਹੋਵੇ। ਆ ਜੋ ਕੁਝ ਹੋ ਰਿਹਾ ਆ, ਇਸ ਚੀਜ਼ ਤੋਂ ਡਰਦੇ ਆ। ਫਿਰ ਇਹਨਾਂ ਤੇ ਜਿਹੜਾ ਰਿਐਕਸ਼ਨ ਵੀ ਜਿਹੜਾ ਇਸ ਟਾਈਮ 'ਚ ਹੁੰਦਾ, ਉਹ ਵੀ ਬਹੁਤ ਚਾਈਲਡਿਸ਼ ਜਿਹਾ ਹੁੰਦਾ ਆ ਕਿ ਕੈਨੇਡਾ ਨੇ ਐਵੀਡੈਂਸ ਦੇ ਨਾਲ ਉਹਨਾਂ ਦਾ ਇੱਕ ਸੀਨੀਅਰ ਡਿਪਲੋਮੈਟ ਕੱਢ ਦਿੱਤਾ। ਇੰਡੀਆ ਨੇ ਕੈਨੇਡਾ ਦਾ ਇੱਕ ਸੀਨੀਅਰ ਡਿਪਲੋਮੈਟ ਕੱਢ ਦਿੱਤਾ, ਕਹਿੰਦਾ ਕਿ ਇਹ ਬੰਦਾ ਵੀ ਇੱਥੇ ਫੋਰਨ ਇੰਟਰਫੀਅਰੈਂਸ ਕਰ ਰਿਹਾ ਸੀ। ਕਿ ਇਹ ਤਾਂ ਨਿਆਣੇ ਵਾਲੀਆਂ ਗੱਲਾਂ ਹੋਈਆਂ ਬਿਕਾਜ਼ ਜਿਹੜੀਆਂ ਉਹ ਕਰਦੇ ਆ, ਪਰ ਉਹ ਡੈਸਪਰੇਟ ਆ। ਉਹ ਬਹੁਤ ਜ਼ਿਆਦਾ ਡੈਸਪਰੇਟ ਹੋ ਕੇ ਡੈਸਪਰੇਸ਼ਨ ਦੇ ਵਿੱਚ ਵੀਜ਼ੇ ਬੰਦ ਕਰਦੇ ਸਾਰਿਆਂ ਦੇ। ਹੁਣ ਜਿਹੜੇ ਬੰਦੇ ਸਾਡੂ ਆਣ ਕੇ ਕਹਿੰਦੇ ਆ ਕਿ ਭਰਾਵਾ ਸਾਡਾ ਵੀ ਕਰ ਦਿੱਤਾ, ਮੈਂ ਕਿਹਾ ਸਾਡੇ ਕਲੱਬ ਨੂੰ ਹੁਣ ਜੁਆਇਨ ਕਰ ਲਓ, ਅਸੀਂ ਤਾਂ ਪਹਿਲਾਂ ਹੀ ਨਹੀਂ ਜਾ ਸਕਦੇ ਸੀ। ਹੁਣ ਤੁਸੀਂ ਵੀ ਮਹਿਸੂਸ ਕਰ ਲਓ ਕਿ ਇਹ ਕੀ ਹਾਲ ਆ ਬੰਦਿਆਂ ਦਾ, ਕਿ ਇਹ ਆਪਣਾ ਰੂਪ ਜਿਹੜਾ ਆ, ਫਾਰਮਰਸ ਪ੍ਰੋਟੈਸਟ ਵੀ ਇਹਨਾਂ ਨੇ ਇਹੀ ਕੀਤਾ। ਅਸੀਂ ਇਹਨਾਂ ਨੂੰ ਬਹੁਤ ਜ਼ਿਆਦਾ ਕ੍ਰੈਡਿਟ ਦਿੰਦੇ ਆ ਕਿ ਇਹ ਸਫਿਸਟੀਕੇਟਡ ਆ। ਜਦੋਂ ਇਹਨਾਂ ਦੇ ਖਿਲਾਫ ਕੋਈ ਇਹੋ ਜਿਹੀ ਆਵਾਜ਼ ਦੀ ਉੱਠਦੀ ਆ, ਬਹੁਤ ਛੇਤੀ ਇੱਕ ਘਬਰਾਹਟ ਦੇ ਵਿੱਚ ਆਣ ਕੇ ਬਹੁਤ ਇੱਕ ਰਿਡਿਕੂਲਸ ਤਰੀਕੇ ਦੇ ਨਾਲ ਦੁਨੀਆ ਦੀ ਸਟੇਜ ਤੇ ਇਹ ਪੇਸ਼ ਹੁੰਦੇ ਆ, ਜਿੱਦਾਂ ਹੁਣ ਹੋ ਰਹੇ ਆ। ਹੁਣ ਡੈਸਪਰੇਸ਼ਨ ਦੇ ਵਿੱਚੋਂ ਕੰਮ ਕਰ ਰਹੇ ਆ, ਮਿਸਟੇਕ ਉੱਤੇ ਮਿਸਟੇਕ ਕਰ ਰਹੇ ਆ। ਹੁਣ ਉਹ ਮਿਸਟੇਕਾਂ ਦੇ ਉੱਤੇ ਸਿੱਖਾਂ ਨੂੰ, ਜਥੇਬੰਦੀਆਂ ਨੂੰ ਕੈਪੀਟਲਾਈਜ਼ ਕਰਨ ਦੀ ਲੋੜ ਹੈ। ਤੇ ਜਿੱਥੇ ਵੀ ਉਹ ਬੈਠੇ ਆ, ਕੈਨੇਡਾ ਨੂੰ ਵਰਤ ਕੇ, ਜੋ ਕੈਨੇਡਾ ਦੇ ਵਿੱਚ ਹੋਇਆ ਆ, ਜੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਆ, ਤੁਹਾਡੇ ਜਿਹੜੇ ਗੁਰਦੁਆਰੇ ਦੇ ਕਾਉਂਸਲਸ ਜਾਂ ਕੋਈ ਜਥੇਬੰਦੀਆਂ ਆ, ਦੇयर शुड बी ਇਮੀਡੀਏਟ ਜਿਹੜੀਆਂ ਮੀਟਿੰਗਾਂ ਚੱਲਣੀਆਂ ਚਾਹੀਦੀਆਂ ਹੈ ਕਿ ਤੁਹਾਡੀ ਜਿਹੜੀ ਪੋਲੀਟੀਕਲ ਪਾਰਟੀਆਂ, ਭਾਵੇਂ ਕੋਈ ਆਪੋਜੀਸ਼ਨ 'ਚ, ਜਿਹੜਾ ਵੀ ਤੁਹਾਨੂੰ ਕੋਈ ਥੋੜਾ ਬਹੁਤਾ ਵੀ ਸਿੰਪੈਥੈਟਿਕ ਲੱਗਦਾ ਹੈ ਕਿ ਲਾਈਕ ਐਜ਼ ਐਨ ਲਾਈਕ ਇੱਥੇ ਵੀ ਫਾਲਸ ਫਲੈਗ ਆਪਰੇਸ਼ਨ ਦਾ ਤੁਹਾਡੇ ਕੋਲ ਐਵੀਡੈਂਸ ਹੈਗਾ ਆ। ਹੁਣ ਤੁਸੀਂ ਕੈਨੇਡਾ ਨੂੰ ਵੀ ਵਰਤ ਕੇ ਕਹਿ ਸਕਦੇ ਆ ਕਿ ਆਹ ਜਿਹੜੀ ਚੀਜ਼ ਆ ਵੀ ਲਗਾਤਾਰ ਆਸਟ੍ਰੇਲੀਆ 'ਚ ਵੀ ਚੱਲ ਰਹੀ ਹੈ, ਰਾਦਰ ਦੈਨ ਕਿ ਅਸੀਂ ਹੁਣ ਵੇਟ ਕਰੀਏ ਕਿ ਪਹਿਲਾਂ ਆਸਟ੍ਰੇਲੀਆ 'ਚ ਹੁਣ ਅਸੀਂ ਬੰਦਾ ਕੋਈ ਸ਼ਹੀਦ ਕਰਾਈਏ, ਫਿਰ ਗਾਂ ਜਾ ਕੇ ਅਸੀਂ ਉਹ ਲੜਾਈ ਲੜੀਏ। ਹੁਣ ਪ੍ਰੋਐਕਟਿਵ ਹੋਣ ਦੀ ਲੋੜ ਹੈ। ਅਸੀਂ ਉਹਦੀ ਕਹਿੰਦੇ ਆ ਕਿ ਉਹ ਵਿੱਚ ਇਹੀ ਹੈ ਕਿ ਬਹੁਤ ਚਿਰਾਂ ਲਈ ਸਾਨੂੰ ਸ਼ਿਕਾਰ ਬਣਾਇਆ ਗਿਆ ਹੈ, ਤੇ ਕਦੀ ਜਿਹੜਾ ਸ਼ਿਕਾਰ ਆ ਉਹਨੂੰ ਸ਼ਿਕਾਰੀ ਬਣਨਾ ਪੈਂਦਾ ਆ। ਹੁਣ ਸਾਨੂੰ ਮੌਕਾ ਮਿਲਿਆ ਹੈ ਕਿ ਅਸੀਂ ਸ਼ਿਕਾਰੀ ਬਣ ਸਕਦੇ ਹਾਂ ਇਸ ਸਪੇਸ ਦੇ ਵਿੱਚ। ਇਹ ਜਿਹੜਾ ਆਨਲਾਈਨ ਸਪੇਸ ਆ, ਮੀਡੀਆ ਸਪੇਸ ਆ, ਜਰਨਲਿਸਟਿਕ ਸਪੇਸ ਆ, ਐਕੈਡਮੀਆ ਸਪੇਸ ਆ, ਇਹਦੇ ਵਿੱਚ ਅਸੀਂ ਉਹਨਾਂ ਦੇ ਖਿਲਾਫ ਬਹੁਤ ਵੱਡੇ ਕਾਊਂਟਰਸ ਦੇ ਸਕਦੇ ਹਾਂ ਇਸ ਮੂਮੈਂਟ ਦੇ, ਸਪੈਸ਼ਲੀ ਪੋਲੀਟੀਕਲ ਸਪੈਕਟਰਮ ਦੇ ਵਿੱਚ। ਜੇ ਅਸੀਂ ਉਹ ਥਾਂ ਤੇ ਲੈਵਰੇਜ ਪਾਈਏ ਬਾਹਰਲੇ ਦੇਸ਼ਾਂ ਦੇ ਵਿੱਚ, ਭਾਵੇਂ US ਆ ਜਾਂ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਜਾਂ UK ਜਾਂ ਜਿੱਥੇ ਵੀ ਸਿੱਖ ਵਸਦੇ ਆ, ਇਹ ਜਿਹੜਾ ਮੁੱਦਾ ਆ ਇਹ ਇੰਟਰਨੈਸ਼ਨਲ ਮੁੱਦਾ ਆ ਤੇ ਹਾਈਲਾਈਟ ਹੋ ਰਿਹਾ ਆ। ਇਹਨੂੰ ਲੈਵਰੇਜ ਬਣਾਓ ਕਿ ਜਿੱਥੇ ਵੀ ਤੁਸੀਂ ਬੈਠੇ ਆ, ਆਪਣੇ ਜਿਹੜੇ ਸਿਆਸਤਦਾਨ, ਇਹ ਨਹੀਂ ਕਿ ਸਿਰਫ ਚਾਹ ਪਕੌੜਿਆਂ ਵਾਲਾ ਕੰਮ ਹੀ ਹੈ, ਉੱਥੇ ਜਾ ਕੇ ਉਹਨਾਂ ਦੇ ਉੱਤੇ ਪ੍ਰੈਸ਼ਰ ਐਗਜ਼ਰਟ ਕਰੋ ਕਿ ਤੁਸੀਂ ਕੀ ਕਰ ਸਕਦੇ ਆ। ਲਾਈਕ ਇੱਥੇ ਵੀ ਜੋ ਹੋ ਰਿਹਾ ਉਹਨਾਂ ਨੂੰ ਆਪਣਾ ਐਵੀਡੈਂਸ ਦਿਓ, ਆਪ ਉੱਥੇ ਐਵੀਡੈਂਸ ਕਲੈਕਟ ਕਰੋ, ਫਿਰ ਜਾ ਕੇ ਇਹ ਜਿਹੜੇ ਕੰਮ ਜਿਹੜੇ ਆ ਰਿਐਕਟਿਵ ਹੋ ਕੇ ਨਹੀਂ, ਪ੍ਰੋਐਕਟਿਵ ਹੋ ਕੇ ਸਾਨੂੰ ਕਰਨ ਦੀ ਲੋੜ ਹੈ। ਜੀ, ਤਕਰੀਬਨ ਮੇਰੇ ਦੂਜੇ ਸਵਾਲ ਦਾ ਆਨਸਰ ਵੀ ਤੁਸੀਂ ਇਸ ਗੱਲਬਾਤ ਦੇ ਵਿੱਚ ਹੀ ਕਰ ਦਿੱਤਾ ਕਿ ਮੇਰਾ ਅਖੀਰਲਾ ਸਵਾਲ ਇਹੀ ਸੀ ਕਿ ਸਾਨੂੰ ਇਸ ਸਾਰੀ ਸਿਚੁਏਸ਼ਨ ਨੂੰ ਰਿਸਪੌਂਡ ਕਿੱਦਾਂ ਕਰਨਾ ਚਾਹੀਦਾ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇੰਡੀਆ ਨੇ ਤਕਰੀਬਨ ਹੀ ਸਾਰੀਆਂ ਚੀਜ਼ਾਂ ਦੇ ਵਿੱਚ ਬੜਾ ਚਾਈਲਡਿਸ਼ ਜਿਹਾ ਰਿਸਪੌਂਸ ਇਹਦੇ ਵਿੱਚ ਕੀਤਾ ਹੈ, ਜਿੱਦਾਂ ਬਚਕਾਨਾ ਦੀ ਗੱਲ, ਬੱਚਿਆਂ ਦੀ ਵਾਲੀ ਗੱਲ ਕੀਤੀ ਆ, ਜਿਨ੍ਹਾਂ ਦੇ ਉੱਤੇ ਇੱਕ ਆਮ ਜੀਓਪੋਲਿਟਿਕਸ ਨੂੰ ਸਮਝਣ ਵਾਲਾ ਨਾ ਬੰਦਾ ਵੀ, ਇੱਕ ਆਮ ਲੇਮੈਨ ਵੀ ਉਹਨੂੰ ਦੇਖ ਕੇ ਹੱਸਦਾ ਕਿ ਇਹ ਕਿਸ ਤਰ੍ਹਾਂ ਦਾ ਰਿਸਪੌਂਸ ਆ, ਖਾਸ ਕਰ ਕੈਨੇਡਾ ਦੇ ਵੀਜ਼ੇ ਬੰਦ ਕਰਨ ਵਾਲੀ ਗੱਲ। ਪਰ ਫਿਰ ਵੀ ਅਖੀਰ ਦੇ ਉੱਤੇ ਤੁਸੀਂ ਕੁਝ ਹੋਰ ਐਡ ਕਰਨਾ ਚਾਹੋ ਕਿ ਇਸ ਸਿਚੁਏਸ਼ਨ ਨੂੰ, ਜਿਹੜੀ ਕਿ ਸਾਡੇ ਲਈ ਬਹੁਤ ਜ਼ਿਆਦਾ ਸੀਰੀਅਸ ਆ, ਪੱਖ ਦੇ ਵਿੱਚ ਜ਼ਰੂਰ ਆ ਪਰ ਸੀਰੀਅਸ ਆ,
ਇਸ ਨੂੰ ਕਿਵੇਂ ਰਿਸਪੌਂਡ ਕਰੀਏ? ਬੋਝ-ਬੋਝ ਕੇ ਪੈਰ ਰੱਖਣ ਵਾਲੀ ਗੱਲ ਨੂੰ ਤੁਸੀਂ ਕੁਝ ਐਡ ਕਰਨਾ ਚਾਹੁੰਦੇ? ਹਾਂਜੀ, ਮੈਂ ਐਕਚੁਅਲੀ ਹਰਦੀਪ ਸਿੰਘ ਦੀ ਇੱਕ ਥੋੜ੍ਹੀ ਜਿਹੀ ਗੱਲ ਕਰਨਾ ਚਾਹੁੰਦਾ ਇੱਥੇ ਕਿ ਉਹ ਜੀ। ਜਿੱਦਾਂ ਆਪਣੀ ਲਾਈਫ ਉਹਨੇ ਬੰਦੇ ਨੇ ਬਤੀਤ ਕੀਤੀ, ਸੰਘਰਸ਼ ਦੇ ਵਿੱਚ ਉੱਥੋਂ ਆਇਆ, ਤਸ਼ੱਦਦ ਸਹਿ ਕੇ ਆਇਆ, ਬਹੁਤ ਪੁਰਾਣੇ ਸਿੰਘ, ਜੁਝਾਰੂ ਸਿੰਘ ਤੇ ਜਿਹੜੇ ਬੰਦੀ ਸਿੰਘ ਆ ਉਹਨਾਂ ਦੇ ਨਾਲ ਉਹਦਾ ਬਹੁਤ ਕਲੋਜ਼ ਜਿਹੜਾ ਸਾਥ ਵੀ ਰਿਹਾ ਕਿ ਉਹ ਆਮ ਪਰਸਨੈਲਿਟੀ ਨਹੀਂ ਸੀ। ਐਜ਼ ਇਨ ਲਾਈਕ ਉਹ ਇੱਕ ਅਭਿਆਸੀ, ਗੁਰਸਿੱਖ, ਨਿਤਨੇਮੀ, ਉਹ ਆਪਣਾ ਜੀਵਨ ਜਿਹੜਾ ਹੈ ਬੜਾ ਉੱਚਾ ਸੁੱਚਾ ਉਹਨੇ ਰੱਖਿਆ। ਉਹਦੇ ਵਿੱਚ ਤਾਂ ਹੀ ਅਸੀਂ ਤੁਸੀਂ ਦੇਖ ਸਕਦੇ ਕਿ ਇੰਨੀ ਵੱਡਾ ਜਿਹੜਾ ਰਿਸਪੌਂਸ ਵੀ ਆ, ਕੋਈ ਸਿੱਖ ਲੀਡਰ ਹੈ, ਉਹ ਸਿਰਫ ਕੋਈ ਗੁਰਦੁਆਰੇ ਦਾ ਕੋਈ ਆਮ ਪ੍ਰਧਾਨ ਨਹੀਂ ਸੀਗਾ। ਉਹ ਤਾਂ ਇੰਨਾ ਵੱਡਾ ਰਿਸਪੌਂਸ ਉਹਨਾਂ ਦੇ ਜਿਹੜੇ ਅੰਤਮ ਦਰਸ਼ਨ ਦੇ ਉੱਤੇ ਵੀ ਉਹ ਹੋਏ ਸੀਗੇ, ਉਹ ਤਾਂ ਹੀ ਇੰਨੇ ਵੱਡਾ ਹੋਇਆ ਸੀ। ਉਹਦੇ ਵਿੱਚ ਮੈਂ ਕਹੂੰਗਾ ਕਿ ਜੇ ਅਸੀਂ ਉਹ ਚੋਂ ਕੋਈ ਸੇਧ ਲੈਣੀ ਹੈ, ਮੈਂ ਉਹਨੂੰ ਵੀ ਐਜ਼ ਐਗਜ਼ਾਮਪਲ ਯੂਜ਼ ਕਰੂੰਗਾ ਕਿ ਦੋ ਚੀਜ਼ਾਂ ਕਰਨ ਦੀ ਲੋੜ ਹੈ। ਇੱਕ ਤਾਂ ਜਿਹੜਾ ਪਰਸਨਲ ਲੈਵਲ ਸਾਡਾ ਹੈ, ਜਿਹਦੇ ਵਿੱਚ ਸਾਡਾ ਗੁਰਮਤਿ ਗੁਰਬਾਣੀ ਤੇ ਸੰਗਤ ਦੇ ਵਿੱਚ ਆ ਕੇ ਅਸੀਂ ਆਪਣੇ ਆਪ ਨੂੰ ਹੋਰ ਤਕੜੇ ਕਰਨਾ। ਕਦੀ ਕੋਈ ਬੰਦੇ ਕਹਿੰਦੇ ਆ ਕਿ ਆਪਣੇ ਆਪ ਨੂੰ ਹੋਰ ਤਕੜੇ ਕਰੋ, ਗੁਰਬਾਣੀ ਹੋਰ ਪੜ੍ਹੋ, ਜੋ ਤੁਸੀਂ ਇੰਨੀ ਗੁਰਬਾਣੀ ਪੜ੍ਹ ਲਈ ਜਾਂ ਇੰਨਾ ਅਭਿਆਸ ਕਰ ਲਿਆ ਫਿਰ ਤੁਸੀਂ ਸੰਘਰਸ਼ ਪੈਰ ਪਾਓ, ਨਹੀਂ ਤਾਂ ਨਾ ਪਾਓ, ਹਾਲੇ ਤੁਹਾਡੀਆਂ ਕਮਜ਼ੋਰੀਆਂ ਆ, ਔਗਣ ਬਹੁਤ ਆ। ਉਹਦੇ ਲਈ ਵੀ ਜਦੋਂ ਮਹਾਰਾਜ ਸਾਨੂੰ ਕਹਿੰਦੇ ਆ ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਵਰ, ਇੱਕ ਜਿਹੜਾ ਇਕੱਲਾ ਤਾਂ ਸਿੱਖ ਹੋ ਸਕਦਾ ਹੈ, ਦੋ ਹੋ ਗਏ ਤਾਂ ਸੰਗਤ ਦਾ ਰੂਪ ਬਣ ਲੱਗਾ ਹੈ, ਤੇ ਜੇ ਪੰਜ ਹੋ ਗਏ ਤਾਂ ਪਰਮੇਸ਼ਵਰ ਦਾ ਰੂਪ ਆ ਗਿਆ। ਉਹਦਾ ਮਤਲਬ ਹੀ ਇਹ ਹੈ ਕਿ ਜਿੰਨੇ ਗੁਣ ਸਾਡੇ ਵਿੱਚ ਆ, ਜਿੰਨੀ ਸਾਡੀ ਏਕਤਾ ਆ, ਜਿੰਨੇ ਸਾਡਾ ਇਕੱਠ ਹੁੰਦਾ ਆ, ਉਹਦੇ ਵਿੱਚ ਜਿੰਨੇ ਗੁਣਾਂ ਦੀ ਸਾਂਝ ਹੁੰਦੀ ਹੈ, ਸਾਂਝ ਕਰੀਜੇ ਗੁਣਾਂ ਕਿਹੜੀ ਛੋੜ ਅਵਗਣ ਚੱਲੀਏ, ਉਹ ਗੁਣਾਂ ਦੀ ਸਾਂਝ ਹੋ ਰਹੀ ਆ, ਪੰਜ ਤਾਂ ਪਰਮੇਸ਼ਵਰ ਦਾ ਰੂਪ ਬਣ ਜਾਂਦੇ ਆ। ਤੇ ਉਹਦਾ ਮਤਲਬ ਇਹ ਹੈ ਕਿ ਜੇ ਤੁਸੀਂ ਹਾਲੇ ਵੀ ਆਪਣਾ ਅਭਿਆਸ ਕਰ ਰਹੇ ਆ, ਨਿਤਨੇਮ ਕਰ ਰਹੇ ਆ, ਤੁਸੀਂ ਪੰਥ ਦੇ ਵਿੱਚ ਆ ਜਾਓ, ਤੁਸੀਂ ਇਸ ਲਾਈਨ ਦੇ ਵਿੱਚ ਆ ਜਾਓ, ਨਾਲ ਦੇ ਸੰਗਤ ਨੇ ਤੁਹਾਨੂੰ ਨਾਲ ਤੋਰੀ ਰੱਖਣਾ ਆ, ਤੇ ਅਸੀਂ ਇੱਕ ਦੂਜੇ ਦੇ ਜਿਹੜੇ ਗੁਣ ਆ ਉਹਨਾਂ ਦੇ ਵਿੱਚੋਂ ਹੀ ਅਸੀਂ ਅਗਲਾ ਰਾਹ ਲੱਭ ਲੈਣਾ ਹੈ। ਤੇ ਉਹ ਬਹੁਤ ਜ਼ਰੂਰੀ ਹੈ ਸਾਡੇ ਲਈ। ਤੇ ਸੈਕੰਡ ਗੱਲ ਜਿਹੜੀ ਮੋੜ ਕਹਿ ਲਓ ਕਿ ਦੁਨਿਆਵੀ ਹੈ, ਦੁਨਿਆਵੀ ਪੱਧਰ ਤੇ ਸਾਨੂੰ ਕੀ ਕਰਨ ਦੀ ਲੋੜ ਹੈ। ਉਹਦੇ ਵਿੱਚ ਬੇਸਿਕਲੀ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਸੀ, ਜਥੇਬੰਦਕ ਹੋ ਕੇ ਜਿਹੜਾ ਸਾਡਾ ਪ੍ਰੈਸ਼ਰ ਤੇ ਲੈਵਰੇਜ ਆ, ਉਹ ਸਿੱਖ ਨਜ਼ਰੀਏ ਦੇ ਵਿੱਚੋਂ ਲੈ ਕੇ ਅਸੀਂ ਵਰਤੀਏ। ਤੇ ਜੇ ਸਭ ਕੁਝ ਸਿੱਖ ਨਜ਼ਰੀਏ ਦੇ ਵਿੱਚੋਂ, ਸਿੱਖ ਪਲੇਸ ਆਫ ਲਾਈਕ ਐਜ਼ ਇਨ ਲਾਈਕ ਪਰਸੈਪਸ਼ਨ ਤੋਂ ਹੋ ਰਿਹਾ ਹੈ, ਉਹਦੇ ਵਿੱਚ ਸਾਨੂੰ ਫਾਇਦਾ ਆ। ਨਹੀਂ ਤਾਂ ਜਿਹੜੀ ਗੱਲਾਂ ਅਸੀਂ ਕਰ ਵੀ ਰਹੇ ਹਾਂ, ਅਸੀਂ ਸੋਚ ਰਹੇ ਹਾਂ ਅਸੀਂ ਪੰਥ ਦਾ ਕੋਈ ਫਾਇਦਾ ਕਰ ਰਹੇ ਹਾਂ, ਤੇ ਹੋ ਸਕਦਾ ਹੈ ਕਿ ਜੀ ਆਉਣ ਵਾਲੀਆਂ ਨਸਲਾਂ ਜਾਂ ਜਨਰੇਸ਼ਨਸ ਆ ਉਹ ਸਾਡੇ ਵੱਲ ਇਦਾਂ ਦੇਖਣ ਕਿ ਤੁਸੀਂ ਸਾਡਾ ਪੱਠਾ ਬਿਠਾਇਆ ਇੱਥੇ, ਤੇ ਤੁਸੀਂ ਸਾਰਾ ਕੁਝ ਖਰਾਬ ਕੀਤਾ ਹੈ, ਕਰਕੇ ਤੁਸੀਂ ਜਿਹੜੇ ਆ ਆਪਣੀ ਬਚਾਅ ਵਾਸਤੇ ਤੁਸੀਂ ਇਹੋ ਜਿਹੀਆਂ ਗੱਲਾਂ ਕੀਤੀਆਂ ਤੇ ਹੁਣ ਅਸੀਂ ਫਸ ਗਏ ਹਾਂ। ਸੋ ਹਰੇਕ ਜਿਹੜਾ ਸਮਾਂ ਆ, ਸਮੇਂ ਦੇ ਵਿੱਚ ਸਿੱਖ ਜਨਰੇਸ਼ਨਸ ਨੇ ਉਹ ਸਮਾਂ ਸਾਂਭਿਆ। ਹੁਣ ਜਿਹੜਾ ਸਮਾਂ ਆ ਸਾਨੂੰ ਸਾਂਭਣ ਦੀ ਲੋੜ ਆ। ਹਰਦੀਪ ਸਿੰਘ ਦੀ ਜਿਹੜੀ ਸ਼ਹੀਦੀ ਆ, ਇੱਕ ਮੈਂ ਗੱਲ ਕੀਤੀ ਸੀ, ਇੱਕ ਗਵਾਹੀ ਆ, ਤੇ ਉਹ ਗਵਾਹੀ ਜਿਹੜੀ ਆ ਉਹ ਵੱਡੇ ਪੱਧਰ ਤੇ ਹੋਈ ਆ। ਜਦੋਂ ਭਾਈ ਬੋਤਾ ਸਿੰਘ ਤੇ ਭਾਈ ਕਰਜਾ ਸਿੰਘ ਦੀ ਸ਼ਹੀਦੀ ਇੱਕ ਗਵਾਹੀ ਸੀਗੀ, ਉਦੋਂ ਵੀ ਪੰਥ ਪ੍ਰਕਾਸ਼ ਇਹੀ ਕਹਿੰਦੇ ਸੀਸ ਲਗਾਏ ਚਰਚਾ ਹੋਏ, ਜਗ ਜਾਣੇ ਖਾਲਸਾ ਸੋਏ, ਕਿ ਗਵਾਹੀ ਇਸ ਗੱਲ ਦੀ ਸੀਗੀ ਖਾਲਸਾ ਜਿਉਂਦਾ ਹੈ। ਤੇ ਹਰਦੀਪ ਸਿੰਘ ਦੀ ਸ਼ਹੀਦੀ ਨੇ ਵੀ ਇੱਕ ਗੱਲ ਮੁੜ ਕੇ ਲਿਆਂਦੀ ਕਿ ਅਸੀਂ ਹਾਲੇ ਜਿਉਂਦੇ ਹਾਂ। ਜੇ ਸਟੇਟ ਨੂੰ ਇੰਨੀ ਦੂਰ ਪਹੁੰਚ ਕਰਕੇ, ਇੰਨੀ ਖੇਚਲ ਕਰਕੇ, ਇੰਨੀ ਤਿਆਰੀ ਕਰਕੇ ਇੱਕ ਬੰਦੇ ਨੂੰ ਮਾਰਨ ਉਹ ਕੈਨੇਡਾ ਦੇ ਵਿੱਚ ਆਏ ਸੀ, ਇਹਦਾ ਮਤਲਬ ਇਹ ਆ ਕਿ ਜਿਹੜਾ ਬਾਗੀ ਦਾ ਰੂਪ ਆ ਉਹ ਭਾਈ ਹਰਦੀਪ ਸਿੰਘ ਬਣੇ ਹੋਏ ਸੀ। ਤੇ ਉਹ ਬਣੇ ਤਾਂ ਸੀਗੇ ਕਰਕੇ ਉਹਦੇ ਕੋਲ ਗੁਰਮਤਿ ਸਿਧਾਂਤ, ਰਹਿਣੀ ਬਹਿਣੀ, ਰਹਿਤ, ਉਹ ਸਭ ਕੁਝ ਉਹ ਧਾਰਨੀ ਸੀ ਉਹਨਾਂ ਦੇ, ਤੇ ਉਹ ਉਦਾਂ ਹੀ ਨਹੀਂ ਬਣਦੀ। ਤੇ ਮੈਂ ਕਹੂੰਗਾ ਕਿ ਇਹ ਦੋ ਚੀਜ਼ਾਂ ਜਿਹੜੀਆਂ ਆ ਇਹਨੂੰ ਹੈਂਡ ਇਨ ਹੈਂਡ ਚੱਲਦੀਆਂ ਆ, ਕਿ ਸੰਗਤ ਵੀ ਕਰਨੀ ਆ, ਤੇ ਦੂਜੇ ਪਾਸੇ ਜਿਹੜਾ ਕੋਈ ਸਾਡਾ ਦੁਨਿਆਵੀ ਸਿਆਸਤ ਨੂੰ ਵਰਤ ਕੇ ਪੰਥਕ ਸਿਆਸਤ ਨੂੰ ਅੱਗੇ ਕਰਨ ਵਾਲਾ ਜਿਹੜਾ ਕੰਮ ਆ ਉਹ ਵੀ ਸਾਨੂੰ ਕਰਨ ਦੀ ਲੋੜ ਆ। ਤੇ ਇੱਕ ਦੋ ਗੱਲਾਂ ਜਿਹੜੀਆਂ ਇਹਦੇ ਵਿੱਚ ਹੋ ਰਿਹਾ ਸਿੱਖਾਂ ਦੇ ਲਈ, ਇੱਕ ਬਹੁਤ ਵੱਡੀ ਗੱਲ ਹੈ ਕਿ ਇੱਕ ਸਿੱਖਾਂ ਦਾ ਕਰਮ ਕੀ ਹੈ, ਗੁਰਸਿੱਖੀ ਦਾ ਮਤਲਬ ਕੀ ਹੈ। ਗੁਰਸਿੱਖੀ ਤਾਂ ਇੱਕ ਬਹੁਤ ਵੱਡੀ ਗੱਲ ਹੈ, ਭਾਈ ਗੁਰਦਾਸ ਜੀ ਨੇ ਕਹੀ ਸੀਗੀ ਗੁਰਸਿੱਖੀ ਦਾ ਇਹੋ ਕਰਮ ਹੈ ਕਿ ਗੁਰ ਫਰਮਾਏ ਗੁਰਸਿੱਖ ਕਰਨਾ। ਤੇ ਸਿੱਖਾਂ ਦਾ ਇਹ ਹੈ ਕਿ ਗੁਰੂ ਨੇ ਕਹਿ ਦਿੱਤਾ ਤੁਸੀਂ ਕਰਨਾ। ਗੁਰੂ ਸਾਹਿਬ ਨੇ ਰਾਜ ਦੀ ਗੱਲ ਕੀਤੀ, ਸਿੱਖਾਂ ਨੇ ਰਾਜ ਲਿਆਉਣਾ ਆ। ਇਹ ਇੱਕ ਹੁਕਮ ਹੈ ਸਾਡੇ ਲਈ, ਸਿਰਫ ਕੋਈ ਸਟੇਟਮੈਂਟ ਨਹੀਂ ਹੈਗਾ, ਕੋਈ ਸਿਰਫ ਨਾਰਾ ਇਕੱਲਾ ਜਿਹੜਾ ਆ ਹੌਲੋ ਜਿਹਾ ਨਾਰਾ ਨਹੀਂ ਹੈਗਾ, ਇਹ ਇੱਕ ਹੁਕਮ ਹੈ। ਤੇ ਜੋ ਗੁਰੂ ਨੇ ਫਰਮਾ ਦਿੱਤਾ ਗੁਰਸਿੱਖ ਨੇ ਫਿਰ ਕਰਨਾ ਆ। ਤੇ ਮੈਂ ਕਹੂੰਗਾ ਕਿ ਜਿਹੜੀ ਸਾਡੀ ਰਹਿਣੀ ਬਹਿਣੀ ਆ ਉਹ ਇੱਕ ਬਹੁਤ ਪੁਰਾਣੀ ਕਹਾਵਤ ਆ ਯੂਰਪ ਦੇ ਵਿੱਚੋਂ। ਉਹਦੇ ਵਿੱਚ ਗੱਲ ਇਹ ਆ ਕਿ ਉਹ ਇੱਕ ਬੰਦੇ ਨੇ ਗੱਲ ਕੀਤੀ ਕਿ ਜੋ ਤੁਸੀਂ ਜ਼ਿੰਦਗੀ ਦੇ ਵਿੱਚ ਕਰਨਾ ਹੈ ਕਿੱਦਾਂ ਕਰੋ, ਤੇ ਉਹਨੇ ਕਿਹਾ ਕਿ ਜੋ ਵੀ ਕਦਮ ਤੁਸੀਂ ਜ਼ਿੰਦਗੀ ਦੇ ਵਿੱਚ ਚੁੱਕਣਾ ਆ, ਜੋ ਵੀ ਤੁਸੀਂ ਕਰਨਾ ਆ, ਜੋ ਵੀ ਤੁਸੀਂ ਕਹਿਣਾ ਆ, ਉਹ ਏਦਾਂ ਕਰੋ ਜਿੱਦਾਂ ਕਰੋੜਾਂ ਹੀ ਜਿਹੜੀਆਂ ਅੱਖਾਂ ਆ ਤੁਹਾਡੇ ਉੱਤੇ ਹੋਣ ਜੀ, ਤੁਹਾਡਾ ਅਖੀਰਲਾ ਜਿਹੜਾ ਐਕਸ਼ਨ ਆ ਉਹ ਹੋਵੇ।
ਤੇ ਹਰੇਕ ਜਿਹੜਾ ਕਦਮ ਚੁੱਕਣਾ ਆ, ਗੱਲ ਕਰਨੀ, ਉਹ ਇਹੋ ਜਿਹਾ ਹੋਵੇ। ਤੇ ਇਹ ਸਾਡੇ ਸਿੱਖਾਂ ਲਈ ਵੀ ਇੱਕ ਮਿਸਾਲ ਆ ਕਿ ਜ਼ਿੰਦਗੀ ਦਾ ਕੋਈ ਪਤਾ ਨਹੀਂ ਹੈਗਾ। ਮਰਨ ਲਖਾਏ ਮੰਡਲ ਮੇ ਆਏ, ਸਾਨੂੰ ਨਹੀਂ ਪਤਾ ਕਿ ਅੱਗੇ ਕੋਈ ਸਵਾਸ ਹੈਗੇ ਜਾਂ ਨਹੀਂ ਹੈਗੇ। ਉਹਦੇ ਵਿੱਚ ਪਰਮੇਸ਼ਵਰ ਦਾ ਜਾਪ ਕਰਦੇ, ਅਭਿਆਸ ਕਰਦੇ, ਸਰਬੱਤ ਦੀ ਸੇਵਾ ਕਰਦੇ, ਪੰਥ ਦੀ ਚੜ੍ਹਦੀ ਕਲਾ ਦੇ ਵਿੱਚ ਤੁਰਦੇ ਹੋਏ ਜੇ ਸਵਾਸ ਉੱਤੇ ਜਿਹੜੇ ਉੱਦਾਂ ਮੁੱਕ ਜਾਣ, ਉਹ ਤਾਂ ਬਹੁਤ ਵਧੀਆ ਗੱਲ ਆ। ਜਿੱਦਾਂ ਸੰਤ ਜੀ ਕਹਿੰਦੇ ਹੁੰਦੇ ਸੀਗੇ ਕਿ ਲੈ ਕੇ ਕੋਈ ਸੋਫਾ ਬੈੱਡ ਬਿਸਤਰੇ ਉੱਤੇ ਬੈਠ ਕੇ ਮੈਂ ਮਰਨਾ ਨਹੀਂ ਚਾਹੁੰਦਾ, ਕਿ ਰਨ ਮੈਦਾਨ ਵਿੱਚ ਜਾ ਕੇ ਜਿਹੜੀ ਸ਼ਹੀਦੀ ਪੰਥ ਦੀ ਸੇਵਾ ਦੇ ਵਿੱਚ, ਗੁਰਸਥਾਨਾਂ ਦੀ ਸੇਵਾ ਦੇ ਵਿੱਚ ਜਿਹੜੀ ਜ਼ਿੰਦਗੀ ਲੱਗੇ। ਸਾਨੂੰ ਉਹ ਜਿਹੜੇ ਫਿਲਾਸਫੀਜ਼ ਆ ਅਡਾਪਟ ਕਰਨੇ ਪੈਣੇ ਆ ਕਿ ਸਾਡੀ ਜਿਹੜੀ ਆਊਟਲੁੱਕ ਆ ਸਿੱਖਾਂ ਦੀ, ਉਹ ਇਹੋ ਜਿਹੀ ਹੈ। ਜੋ ਦੁਨੀਆ ਤੁਹਾਡੇ ਤੋਂ ਚਾਹੁੰਦੀ ਆ ਉਹ ਕੁਝ ਹੋ ਰਿਹਾ, ਪਰ ਦੁਨੀਆ ਜੋ ਚਾਹੁੰਦੀ ਆ ਉਹ ਕੋਈ ਮਹਿਣਾ ਨਹੀਂ ਰੱਖਦੀ। ਗੁਰੂ ਜੋ ਚਾਹੁੰਦਾ ਆ, ਗੁਰੂ ਨੇ ਜੋ ਰਾਹ ਦੱਸਿਆ ਆ, ਉਹ ਤੇ ਰਹਿਣਾ ਜਿਹੜਾ ਆ, ਉਹ ਹੀ ਸਿੱਖਾਂ ਦਾ ਫਰਜ਼ ਆ। ਉਹੀ ਗੱਲ ਆ ਕਿ ਗੁਰ ਫਰਮਾਏ ਗੁਰਸਿੱਖ ਕਰਨਾ ਤੇ ਉੱਤੇ ਵਗੈਰਾ ਦੇਣਾ। ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਭਾਈ ਮਨਿੰਦਰ ਸਿੰਘ ਜੀ। ਬਹੁਤ ਹੀ ਵਿਸਥਾਰ ਰੂਪ ਦੇ ਵਿੱਚ ਤੁਸੀਂ ਸਾਰੇ ਹੀ ਮੁੱਦਿਆਂ ਦੇ ਉੱਤੇ, ਸਾਰੇ ਨੁਕਤਿਆਂ ਦੇ ਉੱਤੇ ਚਾਨਣਾ ਪਾਇਆ ਹੈ। ਅਖੀਰ ਦੇ ਉੱਤੇ ਸਿਰਫ ਇੱਕ ਸਿੰਪਲ ਜਿਹਾ ਸਵਾਲ, ਬਟ ਬਹੁਤ ਅਹਿਮ ਸਵਾਲ, ਕਿ ਤੁਹਾਨੂੰ ਵੀ ਉਹਨਾਂ 5 ਬੰਦਿਆਂ ਦੇ ਵਿੱਚ ਰੱਖਿਆ ਗਿਆ ਸੀ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਖਤਰਾ RCMP ਨੇ ਜਾਂ ਹੋਰ ਏਜੰਸੀਜ਼ ਨੇ ਦੱਸਿਆ ਸੀ। ਹੁਣ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਸਿਕਿਉਰਿਟੀ ਕੈਨੇਡੀਅਨ ਗਵਰਨਮੈਂਟ ਦੇ ਵੱਲੋਂ ਜਾਂ ਕੋਈ ਸਪੈਸ਼ਲ ਇੰਸਟਰਕਸ਼ਨਸ ਦਿੱਤੀਆਂ ਗਈਆਂ ਨੇ ਕਿ ਜਿਸ ਦੇ ਨਾਲ ਜਿਹੜੀ ਤੁਹਾਡੀ ਜਿਹੜੀ ਸੇਫਟੀ ਆ ਉਹ ਬਰਕਰਾਰ ਰਹੇ? ਆਈ ਥਿੰਕ ਸਾਡੇ ਮਨ ਨਹੀਂ, ਇੱਦਾਂ ਦਾ ਕੁਛ ਨਹੀਂ, ਨਾ ਮਿਲਿਆ ਆ, ਨਾ ਅਸੀਂ ਪੁੱਛਿਆ, ਨਾ ਅਸੀਂ ਲੈਣਾ ਆ। ਅਸੀਂ ਮੈਂ ਤੁਹਾਨੂੰ ਸਿੱਧੇ ਰੂਪ ਦੇ ਵਿੱਚ ਗੱਲ ਕਰਾਂ ਕਿ ਸਟੇਟਸ ਦੀਆਂ ਲੜਾਈਆਂ ਚੱਲ ਰਹੀਆਂ, ਸਾਨੂੰ ਜਦੋਂ ਮਰਜ਼ੀ ਇਹ ਜਿਹੜਾ ਆ ਇਹਨਾਂ ਨੇ ਸੂਲੀ ਤੇ ਲਟਕਾ ਦੇਣਾ ਆ। ਸਾਡੇ ਮਨ ਦੇ ਵਿੱਚ ਇਹ ਹੈ ਕਿ ਮੇਰੇ ਹਿਸਾਬ ਦੇ ਨਾਲ ਜੋ ਹਰਦੀਪ ਸਿੰਘ ਨਾਲ ਹੋਇਆ ਰੋਕਿਆ ਜਾ ਸਕਦਾ ਸੀ। ਤੇ ਮੈਂ ਫਿਰ ਆਪਣੀ ਜਿਹੜੀ ਕੋਈ ਪਰਸਨਲ ਸੇਫਟੀ ਆ ਇਹ ਦੇਸ਼ ਨੂੰ ਕਿਉਂ ਦੇਵਾਂ? ਕਿ ਹੁਣ ਤਾਂ ਇਹ ਆ ਕਿ ਅਸੀਂ ਇੱਦਾਂ ਤੁਰੇ ਫਿਰਦੇ ਹਾਂ ਕਿ ਮਰਜੀਵੜਿਆਂ ਦੀ ਹੈਗਾ। ਇਸ ਗੱਲ ਜਦੋਂ ਅਸੀਂ ਸੁਣਦੇ ਹੁੰਦੇ ਸੀ ਉਹ ਇੱਦਾਂ ਦੀ ਹੁੰਦੀ ਸੀ ਕਿ ਤੁਹਾਨੂੰ ਪਤਾ ਹੈ ਕੁਝ ਹੋ ਸਕਦਾ ਹੈ। ਸਿਰਫ ਮੈਂ ਨਹੀਂ, ਮੈਂ ਤਾਂ ਇੱਕ ਕਿਤੇ ਕੋਈ ਛੋਟਾ ਜਿਹਾ ਨੁਮਾਇੰਦਾ ਹੋਊਂਗਾ। ਮੈਂ ਜਿੰਨੀ ਸੇਵਾ ਕਰਦਾ ਮੈਨੂੰ ਪਤਾ ਹੈ, ਗੁਰੂ ਸਾਹਿਬ ਨੂੰ ਪਤਾ ਹੈ। ਪਰ ਇਹ ਗੱਲ ਜਿਹੜੀ ਹੈ ਲੱਗੇ ਕੋਈ ਡਰ ਵਾਲੀ ਪਾਸੇ ਨੂੰ ਨਹੀਂ ਅਸੀਂ ਜਾਣਾ। ਜਿਹੜੇ ਕੰਮ ਕਰਨ ਵਾਲੇ ਆ, ਹਾਂ ਅਸੀਂ ਆਪਣੀ ਸੇਫਟੀ ਦੇ ਲਈ, ਆਪਣੀ ਸੁਰੱਖਿਆ ਦੇ ਲਈ ਅਸੀਂ ਜੋ ਸਬਕ ਸਿੱਖੇ ਆ, ਹੁਣ ਜਿਹੜੇ ਭਾਈ ਹਰਦੀਪ ਸਿੰਘ ਦੀ ਸ਼ਹੀਦੀ ਤੋਂ ਬਾਅਦ ਅਸੀਂ ਮੈਦਾਨ ਦੇ ਵਿੱਚ, ਸਾਨੂੰ ਇੱਦਾਂ ਮਹਿਸੂਸ ਹੋ ਰਿਹਾ ਕਿ ਅਸੀਂ ਇੱਕ ਮੈਦਾਨ ਦੇ ਵਿੱਚ ਤੁਰੇ ਫਿਰਦੇ ਹਾਂ। ਸਾਡੇ ਨਾਂ ਆਏ ਆ, ਕਿਸੇ ਨੇ ਸਾਡੇ ਤੇ ਵਾਰ ਕਰਨਾ ਆ, ਅਸੀਂ ਉਹਦਾ ਬਚਾਅ ਕਰਨਾ ਆ। ਹਾਂ ਹੋ ਸਕਦਾ ਹੈ ਕੋਈ ਸਮਾਂ ਇਹੋ ਜਿਹਾ ਆਵੇ ਜਿੱਥੇ ਸਾਨੂੰ ਵਾਰ ਕਰਨਾ ਪਵੇ ਆਪਣੇ ਆਪ ਨੂੰ ਬਚਾਉਣ ਲਈ, ਉਹ ਵੀ ਅਸੀਂ ਕਰਾਂਗੇ। ਪਰ ਇਹ ਜਿਹੜਾ ਮਾਡਲ ਹੁਣ ਬਣ ਗਿਆ ਆ, ਇਹ ਨਹੀਂ ਹੈਗਾ ਕਿ ਅਸੀਂ ਦੂਜੇ ਦੇ ਉੱਤੇ ਇਤਬਾਰ ਕਰੀਏ ਕਿ ਉਹਨਾਂ ਨੇ ਸਾਡੇ ਬੰਦਿਆਂ ਨੂੰ, ਉਹਨਾਂ ਦਾ ਬਚਾਅ ਕਰਨਾ ਹੈ। ਬਹੁਤ ਟਾਈਮ ਇੱਦਾਂ ਦਾ ਹੁੰਦਾ ਕਿ ਅਸੀਂ ਕੋਈ ਦੇਸ਼ ਦੇ ਉੱਤੇ ਇੰਨਾ ਟਰਸਟ ਕਰਨਾ ਪੈਂਦਾ ਹੈ ਕਿ ਉਹੀ ਦੇਸ਼ ਬਾਅਦ ਦੇ ਵਿੱਚ ਉਹਨਾਂ ਦਾ ਹੱਥ ਹੁੰਦਾ ਤੁਹਾਨੂੰ ਮਰਵਾਉਣ ਦੇ ਵਿੱਚ। ਸੋ ਸਾਨੂੰ ਇਹ ਹੈ ਕਿ ਪੰਥ ਬਹੁਤ ਵੱਡਾ ਆ, ਸਾਡਾ ਗੁਰੂ ਬਹੁਤ ਵੱਡਾ ਆ। ਮੈਂ ਤਾਂ ਇਹ ਗੱਲ ਕਹਿੰਦਾ ਕਿ ਜੇ ਅਸੀਂ ਬਚ ਗਏ, 4 ਸਵਾਸਾਂ ਦੇ ਹੋਰ ਨਾਲ ਅਸੀਂ ਸੇਵਾ ਕਰ ਲਈ ਤਾਂ ਵੀ ਅਸੀਂ ਜਿੱਤ ਗਏ। ਜੇ ਇਸੇ ਇੱਕ ਮਾਰਗ ਦੇ ਉੱਤੇ ਚੱਲਦੇ ਚੱਲਦੇ ਅਸੀਂ ਜੇ ਕੋਈ ਮੌਤ ਆ ਗਈ ਜਾਂ ਸ਼ਹੀਦ ਹੋ ਗਏ ਤਾਂ ਵੀ ਅਸੀਂ ਜਿੱਤ ਜਾਣਾ ਹੈ, ਕਿਉਂਕਿ ਇਹਦੇ ਵਿੱਚ ਵੀ ਸਾਡੀ ਸਿਧਾਂਤਕ ਜਿੱਤੀ ਹੈ। ਸੋ ਅਸੀਂ ਤਾਂ ਹਰ ਪਾਸਿਓਂ ਅਸੀਂ ਕਵਰਡ ਹਾਂ। ਸਾਨੂੰ ਸਿਰਫ ਇਹ ਹੈ ਕਿ ਅਸੀਂ ਬਲਦੀ ਅੱਗ ਦੇ ਵਿੱਚ ਛਾਲ ਨਹੀਂ ਮਾਰਨੀ, ਅਸੀਂ ਸੇਵਾ ਕਰਨੀ ਆ, ਅਸੀਂ ਇਹ ਲੜਾਈ ਲੜਨੀ ਆ, ਅਸੀਂ ਹੋਰਾਂ ਨੂੰ ਇਹ ਲੜਾਈ ਲੜਨ ਲਈ ਤਿਆਰ ਕਰਨਾ ਆ। ਅਸੀਂ ਸਰਬੱਤ ਦੇ ਭਲੇ ਦੇ ਵਿੱਚ ਤੁਰੇ ਫਿਰਦੇ ਹਾਂ। ਅਸੀਂ ਨਾ ਕਿਸੇ ਦਾ ਨੁਕਸਾਨ ਚਾਹੁੰਦੇ ਹਾਂ, ਨਾ ਅਸੀਂ ਕੋਈ ਗਰੀਬ ਦੇ ਉੱਤੇ ਕੋਈ ਵਾਰ ਕਰਨਾ। ਸਾਡਾ ਤਾਂ ਕੰਮ ਹੀ ਗੁਰੂ ਸਾਹਿਬ ਨੇ ਦਿੱਤਾ ਗਰੀਬ ਦੀ ਰੱਖਿਆ, ਜਰਵਾਣੇ ਦੀ ਭਖਿਆ। ਅਸੀਂ ਨਹੀਂ ਖੂਨ ਖਰਾਬਾ ਚਾਹੁੰਦੇ, ਅਸੀਂ ਇਹ ਚੀਜ਼ਾਂ ਨਹੀਂ ਚਾਹੁੰਦੇ। ਪਰ ਜਿੱਥੇ ਸਾਨੂੰ ਮਜਬੂਰ ਕੀਤਾ ਜਾਂਦਾ ਆ ਪੰਥ ਦੀ ਹਿਫਾਜ਼ਤ ਵਾਸਤੇ, ਗੁਰਧਾਮਾਂ ਦੀ ਖਿਆਲ ਤੇ ਉਹਨਾਂ ਦੀ ਜਿਹੜੀ ਸੇਵਾ ਸੰਭਾਲ ਵਾਸਤੇ, ਜੇ ਸਾਨੂੰ ਉਸ ਪੋਜੀਸ਼ਨ ਦੇ ਵਿੱਚ ਡਾਲਿਆ ਜਾਂਦਾ ਆ, ਫਿਰ ਇਹ ਪੰਥ ਦਾ ਜਿਹੜਾ ਇਤਿਹਾਸ ਆ ਉਹ ਆਪ ਗਵਾਹੀ ਦਿੰਦਾ ਆ ਕਿ ਅਸੀਂ ਕਿਹੋ ਜਿਹਾ ਰਿਸਪਾਂਸ ਦੇਣਾ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਭਾਈ ਮਨਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।